कोई स्प्रे पी के मरिया, कोई औरत जापे च मरी है जिन्होंने कह जाता कि चील कहते जानी कहने का मतलब भी कॉमन गल्लां। ਤੇ ਉਹ ਫਿਰ ਜਦੋਂ ਬੰਦਾ ਉਹਨਾਂ ਤਾਂਤਰਿਕਾਂ ਬਾਬਿਆਂ ਸਾਧਾਂ ਪੁਜਾਰੀਆਂ ਕੋਲੇ ਫਸ ਜਾਂਦਾ ਤਾਂ ਉਹ ਫਿਰ ਲਾਜ਼ਮੀ ਆਪਦੀ ਹੱਟੀ ਦੇ ਸੌਦੇ ਨੂੰ ਲਿਸ਼ਕਾ ਦਿੰਦੇ ਆ ਤੇ ਸਾਡੇ ਸਮਾਜ ਦਾ ਲੈਵਲ ਬਹੁਤ ਦਾ ਕੋਈ ਨਿਯਮ ਨਾ ਕੰਮ ਕਰਦਾ ਹੋਵੇ ਉਹ ਕਰਕੇ ਲੋਕਾਂ ਦੀ ਹਾਜ਼ਰੀ 'ਚ ਜੇ ਉਹ ਕਰਕੇ ਦਿਖਾ ਦਿੰਦਾ ਤਾਂ ਅਸੀਂ 5 ਲੱਖ ਰੁਪਈਆ ਨਗਦ ਇਨਾਮ ਦੇਵਾਂਗੇ। ਜਿਵੇਂ ਅਕਸਰ ਚੱਲਦਾ ਵੀ ਫਲਾਣਾ ਬਾਬਾ ਫਲਾਣਾ ਬੰਦਾ ਤਾਂ 100 ਮੀਲ ਤੋਂ ਸੱਚੀਆਂ ਗੱਲਾਂ ਦੱਸ ਦਿੰਦਾ, ਉਹਦੇ ਲਈ ਸਾਡੀ ਬੜੀ ਸੌਖੀ ਜੀ ਸ਼ਰਤ ਇੱਥੇ ਘਾਟ ਕੋਈ ਨਹੀਂ ਜੀ, ਕਿਉਂਕਿ ਚੈਨਲਾਂ ਤੇ ਵੀ ਐਡ ਆਉਂਦੀ ਹੈ ਜੀ ਇਹ ਸੌਕਣ ਤੋਂ ਛੁਟਕਾਰਾ ਜੀ, ਵਿਦੇਸ਼ ਯਾਤਰਾ ਜੀ ਤੇ ਲਵ ਮੈਰਿਜ ਜੀ ਤੇ ਘਰ ਵਾਲੇ ਨੂੰ ਬੱਸ ਦੇ ਵਿੱਚ ਕਿਵੇਂ ਕਰਨਾ ਜੀ। ਇਹ ਟੋਲਿਆਂ ਦੇ ਵਿੱਚੋਂ ਫਿਰ ਕਿਸੇ ਨੇ ਇਸ ਚੈਲੰਜ ਨੂੰ ਹੁਣ ਤੱਕ ਕਬੂਲ ਕੀਤਾ? ਉਹ ਆਇਆ ਨਹੀਂ ਉੱਥੇ 1000 ਰੁਪਏ ਜਦੋਂ ਟਾਈਮ ਹੋ ਗਿਆ ਸਾਰੀ ਗੱਲਬਾਤ ਨਿਬੜ ਗਈ, ਇਕੱਠ ਬਹੁਤ ਜ਼ਿਆਦਾ ਹੋ ਗਿਆ ਸੀ ਜੀ ਤੇ ਲੋਕਾਂ ਨੂੰ ਇਹ ਲੱਗਿਆ ਵੀ ਯਾਰ ਫਿਰ ਉਹ ਆਇਆ ਨਹੀਂ, ਅਸੀਂ ਇੰਨੀ ਦੂਰੋਂ ਆਏ ਆ, ਸਾਡੀ ਭਕਾਈ ਉਹਨੇ ਕਿਉਂ ਕਰਾਈ ਹੈ, ਚਲੋ ਉਹਦੇ ਡੇਰੇ ਚੱਲੋ। ਫਿਰ ਸਾਨੂੰ ਵੀ ਪਤਾ ਵੀ ਲੋਕ ਉਹਦੇ ਡੇਰੇ ਨੂੰ ਭੱਜ ਲਏ, ਸਾਨੂੰ ਵੀ ਇਹ ਸੀ ਵੀ ਯਾਰ ਗੱਲ ਗਲਤ ਹੋਈ, ਕੱਪੜੇ ਨੂੰ ਕਹਿ ਲਓ ਦੁਪੱਟੇ ਨੂੰ ਪਰਨੇ ਨੂੰ ਵੀ ਗੰਢਾਂ ਦੇ ਕੇ ਮੇਰੇ ਸਾਹਮਣੇ ਰੱਖ ਦੋ ਤੇ ਮੰਤਰ ਮਾਰੂ ਮੈਂ ਖੋਲ ਦੂੰ। ਆ ਗਿਆ ਬੈਠੇ, ਸਾਰੀ ਸਟੇਜ ਲੱਗ ਗਈ, ਟਾਈਮ ਦੇ ਤਾਂ ਥੋੜੀ ਜਿਹੀ ਉਹਦੀ ਸ਼ਰਾਬ ਪੀਤੀ ਹੋਈ ਸੀ ਤੇ ਉਹਨੇ ਆਪਦੇ ਮੰਤਰ ਵੀ ਮਾਰੇ, ਸਾਹਮਣੇ ਟੇਬਲ ਤੇ ਦੁਪੱਟਾ ਬੰਨ੍ਹ ਕੇ ਰੱਖਿਆ ਹੋਇਆ ਸੀਗਾ ਗੰਢਾਂ ਦੇ ਕੇ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਧਰਮਾ ਹਰਿਆਊ, ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ। ਸੋ ਦੋਸਤੋ ਆਪਾਂ ਵੇਖਦੇ ਹਾਂ ਕਿ ਸਮਾਜ ਦੇ ਵਿੱਚ ਕੀ ਕੁਝ ਚੱਲਦਾ ਹੈ, ਕਿਸ ਤਰ੍ਹਾਂ ਚੱਲਦਾ ਹੈ, ਕਿਉਂਕਿ ਜੇ ਝੂਠ ਬੋਲਣ ਵਾਲੇ ਬਹੁਤ ਨੇ ਤਾਂ ਸੱਚ ਰਾਹੀਂ ਉਹਦਾ ਜਵਾਬ ਦੇਣ ਵਾਲੇ ਵੀ ਬਹੁਤ ਨੇ। ਜੇ ਇੱਥੇ ਪਾਪ ਹੈ ਤਾਂ ਪੁੰਨ ਵੀ ਹੈ, ਹਰ ਇੱਕ ਚੀਜ਼ ਦੇ ਦੋ ਪਹਿਲੂ ਨੇ। ਕਿਉਂਕਿ ਜੇ ਮੈਂ ਗੱਲ ਕਰਾਂ ਤਾਂ ਸਾਡਾ ਸਮਾਜ, ਖਾਸ ਕਰਕੇ ਸਾਡਾ ਭਾਰਤ ਹੈ ਜਿਹੜਾ, ਉਹ ਅੰਧ ਵਿਸ਼ਵਾਸ ਦੀ ਜਕੜ ਦੇ ਵਿੱਚ ਪੂਰੀ ਤਰ੍ਹਾਂ ਆਇਆ ਹੋਇਆ, ਕਿਉਂਕਿ ਸਾਡਾ ਅੱਜ ਤੱਕ ਦਾ ਪਿੱਛੇ ਰਹਿਣ ਦਾ ਕਾਰਨ ਵੀ ਸਭ ਤੋਂ ਇਹੀ ਹੋ ਰਿਹਾ ਹੈ। ਤੇ ਇਸ ਅੰਧ ਵਿਸ਼ਵਾਸ ਨੂੰ, ਇਹਨਾਂ ਪਖੰਡੀਆਂ ਦੀ ਗੱਲ ਕਰ ਲਈਏ ਤਾਂ ਚੈਲੰਜ ਜੇ ਕਿਸੇ ਨੇ ਕੀਤਾ ਪੰਜਾਬ ਦੇ ਵਿੱਚ ਕੀ, ਉਹ ਤਰਕਸ਼ੀਲ ਸੁਸਾਇਟੀ ਪੰਜਾਬ ਤੇ ਉਹਨਾਂ ਦੇ ਜੋ ਪ੍ਰਧਾਨ ਨੇ ਮਾਸਟਰ ਰਜਿੰਦਰ ਭਦੌੜ ਜੀ, ਉਹ ਸਾਡੇ ਨਾਲ ਨੇ। ਆਪਾਂ ਅੱਜ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਖੁੱਲ੍ਹੀ ਦਿਲ ਨਾਲ ਕਰਾਂਗੇ। ਹਾਂਜੀ ਮਾਸਟਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਧਰਮ ਸਿੰਘ ਜੀ। ਤੁਸੀਂ ਅੱਜ ਕੁਝ ਨਵੀਆਂ ਗੱਲਾਂ ਰੰਗ ਪੰਜਾਬ ਦੇ ਚੈਨਲ ਰਾਹੀਂ ਰੂਬਰੂ ਕਰਨਾ ਚਾਹੁੰਦੇ ਹੋ, ਬਹੁਤ ਧੰਨਵਾਦ ਜੀ। ਮਾਸਟਰ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਇਹ ਦੱਸੋ ਵੀ ਜਿਹੜੀ ਤਰਕਸ਼ੀਲ ਸੁਸਾਇਟੀ ਹੈ ਇਹ ਹੋਂਦ ਦੇ ਵਿੱਚ ਕਦੋਂ ਆਈ? ਤਰਕਸ਼ੀਲ ਸੁਸਾਇਟੀ ਬਕਾਇਦਾ ਹੋਂਦ ਦੇ ਵਿੱਚ ਇਹ ਮਈ 1984 ਦੇ ਵਿੱਚ ਆਉਂਦੀ ਹੈ, ਜਦੋਂ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਛਾਪੀ ਗਈ ਪਹਿਲੀ ਕਿਤਾਬ ਤੇ ਦੇ ਪੁਰਸ਼ ਹਾਰ ਗਏ ਰਿਲੀਜ਼ ਕੀਤੀ ਜਾਂਦੀ ਹੈ। ਉਹਦੇ ਨਾਲ ਇਹ ਸਮਾਜ ਦੇ ਵਿੱਚ ਇੱਕ ਆਪਣੀ ਪਛਾਣ ਬਣਾਉਂਦੀ ਹੈ ਜੀ। ਤੇ ਤੁਸੀਂ ਇਹਦੇ ਨਾਲ ਕਦੋਂ ਜੁੜੇ ਤੇ ਕਿਸ ਤਰ੍ਹਾਂ ਜੁੜੇ? ਮਈ 'ਚ ਇਹ ਕਿਤਾਬ ਰਿਲੀਜ਼ ਹੁੰਦੀ ਆ ਤੇ ਮੈਂ ਅਗਸਤ ਜੂਨ ਦੇ ਵਿੱਚ ਇਸ ਤਰਕਸ਼ੀਲ ਸੁਸਾਇਟੀ ਨਾਲ ਜੂਨ 1984 'ਚ ਜੁੜ ਗਿਆ ਸੀ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਹਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਾਂ। ਤੁਸੀਂ ਕਿਤਾਬ ਪੜ੍ਹ ਕੇ ਜੁੜੇ ਸੀ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਇਦਾਂ ਦੀ ਘਟਨਾ ਵੀ ਹੋਈ ਸੀ ਜੀ? ਜੀ, ਅਸਲ ਦੇ ਵਿੱਚ ਜਿਹੋ ਜਿਹੀਆਂ ਜਿਉਣ ਹਾਲਤਾਂ ਬਚਪਨ ਤੋਂ ਲੈ ਕੇ ਹੰਢਾਈਆਂ ਸੀ, ਥੋੜੀ ਆਪਾਂ ਕਹਿ ਸਕਦੇ ਹੁੰਦੇ ਹਾਂ ਕਿ ਆਰਥਿਕ ਤੰਗੀ 'ਚੋਂ, ਉਹਦੇ 'ਚੋਂ ਐਂ ਲੱਗਦਾ ਰਹਿੰਦਾ ਸੀ ਵੀ ਇਹ ਕੀ ਸਾਰਾ ਚੱਕਰ ਜਿਹਾ ਕੀ ਹੈ। ਸੁਣਦੇ ਹੁੰਦੇ ਵੀ ਕਹਿੰਦੇ ਯਾਰ ਰੱਬ ਜਿਹਨੂੰ ਦਿੰਦਾ ਛੱਪੜ ਪਾੜ ਕੇ ਦਿੰਦਾ ਹੈ, ਘਰ ਵੀ ਕੱਚਾ ਸੀ, ਕੋਠਾ ਵੀ ਕੱਚਾ ਸੀ, ਉਹ ਮੀਂਹ 'ਚ ਤਾਂ ਚੋਂਦਾ ਰਹਿੰਦਾ ਸੀ ਪਰ ਛੱਪੜ ਪਾੜ ਕੇ ਡਿੱਗਿਆ ਕੁਛ ਨਹੀਂ ਸੀ ਕਦੇ ਵੀ। ਜਾਣੀ ਬਹੁਤ ਹੀ ਸਖਤ ਹਾਲਤਾਂ ਦੇ ਵਿੱਚੋਂ ਉਹ ਬਚਪਨ ਗੁਜ਼ਰਿਆ। ਉਹਦੇ 'ਚੋਂ ਚੱਲਦੇ ਚੱਲਦੇ ਸਕੂਲ ਦੇ ਵਿੱਚ ਕੁਛ ਅਧਿਆਪਕ ਵੀ ਇਹੋ ਜਿਹੇ ਮਿਲੇ ਜਿਹੜੇ ਕੁਛ ਇਹਨਾਂ ਗੱਲਾਂ ਬਾਰੇ, ਜਿਹ 'ਚੋਂ ਆਪਾਂ ਅੰਧ ਵਿਸ਼ਵਾਸ ਵਹਿਮਾਂ ਭਰਮਾਂ ਤਾਂ ਨਾ, ਪਰ ਉਹਨਾਂ ਦਾ ਇਹ ਹੁੰਦਾ ਸੀ ਪੋਜ਼ੀਟਿਵ ਵੀ ਸਾਰਾ ਕੁਛ ਵਿਗਿਆਨ ਦੀ ਦੇਣ ਹੈ, ਵਿਗਿਆਨ ਕਰਕੇ ਹੀ ਸਾਰਾ ਇਹ ਵਾਪਰਦਾ। ਐਂ ਕਹਿ ਲਓ ਕਿ 10ਵੀਂ ਕਰਨ ਤੋਂ ਬਾਅਦ ਆਰਟ ਐਂਡ ਕਰਾਫਟ ਦੀ ਟ੍ਰੇਨਿੰਗ ਕਰਨ ਤੋਂ ਵੀ ਆਪਾਂ ਬਾਅਦ ਕਹਿ ਸਕਦੇ ਹਾਂ ਕਿ 78 ਦੇ ਵਿੱਚ ਆਰਟ ਐਂਡ ਕਰਾਫਟ ਦੀ ਮੈਂ ਟ੍ਰੇਨਿੰਗ ਕਰਦਾ ਤੇ ਉਦੋਂ ਬੇਰੁਜ਼ਗਾਰ ਅਧਿਆਪਕਾਂ ਦਾ ਨੌਕਰੀ ਪ੍ਰਾਪਤ ਕਰਨ ਲਈ ਜਿਵੇਂ ਅੱਜ ਸੰਘਰਸ਼ ਚੱਲਦੇ ਪਏ ਆ, ਬਿਲਕੁਲ ਇਸੇ ਤਰ੍ਹਾਂ ਚੱਲਦਾ ਸੀ। ਤੇ ਉਦੋਂ ਦਾ ਜਿਹੜਾ ਅੰਦੋਲਨ ਸੀ ਉਹ ਜੇਲ੍ਹ ਭਰੋ ਅੰਦੋਲਨ ਸੀ ਜੀ। ਮੈਨੂੰ 18 ਸਾਲ ਦੀ ਉਮਰ 'ਚ ਮੈਂ ਉਹ ਕੋਰਸ ਕਰ ਲਿਆ ਤੇ ਰਿਜ਼ਲਟ ਵੀ ਨਹੀਂ ਸੀ ਆਇਆ ਜਦੋਂ ਉਸ ਅੰਦੋਲਨ 'ਚ ਜਾਣ ਦਾ ਮੌਕਾ ਮਿਲਿਆ ਜੀ। ਤੇ ਜੇਲ੍ਹ ਦੇ ਵਿੱਚ ਫਿਰ ਹਰ ਰੋਜ਼ ਸਕੂਲਿੰਗ ਹੁੰਦੀ, ਸੁਬਾਹ ਸ਼ਾਮ ਰੈਲੀ ਹੁੰਦੀ, ਉੱਥੇ ਫਿਰ ਬਹੁਤ ਗੱਲਾਂ ਦਾ ਜਿਹੜਾ ਸੀਗਾ ਚਾਨਣ
ਹੋ ਗਿਆ, ਜਿਹਦੇ ਕਰਕੇ ਕੀ ਹੋਇਆ ਮੈਂ ਇਹ ਵੀ ਸਮਝਦਾ ਕਿ ਉੱਥੋਂ ਵਿਚਾਰ ਨੇ ਜਿਹੜੇ ਵਿਗਿਆਨਕ ਬਣਨੇ ਸ਼ੁਰੂ ਹੋ ਗਏ। ਤੇ ਜਸਟ ਮੈਂ ਦਸੰਬਰ ਦੇ ਵਿੱਚ ਜੇਲ੍ਹ 'ਚੋਂ ਅਸੀਂ ਰਿਹਾ ਹੋ ਕੇ ਆਉਂਦੇ ਹਾਂ, ਸਰਕਾਰ ਨਾਲ ਫੈਸਲਾ ਆਉਂਦਾ ਤੇ ਅਗਲੇ ਅਕਤੂਬਰ 'ਚ ਕਹਿ ਲਓ 10 ਮਹੀਨਿਆਂ ਦੇ ਵਿੱਚ ਮੈਂ ਸਰਕਾਰੀ ਅਧਿਆਪਕ ਦੀ ਨੌਕਰੀ ਤੇ ਆ ਜਾਣਾ। ਉਹ ਵੀ ਮੈਂ ਸਮਝਦਾ ਕਿ ਵਿਗਿਆਨਕ ਵਿਚਾਰਾਂ ਦੇ ਕਰਕੇ, ਕਿਉਂਕਿ ਲਗਾਤਾਰ ਪਿੱਛਾ ਕਰਨਾ, ਰੁਜ਼ਗਾਰ ਦਫ਼ਤਰ ਜਾਣਾ, ਹੋਰ ਪਤਾ ਕਰਨਾ ਕਿਵੇਂ ਨੌਕਰੀ ਮਿਲੂ, ਕਿਵੇਂ ਕਾਰਡ ਨਿਕਲੂ। ਨੰਬਰ ਵਧੀਆ ਸੀ ਪਰ ਇੱਕ ਸਿਸਟਮ ਸੀਗਾ ਨੌਕਰੀਆਂ ਮਿਲਣ ਦਾ ਕਿ ਰੁਜ਼ਗਾਰ ਦਫ਼ਤਰ। ਹਾਂਜੀ। ਤੇ ਉਹ ਜਦੋਂ ਉਧਰੋਂ ਰੁਜ਼ਗਾਰ ਮਿਲ ਗਿਆ ਤੇ ਫਿਰ ਇਸ ਗੱਲ ਨੂੰ ਹੋਰ ਜਿਵੇਂ ਆਪਾਂ ਕਹਿ ਲਓ ਮਲਟੀਪਲਾਈ ਹੁੰਦੇ ਆ। ਜਾਂ ਜੇਲ੍ਹ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਸੀ ਵੀ ਯਾਰ ਇੱਥੇ ਕੋਈ ਅੰਧ ਵਿਸ਼ਵਾਸਾਂ ਵਾਲੀਆਂ ਗੱਲਾਂ ਨਹੀਂ ਹੈ, ਭੂਤ ਪ੍ਰੇਤ ਦੀ ਹੋਂਦ ਨਹੀਂ ਹੁੰਦੀ, ਇਹ ਮੰਨਦੇ ਨਹੀਂ ਸੀ ਸੁਸਾਇਟੀ ਬਣਨ ਤੋਂ ਪਹਿਲਾਂ ਵੀ, ਕਿਉਂਕਿ ਟ੍ਰੇਡ ਯੂਨੀਅਨ 'ਚ ਆ ਗਏ ਸੀ। ਹਾਂਜੀ। ਪਰ ਜੇ ਇਸ ਸੰਸਾਰ 'ਚ ਦੁਨੀਆ 'ਚ ਭੂਤਾਂ ਪ੍ਰੇਤਾਂ ਦੀ ਹੋਂਦ ਨਹੀਂ ਹੈ ਤੇ ਭੂਤਾਂ ਪ੍ਰੇਤਾਂ ਦੀ ਹੋਂਦ ਨਾ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਚੁੰਬੜ ਜਾਂਦੀਆਂ, ਇਹ ਕੰਮੇ ਚੁੰਬੜਦੀਆਂ, ਇਹ ਸੁਸਾਇਟੀ ਬਣਨ ਤੋਂ ਬਾਅਦ ਹੀ ਪਤਾ ਲੱਗਿਆ ਜੀ। ਪਹਿਲਾਂ ਨਹੀਂ ਪਤਾ ਸੀਗਾ, ਬਿਲਕੁਲ ਪਤਾ ਨਹੀਂ ਸੀ। ਹਾਂ, ਮੰਨਦੇ ਨਹੀਂ ਸੀ, ਪਰ ਇਹ ਵੀ ਨਹੀਂ ਸੀ ਪਤਾ ਵੀ ਫਿਰ ਜਿਹੜੀ ਚੀਜ਼ ਹੈ ਨਹੀਂ ਉਹ ਚੁੰਬੜ ਕਿਉਂ ਜਾਂਦੀ ਹੈ, ਉਹ ਕਿੱਥੋਂ ਆਉਂਦੀ ਹੈ, ਕਿਉਂ ਚੁੰਬੜਦੀ ਹੈ। ਫਿਰ ਜਦੋਂ ਇਹ ਕਿਤਾਬ ਛਪਦੀ ਆ ਤੇ ਦੇ ਪੁਰਸ਼ ਹਾਰ ਗਏ, ਉਹਦੇ 'ਚ ਡਾਕਟਰ ਇਬਰਾਹਿਮ ਟੈਗੋਰ ਦੇ ਬਹੁਤ ਸਾਰੇ ਤਜਰਬੇ ਸੀਗੇ ਜਿਨ੍ਹਾਂ ਦੇ ਵਿੱਚ ਦੱਸਿਆ ਹੋਇਆ ਸੀ ਵੀ ਫਲਾਣੇ ਥਾਂ ਤੇ ਅੱਗ ਲੱਗਦੀ ਸੀ, ਅੱਗ ਲਾਉਣ ਵਾਲੇ ਨੂੰ ਇਸ ਤਰ੍ਹਾਂ ਕਾਬੂ ਕੀਤਾ ਗਿਆ, ਉੱਥੇ ਖੂਨ ਦੇ ਛਿੱਟੇ ਆਉਂਦੇ ਸੀ, ਕਿਸੇ ਨੂੰ ਦੰਦਲਾਂ ਦੌਰੇ ਪੈਂਦੇ ਸੀ, ਕੋਈ ਸਿਰ ਘਮਾਉਂਦਾ ਸੀ। ਮੈਨੂੰ ਅੱਜ ਵੀ ਯਾਦ ਆ ਕਿਉਂਕਿ ਤਜਰਬਾ ਕੋਈ ਨਹੀਂ ਸੀ, ਪੜ੍ਹਾਈ ਵੀ ਕੋਈ ਨਹੀਂ ਸੀ ਡਾਕਟਰ ਕਪੂਰ ਦੀ ਕਿਤਾਬ ਤੋਂ ਬਿਨਾਂ। ਜਦੋਂ ਇਹ ਗੱਲਾਂ ਸਮਾਜ 'ਚ ਚੱਲੀਆਂ ਤਾਂ ਲਾਜ਼ਮੀ ਥੱਲੇ ਲੋਕੀ ਸਵਾਲ ਕਰਨ ਲੱਗ ਗਏ ਵੀ ਜੇ ਤੁਸੀਂ ਭੂਤਾਂ ਨੂੰ ਨਹੀਂ ਮੰਨਦੇ ਤੇ ਫਲਾਣੇ ਥਾਂ ਭੂਤ ਆਉਂਦੀ ਹੈ, ਫਲਾਣੇ ਥਾਂ ਐਂ ਹੁੰਦਾ, ਉਹਨੂੰ ਠੀਕ ਕਰਕੇ ਦਿਖਾਓ। ਤੇ ਅੱਜ ਵੀ ਯਾਦ ਆ ਵੀ ਜਦੋਂ ਕੋਈ ਅੱਗ ਲੱਗਣ ਦਾ ਕੇਸ ਆਉਣਾ ਜਾਂ ਰੋੜੇ ਵੱਜਣ ਦਾ ਕੇਸ ਆਉਣਾ ਤਾਂ ਅਸੀਂ ਡਾਕਟਰ ਕਪੂਰ ਦੀਆਂ ਦੂਜੀ ਕਿਤਾਬ ਵੀ ਉਦੋਂ ਨੂੰ ਛਪ ਗਈ ਸੀ ਤੇ ਦੇਵਦੈਨ ਤੇ ਰੂਹਾਂ, ਅਸੀਂ ਉਹਦੇ 'ਚੋਂ ਉਹਦੇ ਨਾਲ ਮਿਲਵੇਂ ਜੁਲਵੇਂ ਕੇਸ ਪੜ੍ਹਨੇ ਸ਼ੁਰੂ ਕਰ ਦੇਣੇ ਉਸ ਵੇਲੇ ਦੇ ਗਿਆਨ ਅਨੁਸਾਰ। ਪਰ ਕਿਉਂਕਿ ਉਹਨੇ ਕੰਮ ਕੀਤਾ ਸ਼੍ਰੀਲੰਕਾ ਦੇ ਵਿੱਚ, ਸਾਊਥ ਦੇ ਵਿੱਚ, ਉੱਥੋਂ ਦੀਆਂ ਜਿਹੜੀਆਂ ਸੱਭਿਆਚਾਰਕ ਹਾਲਤਾਂ ਤੇ ਪੰਜਾਬ ਦੀਆਂ ਨੇ ਉਹ ਬਹੁਤ ਭਿੰਨ ਹੈ। ਕਾਰਨ ਭਾਵੇਂ ਮਿਲਦੇ ਹੁੰਦੇ ਸੀ ਪਰ ਇੱਥੋਂ ਜਦੋਂ ਅਸੀਂ ਉਹਨਾਂ ਕੇਸਾਂ ਦੀ ਜਾ ਕੇ ਪੜਤਾਲ ਕੀਤੀ ਤੇ ਬਹੁਤ ਸਾਰੇ ਜਿਹੜੇ ਸਾਨੂੰ ਉਹ ਕਾਰਨ ਲੱਭੇ, ਕਾਰਨਾਂ ਦੇ ਵਿੱਚੋਂ ਵੀ ਜਿਹੜੇ ਇੱਕ ਕਮਾਲ ਦੇ ਸਿੱਟੇ ਤੇ ਅਸੀਂ ਪਹੁੰਚੇ ਉਹ ਇਹ ਵੀ ਜੇ ਕਿਸੇ ਘਰੇ ਅੱਗ ਲੱਗਦੀ ਹੈ ਤਾਂ ਜਿਹੜਾ ਅੱਗ ਲਾਉਣ ਵਾਲਾ ਉਹ ਲੱਭ ਲੈਂਦੇ ਅਸੀਂ, ਹੁਣ ਤਾਂ ਬਾਹਲੀ ਫੋਨ ਤੇ ਪਤਾ ਲੱਗ ਜਾਂਦਾ, ਲੱਭ ਲੈਂਦੇ ਆ। ਅਸੀਂ ਇਸ ਨਤੀਜੇ ਤੇ ਪਹੁੰਚੇ ਕਿ ਅੱਗ ਲਾਉਣ ਵਾਲਾ ਮੁੱਖ ਦੋਸ਼ੀ ਨਹੀਂ ਹੈ, ਮੁੱਖ ਦੋਸ਼ੀ ਉਹ ਆਲਾ ਦੁਆਲਾ ਜਿਹੜਾ ਉਹਨੂੰ ਇੱਥੋਂ ਤੱਕ ਲੈ ਜਾਂਦਾ, ਉਹਨੂੰ ਮਜਬੂਰ ਕਰ ਦਿੰਦਾ। ਤੇ ਹੁਣ ਵੀ ਅਸੀਂ ਇਹ ਦਾਅਵਾ ਕਰਦੇ ਹਾਂ ਕਿ ਜਿੱਥੇ ਘਟਨਾਵਾਂ ਹੁੰਦੀਆਂ, ਘਟਨਾਵਾਂ ਕਰਨ ਵਾਲਾ ਜਿਹੜਾ ਦੋਸ਼ੀ ਹੈ ਉਹਦਾ 5% ਹੀ ਕਸੂਰ ਹੁੰਦਾ, 95% ਕਸੂਰ ਪਰਿਵਾਰਕ ਮੈਂਬਰਾਂ ਦਾ, ਸਮਾਜਿਕ ਆਲੇ ਦੁਆਲੇ ਦਾ, ਉਹਨਾਂ ਸਾਰੀਆਂ ਹਾਲਾਤਾਂ ਦਾ ਹੁੰਦਾ। ਹਾਂ, ਇਹ ਵੱਖਰੀ ਗੱਲ ਹੈ ਵੀ ਉਹਨੂੰ ਉਹੋ ਜਿਹੀ ਜਿਹੜੀ ਗੱਲ ਕਰਕੇ ਉਹਦਾ ਮਸਲਾ ਤਾਂ ਭਾਵੇਂ ਹੱਲ ਨਹੀਂ ਹੁੰਦਾ ਪਰ ਉਹਦਾ ਜਿਹੜਾ ਦਿਮਾਗ ਆ ਜਿੰਨਾ ਕੁ ਵਿਕਸਿਤ ਹੋਇਆ ਉਹ ਉਹੋ ਜਿਹੀਆਂ ਗੱਲਾਂ ਹੀ ਸੋਚਦਾ, ਉਹ ਗੱਲਾਂ ਹੱਲ ਕਰਕੇ ਉਹ ਸੋਚਦਾ ਵੀ ਸ਼ਾਇਦ ਮੇਰਾ ਹੱਲ ਹੋ ਜੇ, ਪਰ ਹੁੰਦਾ ਤਾਂ ਹੈ ਨਹੀਂ। ਪਰ ਹੁਣ ਤਾਂ ਤਰਕਸ਼ੀ ਸੁਸਾਇਟੀ ਇਹ ਪੂਰੀ ਤਰ੍ਹਾਂ ਸਮਰੱਥ ਆ, ਇਸ ਗੱਲ ਦਾ ਚੈਲੰਜ ਵੀ ਕਰਦੀ ਆ ਵੀ ਭੂਤ ਕਿਸੇ ਨੂੰ, ਜਿਵੇਂ ਕਹਿੰਦੇ ਹੁੰਦੇ ਆ, ਜਿੰਨਾ ਮਰਜ਼ੀ ਪੁਰਾਣਾ ਚਿੰਬੜਿਆ ਹੋਵੇ, ਜਿੱਡਾ ਮਰਜ਼ੀ ਵਿਗੜਿਆ ਹੋਵੇ, ਸੁਸਾਇਟੀ ਉਹਨੂੰ ਐਂ ਕਹਿ ਸਕਦੇ ਆ ਕਿ ਜੇ ਪਰਿਵਾਰ ਦਾ ਸਹਿਯੋਗ ਹੋਵੇ ਤੇ 100% ਹੱਲ ਕਰਨ ਦੀ ਸਥਿਤੀ 'ਚ। ਭੂਤ ਕੱਢਦਾ ਰਹੋਗੇ ਜੀ ਤੁਸੀਂ, ਜਿੰਨਾ ਮਰਜ਼ੀ ਪੁਰਾਣਾ ਹੋਵੇ, ਜਿੰਨਾ ਮਰਜ਼ੀ ਪੁਰਾਣਾ ਹੋਵੇ। ਕਹਿਣ ਦਾ ਮਤਲਬ ਪੁਰਾਣੇ ਦਾ ਮਤਲਬ ਇਹੀ ਹੁੰਦਾ ਕਿ ਇੱਕ ਥਾਂ ਤੋਂ ਹੱਲ ਨਹੀਂ ਹੁੰਦਾ, ਦੂਜੇ ਥਾਂ ਜਾਂਦਾ, ਦੂਜੇ ਥਾਂ ਤੋਂ ਹੱਲ ਨਹੀਂ ਹੁੰਦਾ, ਲੰਬਾ ਸਮਾਂ ਉਹਨਾਂ ਦਾ ਲੰਘ ਜਾਂਦਾ ਜੀ, ਲੰਬਾ ਸਮਾਂ ਲੰਘ ਜਾਂਦਾ ਜਿਹਨੂੰ ਪੁਰਾਣਾ ਕਹਿ ਲੈਂਦੇ ਆ। ਹੁਣ ਵੀ ਕੇਸ ਆਉਂਦੇ ਤਾਂ 10 ਸਾਲ ਦੀ ਗੱਲ ਹੈ ਤਾਂ ਜੀ 12 ਦੀ ਗੱਲ ਹੈ। ਸਾਡਾ ਇੰਟਰਸਟ ਇਸ ਕਰਕੇ ਵੀ ਵੱਧ ਜਾਂਦਾ, ਅਸੀਂ ਫਿਰ ਉੱਥੋਂ ਲੱਭਦੇ ਹਾਂ ਕਿ 10 ਸਾਲ ਪਹਿਲਾਂ ਕੀ ਵਾਪਰਿਆ ਪਰਿਵਾਰ ਜੀ। ਜੇ ਉਹ ਵਾਪਰਿਆ, ਜੇ ਉਹ ਗੱਲ ਪਤਾ ਲੱਗੂ ਫਿਰ ਪਤਾ ਲੱਗੂ ਵੀ ਇਹਦੇ ਮਨ ਤੇ ਇਹਦਾ ਕੀ ਅਸਰ ਹੋਇਆ, ਇਹਦਾ ਦਿਮਾਗ ਖੰਡਾ ਦਾ ਸ਼ਿਕਾਰ ਕਿਉਂ ਹੋ ਗਿਆ। ਹੱਲ ਤਾਂ ਕਈ ਵਾਰੀ ਉਹ ਕਾਰਨ ਲੱਭ ਕੇ ਹੀ ਕਰਨਾ ਪੈਂਦਾ ਅੱਜ ਦੀ ਸਥਿਤੀ, ਫਿਰ ਐਕਸਪਲੇਨ ਵੀ ਕਰਨਾ ਪੈਂਦਾ। ਇੱਕ ਕਾਰਨ ਅੱਜ ਚੱਲ ਰਿਹਾ ਉਹਦਾ ਅਸੀਂ ਅੱਜ ਇੱਕ ਹੱਲ ਕਰਾਂਗੇ, ਫਿਰ ਕਈ ਵਾਰੀ ਸਾਡੇ ਸਾਹਮਣੇ ਵੀ ਸਵਾਲ ਆ ਜਾਂਦਾ ਵੀ ਅੱਜ ਤਾਂ ਇਸ ਗੱਲ ਕਰਕੇ ਇਹਨੂੰ ਐ ਹੁੰਦਾ ਸੀ ਤੇ 12 ਸਾਲ ਪਹਿਲਾਂ ਕੀ ਗੱਲ ਸੀ। ਪਰ ਸਾਡਾ ਕੰਮ 12 ਸਾਲ ਪਹਿਲਾਂ ਹੀ ਜਾਣਨਾ ਹੈ। ਜੇ ਉਹ ਪਤਾ ਲੱਗੂਗਾ ਫਿਰ ਪਤਾ ਲੱਗੂ ਇਹਦੀ ਮਨੋ ਅਵਸਥਾ ਕੀ ਆ, ਉਹਨੂੰ ਮਰੀਜ਼ ਕਹਿ ਲਓ, ਉਹਨੂੰ ਦੁਖੀ ਕਹਿ ਲਓ, ਜੇ ਸਮਾਜਿਕ ਭਾਸ਼ਾ 'ਚ ਕਹਿਣਾ ਹੋਵੇ ਕੋਈ ਉਹਨੂੰ ਦੋਸ਼ੀ ਵੀ ਕਹਿ ਸਕਦਾ, ਅਸੀਂ ਨਹੀਂ ਪਰ ਕਹਿੰਦੇ ਕਿਉਂਕਿ ਉਹ ਆਲੇ ਦੁਆਲੇ ਦੀ ਦੇਣ ਆਈ, ਆਲੇ ਦੁਆਲੇ ਦੀ ਪਰਿਵਾਰ ਦੀ ਦੇਣ ਆਈ। ਲੋਕਾਂ ਨੇ ਤੁੰਨ ਤੁੰਨ ਕੇ ਤੈਨੂੰ ਆਇਆ, ਤੈਨੂੰ ਆਇਆ, ਤੁਹਾਡਾ ਬੇਰੀ ਥੱਲੇ ਮਰ ਗਿਆ, ਤੁਹਾਡਾ ਇੱਧਰ ਮਰ ਗਿਆ ਸੀ, ਉਹਨਾਂ ਚੀਜ਼ਾਂ ਕਰਕੇ ਉਹਨੂੰ ਡਿਪਰੈਸ਼ਨ ਦੇ ਵਿੱਚ ਲੈ ਗਏ। ਜਿਹੜੇ ਸੰਸਕਾਰ ਪਰਿਵਾਰ ਨੇ ਕਹਿ ਲਓ ਜਾਂ ਸਮਾਜ ਨੇ ਸਿਰਜ ਤੇ
ਮੰਨ ਲਓ ਇੱਕ ਭੂਤਾਂ ਪ੍ਰੇਤਾਂ ਦੀ ਜੇ 1 ਮਿੰਟ 'ਚ ਹੀ ਗੱਲ ਕਰਨੀ ਹੋਵੇ ਵੀ ਬੰਦਾ ਹੁੰਦਾ ਇਹਦੇ 'ਚ ਇੱਕ ਆਤਮਾ ਹੁੰਦੀ ਹੈ, ਜਦੋਂ ਇਹ ਮਰ ਜਾਂਦਾ ਇਹਦੇ 'ਚੋਂ ਨਿਕਲਦੀ ਹੈ, ਕਈਆਂ ਦੀ ਗਤੀ ਹੋ ਜਾਂਦੀ ਹੈ, ਕਈਆਂ ਦੀ ਨਹੀਂ ਹੁੰਦੀ, ਜਿਨ੍ਹਾਂ ਦੀ ਨਹੀਂ ਹੁੰਦੀ ਰੂਹਾਂ ਇੱਥੇ ਭਟਕਦੀਆਂ, ਉਹ ਘਰਦਿਆਂ ਨੂੰ ਵੀ ਤੰਗ ਕਰਦੀਆਂ, ਆਂਢੀਆਂ ਗੁਆਂਢੀਆਂ ਨੂੰ ਵੀ ਤੰਗ ਜਦੋਂ ਇਹੋ ਜਿਹੀਆਂ ਧਾਰਨਾਵਾਂ ਸਾਡੇ ਮਨਾਂ 'ਚ ਆ ਜਾਂਦੀਆਂ, ਜਦੋਂ ਹੀ ਕਿਤੇ ਮਨ ਤੇ ਥੋੜਾ ਜਿਹਾ ਬੋਝ ਪੈਂਦਾ ਤਾਂ ਬੰਦਾ ਫਿਰ ਅਬਲੀਆਂ ਸਬਲੀਆਂ ਮਾਰਨ ਲੱਗ ਜਾਂਦਾ। ਫਿਰ ਅਸੀਂ ਦਿਮਾਗ ਦੇ ਮਾਹਰ ਡਾਕਟਰਾਂ ਕੋਲ ਤਾਂ ਜਾਂਦੇ ਨਹੀਂ, ਕਿਉਂਕਿ ਸਾਨੂੰ ਲੱਗਦਾ ਚੀਜ਼ ਉੱਪਰੀ ਹੈ, ਇਹਦਾ ਇਲਾਜ ਤਾਂ ਫਿਰ ਤਾਂਤਰਿਕ ਬਾਬਾ ਸਿਆਣਾ ਜੋ ਵੀ ਕਹਿ ਲਓ ਉਹ ਕਰੂਗਾ। ਉਹਦੇ ਕੋਲੇ ਜਾਂਦੇ ਆ ਜਦੋਂ, ਉਹਨੇ ਫਿਰ ਸਿੱਧੇ ਰਾਹ ਤਾਂ ਪਾਉਣਾ ਨਹੀਂ, ਕਿਉਂਕਿ ਉਹਨੇ ਤਾਂ ਆਪਦੀ ਹੱਟੀ ਦਾ ਸੌਦਾ ਵੇਚਣਾ ਹੈ। ਉਹ ਤਾਂ ਫਿਰ ਕਹੂਗਾ ਇਹਨੂੰ ਜੀ ਫਲਾਣੀ ਚਿੰਬੜੀ, ਇਹਨੂੰ ਆਹ ਚਿੰਬੜੀ ਆ, ਉਹ ਕਚੀਲ ਹੈ ਜੀ, ਉਹ ਘੋਰੀ ਹੈ ਜੀ, ਉਹ ਮਸਾਣੀ ਹੈ ਜੀ, ਉਹੋ ਜਿਹੀਆਂ ਗੱਲਾਂ। ਇੱਕ ਅੱਧਾ ਨੂੰ ਪਸੰਦ ਪਰਿਵਾਰ ਆਪ ਹੀ ਕਰ ਲੈਂਦਾ, ਹਾਂ ਫਲਾਣੇ ਦੀ ਤਾਂ ਹੋ ਸਕਦੀ ਹੈ ਵੀ ਉਹਨੂੰ ਤਾਂ ਅਸੀਂ ਮੰਨਦੇ ਹੁੰਦੇ ਸੀ, ਹੁਣ ਅਸੀਂ ਹਟੇ ਪਏ। ਬਾਕੀ ਇੱਕ ਅੱਧਾ ਵਿਹੜੇ ਦੇ ਵਿੱਚ ਘਰ ਦੇ ਵਿੱਚ ਇਹੋ ਜਿਹਾ ਹੁੰਦਾ ਜਿਹੜਾ ਬਾਹਾ ਬੂਹਾ ਲੈ ਕੇ ਮਰਿਆ ਹੁੰਦਾ ਜੀ, ਉਹ ਤਾਂ ਇਹੋ ਜਿਹਾ ਤਾਂ ਘਰ ਹੀ ਨਹੀਂ ਜਿੱਥੇ ਮਰਿਆ ਨਹੀਂ, ਘਰੇ ਨਹੀਂ ਮਰਿਆ ਤਾਂ ਗੁਆਂਢ 'ਚ ਮਰਿਆ, ਗੁਆਂਢ 'ਚ ਵੀ ਨਾ ਮਰਿਆ ਇਸ ਤਾਂ ਇੱਥੋਂ ਤੱਕ ਕਹਿਣਗੇ ਕੋਈ ਪਿੰਡ 'ਚ ਮਰਿਆ ਹੋਇਆ, ਪਿੰਡ 'ਚ ਔਤ ਮਰਿਆ, ਕਿਹੜਾ ਪਿੰਡ ਨਹੀਂ ਹੈ, ਪਿੰਡ 'ਚ ਭਾਈ ਕੋਈ ਫਾਹਾ ਲੈ ਕੇ ਮਰਿਆ, ਕਿਹੜਾ ਪਿੰਡ, ਕੋਈ ਸਪਰੇਅ ਪੀ ਕੇ ਮਰਿਆ, ਕੋਈ ਔਰਤ ਜਾਪੇ 'ਚ ਮਰੀ ਹੈ ਜਿਹਨੂੰ ਕਹਿ ਜਾਂਦਾ ਕਿ ਚੀਜ਼ ਕਹਿੰਦੇ ਆ, ਜਾਨੀ ਕਹਿਣ ਦਾ ਮਤਲਬ ਵੀ ਕਾਮਨ ਗੱਲਾਂ। ਤੇ ਉਹ ਫਿਰ ਜਦੋਂ ਬੰਦਾ ਉਹਦਾ ਤਾਂਤਰਿਕਾਂ ਬਾਬਿਆਂ ਸਾਧਾਂ ਪੁਜਾਰੀਆਂ ਕੋਲੇ ਫਸ ਜਾਂਦਾ ਤਾਂ ਉਹ ਫਿਰ ਲਾਜ਼ਮੀ ਆਪਦੀ ਹੱਟੀ ਦੇ ਸੌਦੇ ਨੂੰ ਲਿਸ਼ਕਾ ਦਿੰਦੇ ਆ, ਤੇ ਸਾਡੇ ਸਮਾਜ ਦਾ ਲੈਵਲ ਬਹੁਤ ਥੱਲੇ ਆ, ਉਹਦਾ ਸ਼ਿਕਾਰ ਉਹੀ ਖਰੀਦਦੇ ਆ ਜ਼ਿਆਦਾ। ਬਿਲਕੁਲ ਜੀ। ਤੇ ਇੱਕ ਮਾਸਟਰ ਜੀ ਚੈਲੰਜ ਨੇ ਕੁਛ ਜੀ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਜੀ ਦੇਖੋ 2 ਗੱਲਾਂ ਕੀਤੀਆਂ ਸੀ। ਇੱਕ ਅਸੀਂ ਚੈਲੰਜ ਇਹ ਕੀਤਾ ਕਿ ਇਸ ਪੂਰੀ ਧਰਤੀ ਦੇ ਉੱਤੇ 10 ਨੋਹਾਂ ਦੀ ਕਿਰਤ ਕਰਨ ਵਾਲੇ ਮਨੁੱਖ ਨਾਲੋਂ ਵੱਧ ਸ਼ਕਤੀ ਨਾ ਕਿਸੇ ਬੰਦੇ 'ਚ ਹੈ, ਨਾ ਕਿਸੇ ਬਾਬੇ 'ਚ, ਨਾ ਕਿਸੇ ਜਗ੍ਹਾ 'ਚ। ਸਭ ਤੋਂ ਜੇ ਸ਼ਕਤੀ ਕਿਤੇ ਹੈ ਤਾਂ ਉਹ 10 ਨੋਹਾਂ ਦੀ ਕਿਰਤ 'ਚ ਹੈ। ਦੂਜਾ ਫਿਰ ਅਸੀਂ ਚੈਲੰਜ ਕੀਤਾ, ਕਿਉਂਕਿ ਸਾਡੇ ਕੋਲੇ ਵੀ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਸੀ, ਫਲਾਣਾ ਬਾਬਾ ਐਂ ਕਰਦਾ, ਫਲਾਣਾ ਐਂ ਕਰਦਾ। ਦੂਸਰਾ ਅਸੀਂ ਚੈਲੰਜ ਇਹ ਰੱਖਿਆ, ਜਿਹੜਾ ਉਸ ਵੇਲੇ ਦਾ ਇਨਾਮੀ ਰਾਸ਼ੀ 10,000 ਰੁਪਇਆ ਸੀ 1984, ਉਹ ਹੁਣ 5 ਲੱਖ ਆ ਸਾਡੇ ਤਰਕਸ਼ੀਲ ਸੋਸਾਇਟੀ ਪੰਜਾਬ ਦੀ। ਹੋਰ ਬਹੁਤ ਸੰਸਥਾਵਾਂ ਕਰੋੜਾਂ 'ਚ ਵੀ ਇਨਾਮ ਹੈਗੇ ਆ। ਉਹਦੇ 'ਚ ਅਸੀਂ ਕੀ ਰੱਖਿਆ ਵੀ ਜਿਹੜਾ ਕੋਈ ਵਿਅਕਤੀ ਆਪਣੇ ਆਪ ਨੂੰ ਪਹੁੰਚਿਆ ਹੋਇਆ ਗੈਬੀ ਸ਼ਕਤੀਆਂ ਦਾ ਮਾਹਰ ਕਹਾਉਂਦਾ, ਉਹ ਕੋਈ ਅਜਿਹੀ ਗੱਲ ਕਰਦੇ ਜਿਹਦੇ ਪਿੱਛੇ ਵਿਗਿਆਨ ਨਾ ਕੰਮ ਕਰਦਾ ਹੋਵੇ, ਸਾਇੰਸ ਨਾ ਕੰਮ ਕਰਦੀ ਹੋਵੇ, ਕੁਦਰਤ ਦਾ ਕੋਈ ਨਿਯਮ ਨਾ ਕੰਮ ਕਰਦਾ ਹੋਵੇ, ਉਹ ਕਰਕੇ ਲੋਕਾਂ ਦੀ ਹਾਜ਼ਰੀ 'ਚ ਜੇ ਉਹ ਕਰਕੇ ਦਿਖਾ ਦਿੰਦਾ ਤਾਂ ਅਸੀਂ 5 ਲੱਖ ਰੁਪਇਆ ਨਗਦ ਇਨਾਮ ਦੇਵਾਂਗੇ। ਜਿਵੇਂ ਅਕਸਰ ਚੱਲਦਾ ਵੀ ਫਲਾਣਾ ਬਾਬਾ ਫਲਾਣਾ ਬੰਦਾ ਤਾਂ 100 ਮੀਲ ਤੋਂ ਸੱਚੀਆਂ ਗੱਲਾਂ ਦੱਸ ਦਿੰਦਾ, ਉਹਦੇ ਲਈ ਸਾਡੀ ਬੜੀ ਸੌਖੀ ਜੀ ਸ਼ਰਤ ਹੈ, ਉਹ ਕੋਈ ਵੀ ਸਾਡਾ ਜਿਹੜਾ ਇਸ ਵੇਲੇ ਸਰੋਤਾ ਸੁਣ ਰਿਹਾ, ਦਰਸ਼ਕ ਦੇਖ ਰਿਹਾ, ਉਹ ਕਰ ਸਕਦਾ ਹਰੇਕ ਥਾਂ ਇਹ ਟੈਸਟ ਦਾ, ਜਾਨੀ ਜਿਹਦੇ ਲੱਗਦਾ ਹੀ ਕੁਛ ਨਹੀਂ, ਜੇਬ 'ਚੋਂ ਨੋਟ ਕੱਢੋ ਵੱਡੇ ਤੋਂ ਵੱਡਾ, ਬਿਨਾਂ ਕਿਸੇ ਨੂੰ ਦਿਖਾਇਆ ਮੁੱਠੀ 'ਚ ਫੜ ਲਓ ਤੇ ਉਹਨੂੰ ਕਹੋ ਵੀ ਇਹਦਾ ਲੜੀ ਨੰਬਰ ਦੱਸਣਾ, ਬਸ ਇੰਨਾ ਹੀ ਕੰਮ ਕਰਨਾ। ਮੁੱਠੀ ਵੀ ਕੋਲੇ ਆ, ਮੰਨ ਲਓ 1 ਫੁੱਟ 2 ਫੁੱਟ, ਭਾਵੇਂ ਜੇ ਉਹ ਕਹੇ ਵੀ ਮੇਰੀ ਅੱਖਾਂ ਦੇ ਨਾਲ ਲਾ ਦੇ ਤਾਂ ਵੀ ਲਾ ਦਿਓ। ਜਾਨੀ ਇਹ ਕੋਈ ਦੱਸ ਨਹੀਂ ਸਕਦਾ, ਅੱਜ ਤੱਕ ਦੱਸ ਹੀ ਨਹੀਂ ਸਕਿਆ। ਫਿਰ ਦੂਜੀ ਸ਼ਰਤ ਆ, ਕਈ ਵਾਰੀ ਕਹਿੰਦਾ ਜੀ ਉਹ ਫਲਾਣਾ ਤਾਂ ਅੱਗ ਬੰਨ੍ਹ ਲੈਂਦਾ। ਸਾਡੀ ਸ਼ਰਤ ਹੈ ਕਿ ਸਾਡੀ ਬਾਲੀ ਹੋਈ ਅੱਗ ਦੇ ਉੱਤੇ ਕੋਈ ਵਿਅਕਤੀ ਅੱਧੇ ਮਿੰਟ ਲਈ ਸਿਰਫ ਖੜ ਜੇ ਤੇ ਉਹ ਮੱਚੇ ਨਾ, ਪਰ ਅੱਗ ਦੇ ਕੋਲਿਆਂ ਤੇ ਤੁਰਨਾ, ਅੱਗ ਦਾ ਕੋਲਾ ਚੱਕ ਕੇ ਰੱਖ ਦੇਣਾ, ਅੱਗ ਦੀਆਂ ਧੂਈਆਂ ਦੇ ਵਿੱਚ ਬੈਠਣਾ, ਇਹ ਕੁਛ ਟ੍ਰਿਕ ਨੇਗੇ, ਇਹ ਕੀਤੇ ਜਾ ਸਕਦੇ ਆ, ਸਾਡੀ ਸੁਸਾਇਟੀ ਵੀ ਕਰਦੀ ਹੈ। ਹੁਣ ਕੋਈ ਬੰਦਾ ਇਹ ਕਹਿੰਦਾ ਜੀ ਉਹ ਹਵਾ 'ਚ ਉੱਡ ਲੈਂਦਾ, ਸੁਸਾਇਟੀ ਦੀ ਸ਼ਰਤ ਆ ਕਿ ਧਰਤੀ ਤੋਂ 9 ਇੰਚ ਉੱਚਾ ਕੋਈ ਬੰਦਾ ਹਵਾ ਇਸ ਤਰ੍ਹਾਂ ਉੱਡ ਲੇ। ਸੁਸਾਇਟੀ ਦੀ ਸ਼ਰਤ ਹੈ ਕਿ ਕੋਈ ਬੰਦਾ ਪਾਣੀ ਤੇ ਚੱਲ ਸਕੇ। ਉਹਦਾ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਵੀ ਉਹ ਤੁਰਿਆ ਜਾਂਦਾ ਜੀ। ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀ ਵੀ 1 ਕੁਇੰਟਲ 30 ਕਿਲੋ ਦਾ ਨੌਜਵਾਨ ਇੱਕ ਪਾਣੀ ਤੇ ਲੇਟ ਜਾਂਦਾ, ਪਿਆ ਪਿਆ ਹੀ ਰੋਟੀ ਖਾ ਲੈਂਦਾ, ਚਾਹ ਪੀ ਲੈਂਦਾ, 12-12 ਘੰਟੇ ਪਿਆ ਰਹਿੰਦਾ। ਇਹਦੇ ਪਿੱਛੇ ਪੂਰੇ ਦੇ ਪੂਰੇ ਵਿਗਿਆਨਕ ਕਾਰਨ ਅਸੀਂ ਸਮੇਂ-ਸਮੇਂ ਤੇ ਉਹ ਕਮੈਂਟ ਵੀ ਦਿੰਦੇ ਰਹਿੰਦੇ ਜਿਹੜੀਆਂ ਵੀਡੀਓ ਆਉਂਦੀਆਂ। ਜਾਣੀ ਸਾਡੀ ਸ਼ਰਤ ਇਹ ਹੈ ਕੋਈ ਬੰਦਾ ਪਾਣੀ ਤੇ ਤੁਰ ਸਕੇ। ਅਗਲੀ ਸ਼ਰਤ ਵੀ ਕੋਈ ਬੰਦਾ ਕਿਸੇ ਦੇ ਮਨ ਦੀ ਗੱਲ ਦੱਸ ਸਕੇ। ਇਹ ਨਹੀਂ ਵੀ ਗੋਲ ਮੋਲ ਕਰਨੀ ਹੈ, ਮਨ ਦੀ ਗੱਲ ਉਹ ਬੰਦੇ ਨੇ ਲਿਖ ਕੇ ਜੇਬ 'ਚ ਪਾਈ ਹੋਈ ਆ, ਉਹ ਦੱਸ ਦੇ ਵੀ ਤੇਰੀ ਜੇਬ 'ਚ ਲਿਖ ਕੇ ਆ ਪਾਇਆ, ਇਹੀ ਤੇਰੇ ਮਨ 'ਚ ਹੈ। ਕੋਈ ਜੋਤਸ਼ੀ ਤਾਂਤਰਿਕ ਜੋ ਵੀ ਹੱਥ ਦੇਖਣ ਦਾ ਕੰਮ ਕਰਦੇ ਆ, ਹੱਥ ਦੀਆਂ ਲਕੀਰਾਂ ਦੇਖ ਕੇ ਕੋਈ ਵੀ ਬੰਦੇ ਦੀ ਜ਼ਿੰਦਗੀ ਨਾਲ ਸੰਬੰਧਿਤ ਗੱਲਾਂ ਦੱਸ ਸਕੇ। ਜਾਂ ਮੋਟੇ ਤੌਰ ਤੇ ਚੈਲੰਜ ਦੇ ਰੂਪ 'ਚ ਕੀ ਆ ਸਾਡਾ, ਜਿਵੇਂ ਸਿੱਧਾ ਨਿਰਣਾ ਕਰਨਾ ਹੋਵੇ ਵੀ ਅਸੀਂ 10 ਬੰਦਿਆਂ ਦੇ ਹੱਥਾਂ ਦੇ ਚਿੱਤਰ ਦੇ ਦਾਂਗੇ ਰੰਗੀਨ, ਉਹ ਬੰਦਾ ਦੇਖ ਕੇ ਚਿੱਤਰ ਵੀ ਦਿੱਤੇ ਜਾ ਸਕਦੇ ਆ, ਬੰਦਿਆਂ ਦੇ ਨਕਾਬ ਬੁਰਕਾ ਪਾ ਕੇ ਢੱਕ ਕੇ ਉਹਨਾਂ ਦੇ ਹੱਥ ਨੰਗੇ ਵੀ ਕੀਤੇ ਜਾ ਸਕਦੇ ਆ। ਉਹ ਬੰਦਾ ਇੰਨਾ ਹੀ ਦੱਸ ਦੇ ਵੀ ਇਹ ਜਿਹੜੇ ਹੱਥ ਨੇ ਇਹ 'ਚੋਂ ਕਿੰਨੇ ਮਰਦਾਂ ਦੇ ਆ, ਕਿੰਨੇ ਔਰਤਾਂ ਦੇ ਆ, ਤੇ ਵਿੱਚ ਕੋਈ ਖੁਸਰੇ ਦਾ ਵੀ ਹੈ। ਕੋਈ ਬੰਦਾ ਇਹ ਦੱਸ ਦੇ ਵੀ ਇਹ ਜਿਹੜੇ ਹੱਥ ਨੇ, ਇਹ ਹੱਥਾਂ ਦੇ ਚਿੱਤਰ ਨੇ, ਇਹਨਾਂ 'ਚੋਂ ਕਿੰਨੇ ਜਿਉਂਦੇ ਆ, ਕਿੰਨੇ ਮਰ ਗਏ।
ਕਿੰਨੇ ਇਹਨਾਂ ਚੋਂ ਵਿਆਹੇ ਆ, ਕਿੰਨੇ ਕੁਆਰੇ ਆ, ਕਿਉਂਕਿ ਉਹ ਕਹਿੰਦੇ ਆ ਨਾ ਵਿਆਹ ਦੀ ਰੇਖਾ ਇੱਥੇ। ਹਾਂਜੀ। ਕਿੰਨਿਆਂ ਕੋਲੇ ਇਹਨਾਂ ਕੋਲੇ ਸਰਕਾਰੀ ਨੌਕਰੀ ਆ, ਕਿੰਨੇ ਬੇਰੁਜ਼ਗਾਰ ਆ, ਹਾਂਜੀ। ਕਿੰਨੇ ਭਾਰਤ ਦੀ ਧਰਤੀ ਤੇ ਪੰਜਾਬ 'ਚ ਰਹਿੰਦੇ ਆ ਤੇ ਕਿੰਨੇ ਵਿਦੇਸ਼ ਚਲੇ ਗਏ। ਕਹਿੰਦੇ ਵਿਦੇਸ਼ ਯਾਤਰਾ ਵੀ ਇੱਥੇ ਹੀ ਹੁੰਦੀ ਹੈ। ਹਾਂਜੀ ਹਾਂਜੀ। ਕੋਈ ਇਹਨਾਂ ਸੌਖੇ ਗੱਲਾਂ ਦੇ ਜੇ ਅਗਰ ਕੋਈ ਜਵਾਬ ਦੇ ਦਿੰਦਾ ਤਾਂ ਉਹ ਸੁਸਾਇਟੀ ਦਾ 5 ਲੱਖ ਦਾ ਇਨਾਮ ਜਿੱਤ ਸਕਦਾ। ਇੱਕ ਸ਼ਰਤ ਅਸੀਂ 2-3 ਸਾਲਾਂ ਤੋਂ ਹੋਰ ਐਡ ਕੀਤੀ ਹੈ। ਹਾਂਜੀ। ਉਹ 2-3 ਸਾਲਾਂ ਤੋਂ ਕੀ ਚੱਲਿਆ ਕਿ ਜੂਨ ਦੀਆਂ ਛੁੱਟੀਆਂ 'ਚ ਕੁਝ ਗਰੋਹ ਪੜ੍ਹੇ ਲਿਖੇ ਇਹੋ ਜਿਹੇ ਪੈਦਾ ਹੋ ਗਏ, ਉਹ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਤੱਕ। ਕਿਉਂ ਕੀ ਕਹਿੰਦੇ ਆ, ਉਹ ਕਹਿੰਦੇ ਜੀ ਅਸੀਂ ਇੱਕ ਬੱਚੇ ਨੂੰ 5 ਦਿਨਾਂ ਦੀ, ਕੋਈ 7 ਦਿਨਾਂ ਦੀ ਕਹਿੰਦਾ ਟ੍ਰੇਨਿੰਗ ਦਿੰਦੇ ਆ, ਕੈਂਪ ਲਾਉਨੇ ਆ, ਉਹਦੀ ਫੀਸ ਲੈਂਦੇ ਆ ਉਹ 12 ਤੋਂ 15,000 ਵੀ ਬੱਚੇ ਨੂੰ ਅਸੀਂ ਇੰਨਾ ਟ੍ਰੇਨਡ ਕਰਦੇ ਨੇ, ਇਹਨੂੰ ਬ੍ਰੇਨ ਪੀਡੀਆ ਐਕਟੀਵੇਟ ਕਹਿ ਦਿੰਦੇ ਆ, ਮਿਡ ਬ੍ਰੇਨ ਐਕਟੀਵੇਸ਼ਨ ਕਹਿ ਦਿੰਦੇ ਆ ਵੀ ਅਸੀਂ ਬੱਚੇ ਦੀ ਕੋਈ ਤੀਜੀ ਗਿਆਨ ਇੰਦਰੀ ਆ ਜਿਹੜੀ ਉਹਨੂੰ ਅਸੀਂ ਕਹਿ ਲਓ ਜਗਾ ਦਿੰਦੇ ਆ। ਬੱਚਾ ਅੱਖਾਂ ਤੇ ਪੱਟੀ ਬੰਨ੍ਹ ਕੇ ਬਿਨਾਂ ਦੇਖੇ ਸੁੰਘ ਕੇ ਪੜ੍ਹਨ ਲੱਗ ਜਾਂਦਾ। ਸੋ ਇਸ ਗੱਲ ਨੂੰ ਵੀ ਅਸੀਂ ਉਹ ਸ਼ਰਤਾਂ ਦੇ ਵਿੱਚ ਪਾਇਆ ਵੀ ਕੋਈ ਵੀ ਜਿਹੀ ਗੱਲ, ਜੇ ਕੁੱਲ ਮਿਲਾ ਕੇ ਇਹ ਜਿਹੜੀ ਸ਼ਰਤਾਂ ਨੇ, ਕੋਈ ਵੀ ਜਿਹੀ ਗੱਲ ਕੋਈ ਕਰਕੇ ਦਿਖਾ ਦੇ ਜਿਹਦੇ ਪਿੱਛੇ ਵਿਗਿਆਨ ਜਾਂ ਕੁਦਰਤ ਦਾ ਨਿਯਮ ਨਾ ਕੰਮ ਕਰਦਾ ਹੋਵੇ ਤੇ ਉਹ ਕਵੇ ਕਿ ਮੈਂ ਇਹ ਗੱਲ ਜਾਦੂ, ਮੰਤਰ, ਇਲਮ, ਗੈਬੀ ਸ਼ਕਤੀ, ਦੇਵੀ ਦੇਵਤੇ ਦੀ ਸਹਾਇਤਾ ਦੇ ਨਾਲ ਮੈਂ ਇਹ ਕਰ ਸਕਦਾ। ਜੀ ਜੀ। ਤੇ ਗੱਲ ਕਰੀਏ ਫਿਰ ਇੱਥੇ ਘਾਟ ਕੋਈ ਨਹੀਂ ਜੀ, ਕਿਉਂਕਿ ਚੈਨਲਾਂ ਤੇ ਵੀ ਐਡ ਆਉਂਦੀ ਹੈ ਜੀ, ਇਹ ਸੌਕਣ ਤੋਂ ਛੁਟਕਾਰਾ ਜੀ, ਵਿਦੇਸ਼ ਯਾਤਰਾ ਜੀ, ਤੇ ਲਵ ਮੈਰਿਜ ਜੀ, ਤੇ ਘਰ ਵਾਲੇ ਨੂੰ ਬੱਸ ਦੇ ਵਿੱਚ ਕਿਵੇਂ ਕਰਨਾ ਜੀ। ਇਹ ਟੋਲਿਆਂ ਦੇ ਵਿੱਚੋਂ ਫਿਰ ਕਿਸੇ ਨੇ ਇਸ ਚੈਲੰਜ ਨੂੰ ਹੁਣ ਤੱਕ ਕਬੂਲ ਕੀਤਾ ਜੀ? ਇਹ ਦੋ ਤਰ੍ਹਾਂ ਦੀਆਂ ਗੱਲਾਂ, ਜਿਹੜੇ ਤਾਂ ਹੁਣ ਟੀਵੀ ਤੇ, ਕਿਉਂਕਿ ਹੁਣ ਆਇਆ ਸਾਰਾ ਕੁਝ ਪਿਛਲੇ 10-15 ਸਾਲਾਂ ਦੇ ਵਿੱਚ। ਹਾਂਜੀ। ਤੁਸੀਂ ਵੀ ਜੇ ਕਿਤੇ ਉਸ ਫੋਨ ਤੇ, ਜਿਹੜਾ ਥੱਲੇ ਫੋਨ ਆ ਰਿਹਾ, ਤੁਸੀਂ ਉਹਦੇ ਤੇ ਫੋਨ ਲਾਓਗੇ ਤੁਹਾਨੂੰ ਕੋਈ ਰਾਹ ਨਹੀਂ ਦੇਣਗੇ, ਕਿਉਂਕਿ ਅਸੀਂ ਫੋਨ ਲਾ ਕੇ ਕੋਸ਼ਿਸ਼ਾਂ ਕਰਦੇ ਰਹਿੰਦੇ ਹਾਂ। ਜਿਹੜੇ ਉਹਨਾਂ ਨੂੰ ਫੋਨ ਲਾਏ ਜਾਂਦੇ ਆ ਉਹ ਉਹਨਾਂ ਦੇ ਪੇਡ ਵਰਕਰ ਜਾਂ ਉਹਨਾਂ ਦੇ ਏਜੰਟ ਹੁੰਦੇ ਆ, ਉਹੀ ਫਿਰ ਉੱਥੇ ਬੱਲੇ ਬੱਲੇ ਕਰਦੇ ਆ, ਹਾਂਜੀ ਮੇਰੀ ਠੀਕ ਹੋ ਗਿਆ, ਹੋਰ ਹੋ ਗਿਆ। ਇਹੋ ਜਿਹਾ ਕੁਛ ਆਪਾਂ ਨਿਰਮਲ ਬਾਬੇ ਦੇ ਸੰਬੰਧ 'ਚ ਵੀ ਦੇਖਿਆ, ਉਹ ਜਿਹੜਾ ਚਟਣੀਆਂ ਚੁਟਣੀਆਂ ਹਰੀਆਂ ਲਾਲ ਚਟਣੀਆਂ ਦਿੰਦਾ ਵੀ ਆਪਣੀ ਚੇਲੇ ਏਜੰਟ ਹੁੰਦੇ ਆ, ਉਹ ਉੱਥੇ ਉਹ ਮਹਿਮਾ ਕਰਦੇ ਆ ਤਾਂ ਕਿ ਉਹ ਚੈਨਲ ਨੂੰ ਦੇਖਣ ਵਾਲੇ ਸਾਰਿਆਂ ਦੇ ਉੱਤੇ ਉਹਦਾ ਅਸਰ ਪਵੇ। ਇੱਕ ਤਾਂ ਇਹ ਸਿਸਟਮ ਹੈ ਚੈਨਲ ਵਾਲਾ। ਇੱਕ ਜਿਹੜੇ ਪਿੰਡਾਂ 'ਚ ਬੈਠੇ ਹੁੰਦੇ ਆ ਵੀ ਉਹ ਕੋਈ ਕਹਿੰਦਾ ਵੀ ਫਲਾਣਾ ਬਾਬਾ ਉਹ ਤਾਂ ਮੰਤਰ ਮਾਰ ਕੇ ਭਸਮ ਕਰ ਦਿੰਦਾ, ਫਲਾਣਾ ਬਾਬਾ ਜੀ ਉਹ ਤਾਂ ਆਪਦੇ ਮੰਤਰ ਨਾਲ ਜੰਤਰ ਨਾਲ ਆਹ ਕਰ ਦਿੰਦਾ। ਸੋ ਉਹ ਜਦੋਂ ਚੱਲਦੇ ਆ, ਅਸੀਂ ਇਹ ਵੇਖਿਆ ਕਿ ਇਹਨਾਂ ਜਦੋਂ ਇਹ ਚੀਜ਼ਾਂ ਚੱਲਦੀਆਂ ਤਾਂ ਉਹ ਬਾਬੇ ਨੂੰ ਖੁਦ ਨੂੰ ਤਾਂ ਪਤਾ ਹੁੰਦਾ ਵੀ ਮੇਰੇ ਕੋਲੇ ਕੁਝ ਨਹੀਂ। ਖੁਦ ਦੇ ਸ਼ਰਤ ਲਾਉਣ ਵਾਲੀ ਜਿਹੜੀ ਗੱਲ ਆ ਉਹ 1-2 ਕੇਸਾਂ 'ਚ ਹੀ ਹੋਇਆ ਵੀ ਉਹਨੇ ਆਪ ਸ਼ਰਤ ਲਾਈ ਹੋਵੇ, ਨਹੀਂ ਸ਼ਰਤ ਚੇਲੇ ਲਾਉਂਦੇ ਰਹੇ ਜੀ। ਸਭ ਤੋਂ ਪਹਿਲੀ ਸ਼ਰਤ ਜਿਹੜੀ ਚੁਣੌਤੀ ਸੀਗੀ ਉਹ ਲੱਗੀ ਮਹਿਲਾਂ ਚੌਂਕ ਦੀ। ਉੱਥੇ ਖੇਤਾਂ 'ਚ ਇੱਕ ਖੇਤ 'ਚ ਆਪਦੇ ਜੀ ਡੇਰਾ ਪਾਈ ਸੀ, ਸ਼ਾਇਦ ਉਹਦਾ ਨਾਮ ਬੰਤਮਾਨ ਜਾਂ ਕੋਈ ਇਦਾਂ ਦਾ ਸੀ ਬਾਬਾ, ਮੇਰੇ ਹੁਣ ਪੂਰਾ ਨਹੀਂ ਯਾਦ। 1986 ਦੀ ਗੱਲ ਹੈ। ਉਹਦੀ ਸ਼ਰਤ ਸੀਗੀ ਉਹਦੇ ਨਾਲ ਲੱਗੀ, ਜੋ ਰਿਟਨ ਹੋਇਆ ਕਿ ਮੇਰੇ ਸਾਹਮਣੇ ਕੋਈ ਬੰਦਾ ਬਹਾ ਦਿਓ, ਪਹਿਲਾਂ ਲਿਖਤ ਇਹ ਹੋਈ, ਕੋਈ ਬੰਦਾ ਬਹਾ ਦਿਓ, ਮੈਂ ਮੰਤਰ ਮਾਰੂੰ ਉਹਦੀ ਮੌਤ ਹੋ ਜੂ। ਇਹ ਸਾਡੀ ਸ਼ਰਤ ਸੀ ਵੀ ਅਸੀਂ ਤੈਨੂੰ ਟੱਚ ਨਹੀਂ ਕਰਨ ਦੇਣਾ, ਅਸੀਂ ਕੋਈ ਚੀਜ਼ ਖਵਾਉਣ ਨਹੀਂ ਜਾਂ ਖਾਣੀ ਨਹੀਂ ਹੈ। ਹਾਂਜੀ। ਉਹ ਜਿਉਂ-ਜਿਉਂ ਦਿਨ ਨੇੜੇ ਆਉਂਦੇ ਗਏ ਉਹ ਥੋੜਾ ਹਿਲਦਾ ਗਿਆ, ਕਿਉਂਕਿ ਉਹ ਆਪ ਸੀ। ਫਿਰ ਉਹਨੂੰ ਐਂ ਲੱਗਿਆ ਵੀ ਇਹ ਤਾਂ ਡਰਦੇ ਨਹੀਂ, ਕਹਿੰਦਾ ਵੀ ਮੈਂ ਤਾਂ ਇਹ ਆਪਦੀ ਜਿਹੜੀ ਸ਼ਕਤੀ ਆ ਸਾਡੇ ਪਿੰਡ ਦਾ ਕੋਈ ਬੰਦਾ ਬਹਾਓ। ਉੱਥੋਂ ਦੇ 2 ਭਰਾ ਦਲਜੀਤ ਸਿੰਘ ਤੇ ਸੁਖਜੀਤ ਸਿੰਘ, ਸੁਖਜੀਤ ਕਾਕਾ ਕਹਿੰਦੇ ਆ ਉਹਨੂੰ, ਅੱਜ ਕੱਲ ਹੁਣ ਵੀ ਮਿਲਦਾ ਹੈ, ਕਿਸਾਨਾਂ ਦੇ ਧਰਨਿਆਂ ਤੇ ਇਕੱਠੇ ਹੋ ਜਾਂਦੇ ਆ। ਤਾਂ ਸੁਖਜੀਤ ਸਿੰਘ ਨੇ ਫਿਰ ਆਪਦੇ ਆਪ ਨੂੰ ਪੇਸ਼ ਕਰਤਾ ਵੀ ਠੀਕ ਆ ਮੈਂ ਬੈਠੂ ਭਾਈ। ਉਹਨੂੰ ਵੀ ਐ ਸੀ ਵੀ ਪਿੰਡ ਵਾਲਾ ਮੇਰੇ ਤੋਂ ਡਰ ਜੂ। ਮਿਥੇ ਜੋ ਡੇਟ ਤਰੀਕ ਸਮਾਂ ਮਿਥਾ ਸੀ, ਬਹੁਤ ਇਕੱਠ ਹੋਇਆ ਕਿਉਂਕਿ ਪਹਿਲਾ ਚੈਲੰਜ ਸੀ, ਅਖਬਾਰਾਂ ਦੀਆਂ ਖਬਰਾਂ ਸੀ, ਸੋਸ਼ਲ ਮੀਡੀਆ ਤਾਂ ਹੈ ਨਹੀਂ ਸੀ। ਬਹੁਤ ਇਕੱਠ ਹੋਇਆ। ਉਹ ਉੱਥੇ ਸਕੂਲ ਦੇ ਵਿੱਚ ਰੱਖਿਆ ਗਿਆ ਸੀ। ਉਹਨੇ 1000 ਰੁਪਏ ਸਿਕਿਉਰਿਟੀ ਜਮ੍ਹਾਂ ਕਰਾਈ ਸੀ ਪੰਚਾਇਤ ਦੇ ਜਰੀਏ, ਤੇ ਇਧਰੋਂ ਆਪਾਂ ਨੇ 10,000 ਕੈਸ਼ ਦੇਣਾ ਸੀ। ਉਹ ਆਇਆ ਨਹੀਂ ਉੱਥੇ। 1000 ਰੁਪਏ ਜਦੋਂ ਟਾਈਮ ਹੋ ਗਿਆ ਸਾਰੀ ਗੱਲਬਾਤ ਨਿਬੜ ਗਈ, ਇਕੱਠ ਬਹੁਤ ਜ਼ਿਆਦਾ ਹੋ ਗਿਆ ਸੀ ਤੇ ਲੋਕਾਂ ਨੂੰ ਇਹ ਲੱਗਿਆ ਵੀ ਯਾਰ ਫਿਰ ਉਹ ਆਇਆ ਨਹੀਂ, ਅਸੀਂ ਇੰਨੀ ਦੂਰੋਂ ਆਏ ਆ, ਸਾਡੀ ਭਕਾਈ ਉਹਨੇ ਕਿਉਂ ਕਰਾਈ ਹੈ, ਚਲੋ ਉਹਦੇ ਡੇਰੇ ਚੱਲੋ। ਫਿਰ ਸਾਨੂੰ ਵੀ ਪਤਾ ਵੀ ਲੋਕ ਉਹਦੇ ਡੇਰੇ ਨੂੰ ਭੱਜ ਲਏ। ਸਾਨੂੰ ਵੀ ਇਹ ਸੀ ਵੀ ਯਾਰ ਗੱਲ ਗਲਤ ਹੋ ਸਕਦੀ ਹੈ, ਅੱਕੇ ਹੋਏ ਲੋਕ ਆ, ਦੁਖੀ ਹੋਇਆ, ਕਿਉਂਕਿ ਅਸੀਂ ਤਾਂ ਇੱਕ ਢੰਗ ਨਾਲ ਨਿਯਮਾਂ ਨਾਲ ਚੱਲਣਾ ਹੁੰਦਾ। ਤੇ ਅਸੀਂ ਫਿਰ ਜਦੋਂ ਆਪਦੇ ਵਾਲੀ ਟਰਾਲੀ ਅਸੀਂ ਵੀ ਜੋੜ ਲਈ ਮਗਰੀ ਜਨਤਾ ਦੇ, ਉਹਦੇ 'ਚ ਸਪੀਕਰ ਵੀ ਲੱਗਿਆ ਹੋਇਆ ਸੀਗਾ। ਅਸੀਂ ਫਿਰ ਜਦੋਂ ਲਾਈ ਮਗਰ, ਚੰਗੀ ਗੱਲ ਉਹ ਚੇਨੀ ਕੀ ਵਾਪਰ ਗਈ, ਜਦੋਂ ਬਾਬੇ ਨੂੰ ਲੱਗਿਆ ਕਿ ਭਾਈ ਭੀੜ ਤਾਂ ਆ ਗਈ, ਲੋਕ ਤਾਂ ਇਕੱਠੇ ਹੋ ਕੇ ਆ ਗਏ, ਤੇ ਉਹ ਪਹੁੰਚਣ ਤੋਂ ਪਹਿਲਾਂ ਹੀ ਤੇ ਫਿਰ ਲੋਕਾਂ ਨੂੰ ਐਂ ਦੱਸਿਆ ਵੀ ਉਹ ਜਾਂਦਾ ਓਏ, ਉਹ ਜਾਂਦਾ। ਫਿਰ ਅਸੀਂ ਉੱਥੇ ਸਟੇਜ ਲਾ ਕੇ ਸਾਰੀਆਂ ਗੱਲਾਂ ਬਾਤਾਂ ਲੋਕਾਂ ਨੂੰ ਸਮਝਾਈਆਂ ਜੀ।
ਇੱਕ ਕੋਈ ਮਾਈ ਹੁੰਦੀ ਸੀ, ਕਿਉਂਕਿ ਬਾਬੇ ਦੋਨੇ ਰੂਪ ਚੱਲਦੇ ਆ, ਮਾਈਆਂ ਵੀ ਕਹਿ ਲਓ ਉਹੋ ਜਿਹਾ ਕੰਮ ਕਰੀ ਜਾਂਦੀਆਂ ਤੇ ਬੰਦੇ ਵੀ ਕਰੀ ਜਾਂਦੇ ਆ। ਉਹ ਸੀਗੀ ਢਿੰਗੜ ਪਿੰਡ ਤਲਵੰਡੀ ਸਾਬੋ ਕੋਲੇ। ਹਾਂਜੀ। ਉਹਦੀ ਸ਼ਰਤ ਇਹ ਸੀ ਵੀ ਤੁਸੀਂ ਆਪਦੀ ਮਰਜ਼ੀ ਦਾ ਜੰਦਾ ਲਿਆਓ ਤੇ ਉਹਨੂੰ ਜੰਦਾ ਲਾ ਕੇ ਚਾਬੀ ਤੁਸੀਂ ਆਪਦੀ ਜੇਬ 'ਚ ਪਾ ਲਓ ਤੇ ਸਾਹਮਣੇ ਰੱਖ ਦਿਓ ਵੀ ਮੈਂ ਮੰਤਰ ਮਾਰੂ ਤੇ ਕੜਕ ਦੇ ਖੁੱਲ ਜੂ। ਆਪਾਂ ਨੂੰ ਪਤਾ ਕਿ ਵਿਗਿਆਨ ਇਹ ਕਹਿੰਦਾ ਨਹੀਂ ਖੁੱਲ ਸਕਦਾ। ਹਾਂ, ਮੈਨੇਜ ਕੀਤਾ ਹੋਇਆ। ਅੱਜ ਕੱਲ ਤਾਂ ਰਿਮੋਟ ਨਾਲ ਕੁਝ ਵੀ ਖੁੱਲ ਸਕਦਾ। ਉਦੋਂ ਗੱਲ ਵੀ ਪੁਰਾਣੀ ਆ, ਉਦੋਂ ਨਹੀਂ ਸੀ, ਪਰ ਇਹ ਹੋ ਨਹੀਂ ਸਕਦਾ ਵੀ ਆਪਣਾ ਜਿੰਦਾ ਲਾਇਆ, ਕਿਉਂਕਿ ਉਹ ਤਾਂ ਉਹ ਖੁੱਲੂਗਾ ਰਿਮੋਟ ਨਾਲ ਜਿਹਦੇ ਰਿਮੋਟ ਸਿਸਟਮ ਹੋਊ। ਤੇ ਅਸੀਂ ਗਏ ਉੱਥੇ, ਸਿਕਿਉਰਿਟੀ ਜਮ੍ਹਾਂ ਹੋਈ ਤੇ ਉਹਨੇ ਪੂਰਾ ਆਪਦਾ ਜੋ ਢਿੱਮ ਢਾਣਾ ਉਹਦਾ ਸੀਗਾ ਉਹਨੇ ਕੀਤਾ ਤੇ ਜਿੰਦੇ ਨਹੀਂ ਸੀ ਖੁੱਲਣਾ, ਟਾਈਮ ਰੱਖਿਆ ਸੀ ਜਿੰਨਾ। ਤੇ ਉਸ ਤੋਂ ਬਾਅਦ ਉਹ ਨਹੀਂ ਹੋਇਆ ਤੇ ਉਹਦੀ ਪੰਚਾਇਤ ਨੇ ਡਿਕਲੇਅਰ ਕਰਤਾ ਵੀ ਭਈ ਇਹਨੇ ਜਿਹੜਾ 1000 ਰੁਪਏ ਸਿਕਿਉਰਿਟੀ ਜਮ੍ਹਾਂ ਕਰਾਈ ਸੀ ਇਹਦਾ ਜ਼ਬਤ ਕੀਤਾ ਜਾਂਦਾ। ਅਸੀਂ ਤਰਕਸ਼ੀਲ ਸੁਸਾਇਟੀ ਵੱਲੋਂ 1000 ਰੁਪਏ ਫਿਰ ਪੰਚਾਇਤ ਨੂੰ ਹੀ ਦੇ ਆਏ ਸੀ ਵੀ ਇਹਨੂੰ ਜੀ ਤੁਸੀਂ ਸਾਂਝੇ ਕਿਸੇ ਕੰਮ ਤੇ ਲਾ ਦਿਓ। ਸਾਡਾ ਮਕਸਦ ਕੋਈ ਪੈਸੇ ਇਕੱਠੇ ਕਰਨਾ ਨਹੀਂ ਹੈ, ਸਾਡਾ ਮਕਸਦ ਆ ਜਿਹਨੇ ਇਕੱਠੇ ਹੋਏ ਉਹਨਾਂ ਨੂੰ ਗਿਆਨ ਦੇਣਾ, ਲੋਕਾਂ ਨੂੰ ਅੰਧ ਵਿਸ਼ਵਾਸ ਦੇ ਵਿੱਚੋਂ ਕੱਢਣਾ ਹੀ ਆ। ਫਿਰ ਇੱਕ ਜਿਹੜਾ ਚੈਲੰਜ ਹੋਇਆ, ਆਪਾਂ ਕਹਿ ਲਈਏ ਕਿ ਉਹ ਸਾਡੇ ਬਰਨਾਲੇ ਜ਼ਿਲ੍ਹੇ 'ਚ ਕੀ ਹੈ, ਢਿਲਮਾ ਪਿੰਡ ਪੈਂਦਾ, ਤਪੇ ਦੇ ਲਾਗੇ ਆ। ਉਹਦੀ ਸ਼ਰਤ ਵੀ ਇਹਦੇ ਵਰਗੀ ਸੀ। ਉਹਦਾ ਇਹ ਸੀ ਵੀ ਕੱਪੜੇ ਨੂੰ ਕਹਿ ਲਓ, ਦੁਪੱਟੇ ਨੂੰ, ਪਰਨੇ ਨੂੰ ਵੀ ਗੰਢਾਂ ਦੇ ਕੇ ਮੇਰੇ ਸਾਹਮਣੇ ਰੱਖ ਦੋ ਤੇ ਮੰਤਰ ਮਾਰੂ ਮੈਂ ਖੋਲ ਦੂੰ। ਆ ਗਿਆ, ਬੈਠੇ, ਸਾਰੀ ਸਟੇਜ ਲੱਗ ਗਈ, ਟਾਈਮ ਦਿੱਤਾ, ਥੋੜੀ ਜਿਹੀ ਉਹਦੀ ਸ਼ਰਾਬ ਪੀਤੀ ਹੋਈ ਸੀ ਤੇ ਉਹਨੇ ਆਪਦੇ ਮੰਤਰ ਵੀ ਮਾਰੇ। ਸਾਹਮਣੇ ਟੇਬਲ ਤੇ ਦੁਪੱਟਾ ਬੰਨ੍ਹ ਕੇ ਰੱਖਿਆ ਹੋਇਆ ਸੀਗਾ ਗੰਢਾਂ ਦੇ ਕੇ, ਉਹ ਆਪਦਾ ਕੜਾ ਜਿਹਾ ਲਾ ਲਿਆ ਕਰੇ, ਇਦਾਂ ਟੱਚ ਕਰੀ ਜਾਵੇ ਉਹਨੂੰ, ਉਹਨੇ ਨਹੀਂ ਖੁੱਲਣਾ। ਆਪਾਂ ਨੂੰ ਪਤਾ, ਦੇਖ ਸਕਦੇ ਵੀ ਕਿਉਂ ਖੁੱਲੂਗਾ, ਕਿਵੇਂ ਖੁੱਲੂਗਾ, ਫੋਰਸ ਲਾਏ ਤੋਂ ਬਿਨਾ, ਕੋਈ ਬਲ ਲਾਏ ਤੋਂ ਬਿਨਾ ਨਾ ਗੰਢ ਦਿੱਤੀ ਜਾ ਸਕਦੀ ਹੈ ਨਾ ਖੋਲੀ ਜਾ ਸਕਦੀ। ਜਦੋਂ ਘੰਟਾ ਡੇਢ ਘੰਟਾ ਉਹਨੂੰ ਖੁੱਲਾ ਟਾਈਮ ਦਿੱਤਾ, ਕਿਉਂਕਿ ਸਾਨੂੰ ਇਹ ਸੀ ਜਿਵੇਂ ਕਹਿੰਦੇ ਹੁੰਦੇ ਵੀ ਇਹ ਬੜੀਆਂ ਉਦੋਂ ਸ਼ੁਰੂਆਤੀ ਦੀਆਂ ਗੱਲਾਂ ਵੀ ਲੋਕ ਇਕੱਠੇ ਹੋਏ ਆ ਵੀ ਇਹਨੂੰ ਆਪਦਾ ਕਰੀ ਜਾਣ ਦਿਓ, ਆਪਾਂ ਲੋਕਾਂ ਨੂੰ ਸਾਰੀਆਂ ਹੀ ਗੱਲਾਂ ਦੱਸ ਦਿਓ, ਨਾਲ ਜਾਦੂ ਦੀਆਂ ਆਈਟਮਾਂ ਵੀ ਦਿਖਾਉਂਦੇ ਹੁੰਦੇ, ਜਾਣੀ ਹੁਣ ਤੱਕ ਵੀ ਉਹ ਕੰਮ ਚੱਲਦਾ ਵੀ ਲੋਕਾਂ ਨੂੰ ਜਾਦੂ ਬਾਰੇ ਵੀ ਜਿਹੜੇ ਭਰਮ ਭੁਲੇਖੇ ਆ, ਉਹ ਵੀ ਜਾਦੂ ਦੀਆਂ ਆਈਟਮਾਂ ਲਗਭਗ 200-250 ਆਈਟਮ ਜਿਹੜੀ ਜਾਦੂ ਦੀ ਤੇ ਸੁਸਾਇਟੀ ਨੇ ਹੁਣ ਤੱਕ ਕਰਕੇ ਲੋਕਾਂ ਨੂੰ ਦਿਖਾਤੀ, ਖੋਲ ਕੇ ਸਮਝਾਤੀ ਵੀ ਜਾਦੂ ਬਣਦਾ ਕਿਵੇਂ। ਚਲੋ ਐਟ ਦੀ ਐਂਡ ਕੀ ਹੋਇਆ, ਲੋਕ ਗੁੱਸੇ ਆ ਗਏ, ਉਹ ਕਹਿੰਦੇ ਵੀ ਇਹਨੇ ਸਾਡੇ ਪਿੰਡ ਦੇ ਡੇਰੇ ਦੀ ਬਦਨਾਮੀ ਕਰਾਈ। ਉਹ ਫਿਰ ਜਿਵੇਂ ਹੁੰਦਾ ਭੀੜ ਦਾ ਕੰਮ, ਭਾਈ ਥੋੜ੍ਹਿਆਂ ਜਿਹਾ ਨੇ ਭਗਾਵੀਆਂ ਚਪਲੀਆਂ ਮਾਰੀਆਂ ਸੀਗੀਆਂ, ਫਿਰ ਸਾਨੂੰ ਉਹ ਬਚਾਉਣਾ ਪਿਆ, ਬਚਾ ਕੇ ਉਹਨੂੰ ਉਹਦੇ ਡੇਰੇ ਤੱਕ ਸਹੀ ਸਲਾਮਤ ਪਹੁੰਚਾਉਣਾ ਪਿਆ ਜੀ। ਕਹਿਣ ਦਾ ਮਤਲਬ ਇਹ ਹੋਇਆ। ਜਾਂ ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜੀ ਲਾਸਟ ਸ਼ਰਤ ਵਾਲੀ ਗੱਲ ਅਸੀਂ ਹੁਣ ਪਾਈ ਹੈ, ਅੱਖਾਂ ਤੇ ਪੱਟੀ ਬੰਨ੍ਹ ਕੇ ਵਾਲੀ, ਇਹਦੇ 3-4 ਚੈਲੰਜ ਹੋ ਗਏ। ਡੱਬ ਵਾਲੀ ਹੋਇਆ, ਜੀਰੇ ਹੋਇਆ, ਜਲੰਧਰ ਇੱਕ ਟੈਸਟ ਹੋਇਆ, ਇੱਕ ਸਿੱਧਾ ਟੈਸਟ ਉਵੇਂ ਨਹੀਂ ਹੋਇਆ ਉਹ, ਪਰ ਕਿਉਂਕਿ ਪਹਿਲਾਂ ਭੱਜ ਗਏ, ਉਹ ਰਾਜਪੁਰੇ ਦੀ ਇੱਕ ਟੀਮ ਸੀ, ਉਹਨੇ ਇੱਧਰ ਅਮਲੋਹ ਵਿਖੇ ਆਪਦਾ ਜੁਗਾੜ ਫਿੱਟ ਕੀਤਾ ਸੀਗਾ। ਫਿਰ ਜਿਹੜਾ ਹੁਣ ਲਾਸਟ ਹੁਣੇ ਹੋ ਕੇ ਹਟਿਆ, ਗੁੜਾ ਪਿੰਡ ਹਰਿਆਣੇ ਦੇ ਵਿੱਚ, ਕਾਲਿਆਂ ਵਾਲੀ ਮੰਡੀ ਦੇ ਨੇੜੇ ਆਪਾਂ ਕਹਿ ਲਓ, ਤੇ ਉੱਥੇ ਸੀਗਾ। ਉੱਥੇ ਦਾ ਇਹ ਵੀ ਸੀ ਇੱਕ ਗੱਲ ਹੋਰ ਵੱਡੀ ਸੀ, ਨਹੀਂ ਤਾਂ ਹੁਣ ਤੱਕ ਇਹ ਕਹਿੰਦੇ ਸੀ ਕਿ ਬੱਚਾ ਜਿਹੜਾ ਹੁੰਦਾ ਉਹ 15 ਸਾਲ ਤੋਂ ਛੋਟਾ ਹੀ ਕਰ ਸਕਦਾ ਇਹ ਕੰਮ। ਉੱਥੇ ਬੱਚਾ +1 ਦਾ ਸਟੂਡੈਂਟ ਸੀ, ਵੱਡਾ ਸੀ, ਉਹਦੇ ਮਾਪਿਓ ਹੋਰ ਸਾਰੇ ਨਾਲ ਸੀ, ਤੇ ਉਹ ਦੱਸਿਆ ਸਾਨੂੰ ਪਤਾ ਸੀ ਕਿ ਇਹ, ਸਾਨੂੰ ਇਹ ਵੀ ਪਤਾ, ਟ੍ਰੇਨਿੰਗ ਤਾਂ ਅਸੀਂ ਵੀ ਦਿੰਦੇ ਹਾਂ, ਅਸੀਂ ਮੁਫਤ ਦਿੰਦੇ ਹਾਂ, ਪਰ ਸਾਡਾ ਇਹ ਚੈਲੰਜ ਆ ਕਿ ਗਿਆਨ ਇੰਦਰੀਆ ਜਿਹੜੀ ਦੇਖਣ ਦਾ ਕੰਮ ਆ ਉਹ ਅੱਖ ਹੀ ਕਰ ਸਕਦੀ ਹੈ। ਅੱਖ 'ਚ ਜਿਹੜੀ ਚੀਜ਼ ਦਿਸਦੀ ਨਹੀਂ ਹੈ ਉਹਦੇ ਬਾਰੇ ਪੜ੍ਹਿਆ ਨਹੀਂ ਜਾ ਸਕਦਾ। ਚਲੋ ਉਹਦੇ 'ਚੋਂ ਆਇਆ ਕਰਿਆ ਉਹ ਗੱਲ ਆਪਾਂ ਲੰਬੀ ਨਹੀਂ ਕਰਾਂਗੇ। ਤੇ ਮੋਟਾ ਜਿਹਾ ਕੀ ਹੈ ਵੀ ਸਾਡੀ ਟੈਕਨੀਕ ਤਾਂ ਸੌਖੀ ਹੈ, 2 ਤਰੀਕਿਆਂ ਨਾਲ। ਜੇ ਆਮ ਵੀ ਦਰਸ਼ਕਾਂ ਨੇ ਇਹਨਾਂ ਨੂੰ ਕੰਟਰੋਲ ਕਰਨਾ ਹੋਵੇ, ਸਾਡੇ ਕੋਲ ਜਿਹੜੇ ਸਵਿਮਿੰਗ ਵਾਲੇ ਗੋਗਲ ਹੁੰਦੇ ਨੇ ਉਹ ਇੱਥੇ ਫਿੱਟ ਹੋ ਜਾਂਦੇ ਆ, ਪੂਰੀ ਤਰ੍ਹਾਂ ਚਿਪ ਜਾਂਦੇ ਆ, ਉਹ ਆਲੇ ਦੁਆਲੇ ਦੀ ਸਪੇਸ ਨਹੀਂ ਛੱਡਦੇ, ਅੱਗੇ ਦੇਖਣ ਨੂੰ ਹੁੰਦਾ। ਉੱਥੇ ਤੁਸੀਂ ਕੁਝ ਵੀ ਲਾ ਸਕਦੇ ਹੋ, ਕਾਲਾ ਕਲਰ ਲਾ ਲਓ, ਕੋਈ ਵੀ ਚੀਜ਼ ਨਾਲ ਉਹਨੂੰ ਬੰਦ ਕਰ ਦਿਓ ਤਾਂ ਕਿ ਉਹਦੀ ਦਿਸੇ ਨਾ, ਕੋਈ ਵੀ ਅਪਾਰਦਰਸ਼ੀ ਚੀਜ਼ ਉਹ 'ਚ ਫਿੱਟ ਕਰ ਸਕਦੇ। ਤੇ ਉਹ ਜਦੋਂ ਲਾ ਦੋਗੇ, ਪੱਟੀ ਬੰਨੋ ਨਾ ਬੰਨੋ, ਉਹ ਦਿਸਣ ਨਹੀਂ ਦਿੰਦੀ। ਤੇ ਉਹ ਜਦੋਂ ਲਾਈ ਕਰੀ ਤੇ ਉਹ ਮਤਲਬ ਨਹੀਂ, ਇਹ ਤੋਂ ਵੀ ਹੋਰ ਸੌਖਾ ਅਸੀਂ ਤਾਂ ਕਹਿ ਦਿੰਦੇ ਹਾਂ ਵੀ ਇਹ ਹੋਰ ਸੌਖੇ ਤਰੀਕੇ ਨਾਲ ਵੀ ਕੀ ਹੈ ਵੀ ਇੱਕ ਗੱਤੇ ਤੇ ਕੱਟ ਲਾ ਕੇ ਇਸ ਤਰ੍ਹਾਂ ਇੱਥੇ ਲਾ ਦਿਓ ਗੱਤਾ, ਅੱਖਾਂ ਬੰਦ ਵੀ ਨਾ ਕਰਾਓ, ਪੱਟੀ ਤਾਂ ਬੰਨਣ ਦੀ ਲੋੜ ਹੀ ਨਹੀਂ, ਸੁੰਘ ਕੇ ਪੜ੍ਹਨਾ, ਥੱਲੇ ਦੀ ਸੁੰਘ ਕੇ ਪੜ੍ਹਦੇ, ਨਹੀਂ ਪੜ੍ਹ ਸਕਦਾ। ਕਹਿਣ ਦਾ ਮਤਲਬ ਇੰਨਾ ਕੀ ਆ ਵੀ ਫਿਰ ਵੀ ਇੰਨੀਆਂ ਗੱਲਾਂ ਦੇ ਬਾਵਜੂਦ ਵੀ ਜੇ ਕਿਤੇ ਸਮਾਜ 'ਚ ਕੁਛ ਚੱਲਦਾ, ਕੁਝ ਕਹਿੰਦਾ ਜੀ ਉਹ ਪਾਣੀ ਤੇ ਤੁਰਦਾ, ਹਵਾ 'ਚ ਉੱਡਦਾ, ਉਹ ਅੱਖਾਂ ਤੇ ਪੱਟੀ ਬੰਨ੍ਹ ਕੇ, ਇਹ ਇੱਕ ਟ੍ਰਿਕ ਨਹੀਂਗੇ। ਜਿਨ੍ਹਾਂ ਟ੍ਰਿਕਾਂ ਬਾਰੇ ਤਰਕਸ਼ੀਲ ਸੇਠ ਨੂੰ ਪੂਰੀ ਜਾਣਕਾਰੀ ਆ, ਅਸੀਂ ਆਪ ਵੀ ਕਰਕੇ ਉਹ ਦਿਖਾਉਂਦੇ ਰਹਿੰਦੇ ਆ। ਇਸ ਤੋਂ ਵੱਧ ਇਹ ਕੁਛ ਨਹੀਂ ਹੈ, ਬਿਲਕੁਲ ਨਹੀਂ। ਫਿਰ ਵੀ
ਸਾਡੇ ਕੋਈ ਦਰਸ਼ਕਾਂ ਨੂੰ ਇਹ ਲੱਗਦਾ ਹੋਵੇ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਕੋਈ ਇਹੋ ਜਿਹੀ ਗੱਲ ਚੱਲਦੀ ਆ, ਰੰਗ ਪੰਜਾਬ ਦੇ ਚੈਨਲ ਰਾਹੀਂ ਅਸੀਂ ਕਹਿਣਾ ਚਾਹਾਂਗੇ ਕਿ ਸਾਰੇ ਪੰਜਾਬ ਦੇ ਅੰਦਰ, ਪੰਜਾਬ ਤੋਂ ਬਾਹਰ ਵੀ ਹਰਿਆਣਾ, ਰਾਜਸਥਾਨ ਜਾਂ ਇਦੋਂ ਅੱਗੇ ਕਹਿ ਲਓ ਇੰਗਲੈਂਡ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਸਾਡੇ ਯੂਨਿਟ ਨੇ, ਸਾਡੇ ਬੰਦੇ ਨੇ। ਜੇ ਕਿਤੇ ਹੋਰ ਵੀ ਕਿਤੇ ਇਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਉਸ ਸੁਸਾਇਟੀ ਨਾਲ ਸੰਪਰਕ ਕਰ ਲੈਣ। ਅਸੀਂ ਬਿਲਕੁਲ ਉਸ ਘਟਨਾ ਦਾ ਵਿਸ਼ਲੇਸ਼ਣ ਕਰਕੇ ਉਹਦੇ ਪਿੱਛੇ ਕਰਦੇ ਕੰਮ, ਕਾਰਨ ਨੇ ਜਿਹੜੇ ਕੰਮ ਕਰਦੇ, ਉਹ ਦੱਸ ਸਕਦੇ ਆ। ਇਹ ਗੱਲ ਜ਼ਰੂਰ ਕਹਿਣਾ ਚਾਹੁੰਦੇ ਆ ਕਿ ਬਿਨਾਂ ਪੜਤਾਲ ਕੀਤਿਆਂ ਕਿਸੇ ਦੀਆਂ ਗੱਲਾਂ ਨੂੰ ਵਧਾ ਚੜਾ ਕੇ ਗਾਂਹ ਕਰਨਾ, ਇਹਨਾਂ ਨੂੰ ਅਸੀਂ ਦਲਾਲੀ ਵਾਲੀ ਗੱਲ ਨਾਂ ਦਿੰਦੇ ਹੁੰਦੇ ਆ ਵੀ ਇਹ ਦਲਾਲਪਣਾ ਕਰਨਾ ਨਹੀਂ ਚਾਹੀਦਾ। ਹਾਂ, ਅਸੀਂ ਇਹ ਵੀ ਨਹੀਂ ਕਹਿੰਦੇ ਕਿ ਸਾਰਿਆਂ ਨੂੰ ਸਾਰੀਆਂ ਗੱਲਾਂ ਦਾ ਪਤਾ ਨਹੀਂ, ਪਤਾ ਤਾਂ ਪੜਤਾਲ ਕਰਨੀ ਚਾਹੀਦੀ ਸਾਨੂੰ। ਮੈਂ ਇਸ ਤੁਹਾਡੇ ਚੈਨਲ ਦੇ ਜ਼ਰੀਏ ਗੱਲ ਵੀ ਦੂਜੇ ਚੈਨਲਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਅਗਰ ਕੋਈ ਘਟਨਾ ਅਜਿਹੀ ਵਾਪਰਦੀ ਆ ਸਮਾਜ ਦੇ ਅੰਦਰ, ਪਿੱਛੇ ਜੇ ਕੀ ਹੋਇਆ, ਘੋਲੀਏ ਦੀ ਇੱਕ ਘਟਨਾ ਹੋਈ ਆਪਣਾ ਮਾਟਾ ਸ਼ੇਰੋਂ ਵਾਲਾ, ਉਹਨੇ ਉਹ ਕਵਰ ਕੀਤੀ। ਮੈਂ ਥੋੜਾ ਉਹਨਾਂ ਕੋਲ ਰੋਸ ਵੀ ਜ਼ਾਹਰ ਕੀਤਾ ਕਿ ਤੁਸੀਂ ਇਹਨੂੰ ਡਿਸਪਲੇ ਕਰਨ ਤੋਂ ਪਹਿਲਾਂ ਤੁਸੀਂ ਵਰਸ਼ਨ ਤਾਂ ਲੈ ਲੈਣਾ ਸੀ, ਅੱਖਾਂ ਤੇ ਪੱਟੀ ਬੰਨ੍ਹ ਕੇ। ਚਲੋ ਫਿਰ ਉਹਨੇ ਕਿਹਾ ਵੀ ਸੀ ਵੀ ਆਪਾਂ ਆ ਕੇ ਗੱਲ ਕਰਾਂਗੇ, ਦੇਖਾਂਗੇ, ਚਲੋ ਗੱਲ ਨਹੀਂ ਹੋਈ। ਮੈਂ ਇਹ ਬੇਨਤੀ ਜ਼ਰੂਰ ਕਰਨੀ ਚਾਹੁੰਦਾ, ਸੋਸ਼ਲ ਮੀਡੀਆ ਦਾ ਯੁੱਗ ਆ ਤੇ ਸੋਸ਼ਲ ਮੀਡੀਆ ਨੂੰ ਆਪਾਂ ਸਮਾਜ ਦੀ ਬਿਹਤਰੀ ਲਈ ਵਰਤੀਏ। ਬਿਲਕੁਲ ਜੀ। ਵੀ ਅਗਰ ਕਿਤੇ ਵੀ ਕੋਈ ਘਟਨਾ ਹੁੰਦੀ ਹੈ, ਅਸੀਂ ਇਸ ਗੱਲ ਲਈ ਤਤਪਰ ਰਹਿੰਦੇ ਆ ਕਿ ਅਸੀਂ ਉਸ ਘਟਨਾ ਦਾ ਵਿਸ਼ਲੇਸ਼ਣ ਕਰਕੇ ਸੱਚ ਲੋਕਾਂ ਨੂੰ ਦੱਸ ਦਈਏ। ਤਾਂ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਚੈਨਲ ਦੇ ਜ਼ਰੀਏ ਕਿ ਜੇ ਕੋਈ ਘਟਨਾ ਕਿਸੇ ਵੀ ਮੀਡੀਆ ਦੇ ਧਿਆਨ ਚ ਆਉਂਦੀ ਆ ਤਾਂ ਉਹ ਤਰਕਸ਼ੀਲ ਸੁਸਾਇਟੀ ਦੇ ਕਿਸੇ ਵੀ ਥਾਂ ਤੇ ਸੰਪਰਕ ਕਰਕੇ ਸਾਡਾ ਵਰਸ਼ਨ ਜੇ ਨਾਲ ਲਾ ਦੇ, ਅਸੀਂ ਬਹੁਤ ਧੰਨਵਾਦੀ ਹੋਵਾਂਗੇ। ਹਾਂਜੀ ਬਿਲਕੁਲ ਜੀ, ਕਿਉਂਕਿ ਇਦਾਂ ਹੀ ਨਾ ਜਦੋਂ ਇਹ ਸਾਡਾ ਜਿਹੜਾ ਸੋਸ਼ਲ ਮੀਡੀਆ, ਇਹ ਵੀ ਅੰਧ ਵਿਸ਼ਵਾਸ ਫੈਲਾਉਣ ਦੇ ਵਿੱਚ ਵੱਡਾ ਹੱਥ ਇਹਦਾ ਵੀ ਹੈ। ਕਿਉਂਕਿ ਦੇਖੋ ਉਹ ਕਿਵੇਂ ਹੈ ਜੀ, ਅਸੀਂ ਚੀਜ਼ ਦੇਖੀ ਨਹੀਂ, ਫਲਾਣੇ ਦਾ ਦੇਖਿਆ ਵੀ ਉਹ ਫਲਾਣਾ ਨਲਕਾ ਜਿਹੜਾ ਉਹ ਪਾਣੀ ਕੱਢ ਰਿਹਾ, ਹੁਣ ਸਾਡੇ ਵਾਲੇ ਦਾ ਇਹ ਜਿਹੇ ਮਨ ਕਰੇ ਉੱਥੇ ਮੱਥਾ ਟੇਕਣ ਲੱਗ ਜਾਣੀ ਜੀ ਜੀ। ਨਹੀਂ, ਉਹਦੀ ਡੂੰਘਾਈ ਤੱਕ ਜਾਣਾ, ਉਹਨੂੰ ਸਮਝਣਾ। ਪਿਛਲੇ ਦਿਨਾਂ 'ਚ ਵਾਪਰਿਆ ਇੱਕ ਘਟਨਾ ਵਾਪਰੀ ਸੀ ਸਰਹੰਦ ਕੋਲੇ ਅੰਨੀਆਂ ਪਿੰਡ ਆ, ਵੀ ਉੱਥੇ ਇੱਕ ਨਲਕਾ ਬਹੁਤ ਪੁਰਾਣਾ ਸਾਰੀਆਂ ਬਿਮਾਰੀਆਂ ਦੂਰ ਕਰਦਾ। ਹੁਣ ਇੱਕ ਪਿੱਛੇ ਜੇ ਵਾਇਰਲ ਹੋਈ ਹੈ ਵੀਡੀਓ ਵੀ ਇੱਕ ਨਲਕਾ ਹੈ ਬਿਨਾਂ ਗੇੜੇ ਤੋਂ ਆਪੀ ਚੱਲੀ ਜਾਂਦਾ। ਅਸੀਂ ਉਹਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਪੂਰਾ ਸਿਸਟਮ ਬਣਾ ਕੇ ਸਾਡੇ ਕੁਲਵਿੰਦਰ ਨਗਾਰੀ ਜੀ ਨੇ ਖਰੜ ਯੂਨਿਟ ਤੋਂ, ਉਹ ਆਪ ਥੋੜਾ ਜਿਹਾ ਉਹਨਾਂ ਦਾ ਨਲਕੇ ਲਾਉਣ ਨਾਲ ਸੰਬੰਧ ਹੈ, ਉਹਨਾਂ ਨੇ ਉਹ ਬਣਾ ਕੇ ਪੂਰੀ ਵੀਡੀਓ ਮੈਂ ਤੁਹਾਨੂੰ ਬਾਅਦ ਚ ਵੀ ਦੇ ਦੂੰਗਾ, ਅਗਰ ਕਿਤੇ ਉਹ ਪੇਸ਼ ਕਰਨੀ ਹੋਈ ਤਾਂ ਆਪਾਂ ਕਰ ਸਕਦੇ ਹਾਂ ਕਿ ਉਹ ਨਲਕਾ ਕਿਵੇਂ ਗਿੜ ਸਕਦਾ। ਜਾਣੀ ਕਹਿਣ ਦਾ ਮਤਲਬ ਇੱਕੋ ਹੀ ਆ ਕਿ ਜੇ ਪੜਤਾਲ ਕਰ ਲਈ ਜਾਵੇ। ਅਸਲ ਦੇ ਵਿੱਚ ਸਾਡਾ ਸੁਭਾਅ ਜਿਹੜਾ ਬਣਾਤਾ ਪੁਰਾਣੇ ਸਮੇਂ ਤੋਂ, ਸਾਡਾ ਸੁਭਾਅ ਇਹ ਬਣਾਤਾ ਵੀ ਜਿਹੜੀ ਗੱਲ ਚਾਰ ਬੰਦਿਆਂ ਨੇ ਕਹਿਤੀ ਪਤਾ ਨਹੀਂ ਉਹ ਠੀਕ ਹੀ ਹੁੰਦੀ ਹੈ। ਪੜਤਾਲ ਕਰਨਾ ਇਹ ਹਰ ਇੱਕ ਇਨਸਾਨ ਦਾ ਬੁਨਿਆਦੀ ਹੱਕ ਹੈ, ਉਹਨੂੰ ਪੜਤਾਲ ਕਰ ਲੈਣੀ ਚਾਹੀਦੀ। ਜ਼ਰੂਰੀ ਵੀ ਨਹੀਂ ਵੀ ਮੁੱਢਲੀ ਪੜਤਾਲ 'ਚ ਸਾਰੀ ਗੱਲ ਸਮਝ ਨਹੀਂ ਆਈ, ਤੁਸੀਂ ਫਿਰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਨੇੜੇ ਲਿਖੇ ਕਿਸੇ ਵੀ ਉਸ ਪੜ੍ਹੇ ਲਿਖੇ ਉਸ ਤਰ੍ਹਾਂ ਦੇ ਉਹਦੇ ਨਾਲ ਵਿਅਕਤੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੋ, ਤਾਂ ਕਿ ਜਿੰਨਾ ਚਿਰ ਉਹਦੀ ਅਸਲੀਅਤ ਨਹੀਂ ਪਤਾ ਲੱਗਦਾ ਉਹਨਾਂ ਚਿਰ ਉਹ ਗੱਲ ਵਾਇਰਲ ਨਾ ਲੋਕਾਂ ਦੇ ਵਿੱਚ ਨਾ ਲੈਣਾ। ਬਿਲਕੁਲ ਬਿਲਕੁਲ ਜੀ, ਬਿਲਕੁਲ। ਤੇ ਇੱਕ ਸਰ ਆਪਾਂ ਇੱਥੇ ਗੱਲ ਕਰੀਏ, ਤੁਹਾਡੇ ਜਿਹੜੇ ਆਪਾਂ ਪਹਿਲਾਂ ਗੱਲ ਕਰਦੇ ਸੀ ਪੁਰਾਣੇ ਤੋਂ ਪੁਰਾਣੇ ਜਿਹੜੇ ਭੂਤ ਹੁੰਦੇ ਨੇ, ਜਿੰਨ ਹੁੰਦੇ ਨੇ, ਕੋਈ ਐਦਾਂ ਦਾ ਭੂਤ ਕੱਢਣ ਵਾਲਾ ਜਿਹੜਾ ਤਜਰਬਾ ਹੈ ਉਹ ਵੀ ਆਪਾਂ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ ਜੀ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਅਸਲ ਦੇ ਵਿੱਚ ਭੂਤ ਕੀ ਨੇ, ਕਿੱਥੇ ਰਹਿੰਦੇ ਨੇ। ਹਾਂ, ਦੇਖੋ ਸੁਸਾਇਟੀ ਨੇ ਹਜ਼ਾਰਾਂ ਹੀ ਕੇਸ ਆ ਜਿਹੜੇ ਉਹ ਸੁਲਝਾਏ ਆ। ਦੋ ਤਰ੍ਹਾਂ ਦੇ ਕੇਸ ਹੈ ਸਾਡੇ ਸਮਾਜ 'ਚ, ਕਿਉਂਕਿ ਉੱਥੇ ਇਹ ਹੈ ਨਾ ਜੀ, ਸਾਡੇ ਸਮਾਜ ਦੇ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਸਮਝਾਉਣਾ ਵੀ ਬਹੁਤ ਮੁਸ਼ਕਿਲ ਹੈ। ਹਾਂ, ਦੋ ਤਰ੍ਹਾਂ ਦੇ ਕੇਸ ਆ। ਇੱਕ ਕੇਸ ਤਾਂ ਇਹ ਜਿਹੇ ਹੁੰਦੇ ਆ ਵੀ ਕਿਸੇ ਘਰੇ ਖੂਨ ਦੇ ਛਿੱਟੇ ਆਉਂਦੇ ਆ, ਦੂਜੇ ਚੌਥੇ ਦਿਨ ਆ ਗਏ, ਸਿੱਟਣ ਵਾਲੇ ਦਾ ਨਹੀਂ ਪਤਾ ਲੱਗਦਾ, ਪਰ ਡਿੱਗੇ ਹੋਏ ਖੂਨ ਦੇ ਛਿੱਟੇ ਸਾਰੇ ਦੇਖ ਲੈਂਦੇ ਆ। ਅੱਗ ਲੱਗਦੀ ਹੈ, ਅੱਗ ਲੱਗ ਗਈ, ਬੁਝਾਤੀ, ਲੱਗੀ ਹੋਈ ਅੱਗ, ਸੜੇ ਹੋਏ ਕੱਪੜੇ ਜਾਂ ਸਮਾਨ ਹਰ ਕੋਈ ਦੇਖ ਲੈਂਦਾ, ਪਰ ਲਾਉਣ ਵਾਲੇ ਦਾ ਪਤਾ ਨਹੀਂ ਲੱਗਦਾ। ਇਹਨੂੰ ਵੀ ਸਾਡੇ ਲੋਕ ਭੂਤ ਨਾਲ ਜੋੜ ਦਿੰਦੇ ਆ। ਇੱਕ ਕੀ ਹੁੰਦਾ, ਕੋਈ ਬੰਦਾ ਇਹ ਕਹਿੰਦਾ ਵੀ ਜੀ ਭੂਤ ਆਉਂਦਾ ਦਗੜ ਦਗੜ ਕਰਦਾ ਰਾਤ ਨੂੰ, ਮੇਰੀ ਤਾਂ ਹਿੱਕ ਤੇ ਬਹਿ ਜਾਂਦਾ, ਮੈਨੂੰ ਦੀਂਦਾ ਨਹੀਂ ਪਰ ਮੈਨੂੰ ਉੱਠਣ ਨਹੀਂ ਦਿੰਦਾ, ਮੇਰੀ ਆਵਾਜ਼ ਨਹੀਂ ਨਿਕਲਦੀ, ਭਾਰ ਮੈਨੂੰ ਮਹਿਸੂਸ ਹੁੰਦਾ। ਹਾਂਜੀ, ਜਾਣੀ ਕੋਲੇ ਸਾਰਾ ਟੱਬਰ ਪਿਆ, ਉਹਨਾਂ ਨੂੰ ਕੁਛ ਨਹੀਂ ਦੀਂਦਾ ਵੀ ਇਹਦੀ ਹਿੱਕ ਤੇ ਕੌਣ ਬੈਠਾ ਕਿ ਨਹੀਂ ਬੈਠਾ। ਕੋਈ ਇਹ ਕਹਿੰਦਾ ਵੀ ਉਹਦਾ ਸਿਰ ਘੁੰਮਦਾ, ਉਹ ਬਦਲੀ ਹੋਈ ਆਵਾਜ਼ 'ਚ ਗੱਲਾਂ ਕਰਦਾ। ਜੇ ਔਰਤਾਂ ਤਾਂ ਮਰਦਾਂ ਦੀ ਆਵਾਜ਼ ਆ ਰਹੀ ਹੈ ਅੰਦਰੋਂ, ਜੇ ਮਰਦਾ ਤਾਂ ਉਹਦੇ ਔਰਤ ਵੀ ਆ ਸਕਦੀ ਹੈ। ਜਿਹਦੇ 'ਚੋਂ ਕੀ ਲੱਗਦਾ, ਇੱਕ ਇਹਨਾਂ ਕੇਸਾਂ ਨੂੰ ਸਾਡੇ ਜਿਹੜੇ ਲੋਕ ਨੇ ਉਹ ਭੂਤਾਂ ਪ੍ਰੇਤਾਂ ਨਾਲ ਜੋੜ ਦਿੰਦੇ ਆ। ਜੇ ਆਪਾਂ ਦੋਨਾਂ ਤਰ੍ਹਾਂ ਦੀ ਗੱਲ ਵੀ ਕਰ ਸਕਦੇ ਹਾਂ ਆਪਾਂ ਟਾਈਮ ਦੀ ਸੀਮਤਾਈ ਨਾਲ। ਮੰਨ ਲਓ ਜਿਵੇਂ ਇੱਕ ਕੇਸ ਦੇ ਵਿੱਚ ਕੀ ਵਾਪਰਦਾ, ਪਿੰਡ ਮੋਗੇ ਜ਼ਿਲ੍ਹੇ ਦਾ ਖੋਟੇ ਪਿੰਡ ਆ। ਹਾਂਜੀ, ਘਰ ਦੇ ਵਿੱਚ ਜਦੋਂ ਦਿਨ ਛਿਪਦਾ ਤਾਂ ਰੋੜੇ ਵੱਜਣੇ ਸ਼ੁਰੂ ਹੋ ਜਾਂਦੇ ਆ, ਕਾਫੀ ਟਾਈਮ ਵੱਜਦੇ ਰਹਿੰਦੇ ਆ। ਰੋੜਿਆਂ ਦੀ ਡਾਇਰੈਕਸ਼ਨ ਜੇ ਆਪਾਂ ਕਹਿ ਲਈਏ ਵੀ ਇੱਧਰੋਂ ਆ ਰਹੇ ਮਹਿਸੂਸ ਹੁੰਦੇ ਆ,
ਉਹਨਾਂ ਨੇ ਕੀ ਕੀਤਾ, ਉਧਰਲੇ ਗੁਆਂਢੀਆਂ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰਤਾ। ਹੁਣ ਉਹ ਗੁਆਂਢੀ ਤਾਂ ਦੁਖੀ ਹੋਣੇ ਸੀ, ਜਦੋਂ ਮਾਰਦੇ ਨਹੀਂ ਉਹ ਕਹਿੰਦੇ, ਉਹਨਾਂ ਨੇ ਕਿਹਾ ਭਾਈ ਆਪਦੇ ਪਹਿਰੇ ਲਾ ਕੇ ਦੇਖ ਲਓ, ਜਿਵੇਂ ਮਰਜ਼ੀ ਕਰਕੇ ਦੇਖ ਲਓ। ਜਦੋਂ ਗੱਲ ਨਾ ਸਿਮਟੀ ਤਾਂ ਉਹ ਜਿਨ੍ਹਾਂ ਨੂੰ ਨਜਾਇਜ਼ ਬੁਰਾ ਭਲਾ ਕਹਿੰਦੇ ਸੀ, ਉਹਨਾਂ ਨੂੰ ਤਾਂ ਕੋਈ, ਉਹਨਾਂ ਨੂੰ ਇਹ ਸੀ ਵੀ ਅਸੀਂ ਨਹੀਂ ਮਾਰਦੇ, ਹੋ ਸਕਦਾ ਦੂਜੇ ਪਾਸੇ ਆਉਂਦੇ ਹੁਣ ਇਹ ਸਾਡਾ ਨਾਂ ਲੈਂਦੇ ਆ। ਉਹਨਾਂ ਨੇ ਪੁਲਿਸ ਨੂੰ ਰਿਪੋਰਟ ਕਰਤੀ। ਹੁਣ ਪੁਲਿਸ ਡਿਪਾਰਟਮੈਂਟ, ਹਾਲਾਂਕਿ ਕੰਮ ਉਹਨਾਂ ਦਾ ਵੀ ਕਿਸੇ ਘਰੇ ਰੋੜੇ ਆਉਂਦੇ ਆ, ਉਹ ਇਨਵੈਸਟੀਗੇਟ ਕਰਨ ਤੇ ਦੁੱਧ ਦਾ ਦੁੱਧ ਤੇ ਪਾਣੀ, ਪਰ ਹੁਣ ਇੰਨੀ ਸਾਈਕੋਲੋਜੀ ਨਹੀਂ ਸਟੱਡੀ ਉਹਨਾਂ ਨੂੰ ਕਰਵਾਈ, ਜਾਂ ਆਪਾਂ ਨੂੰ ਪਤਾ ਸਾਡੇ ਪ੍ਰਬੰਧ ਦਾ ਸਾਰੇ ਦਾ। ਉਹ ਇੱਕ ਗੱਲ ਚੰਗੀ ਜ਼ਰੂਰ ਕੀਤੀ, ਉੱਥੇ ਜੋ ਵੀ ਸੀ ਇੰਚਾਰਜ ਜਿਹਨੂੰ ਉਹ ਕੇਸ ਮਾਰਕ ਹੋਇਆ, ਉਹਨੇ ਐਂ ਕਹਿੰਦਾ ਯਾਰ ਇਹ ਰੋੜੇ ਰਾੜੇ ਮਾਰਨ ਵਾਲੇ ਨਾ ਭੂਤ, ਇਹ ਤਾਂ ਤਰਕਸ਼ੀਲ ਕਾਬੂ ਕਰਦੇ ਆ, ਤੁਸੀਂ ਉਹਨਾਂ ਕੋਲੇ ਜਾਓ। ਵਧੀਆ ਗੱਲ ਆ, ਉਹਨਾਂ ਨੇ ਭੇਜ ਤੇ ਘਰ ਦਾ ਮੁਖੀ ਸੀ ਜਿਹੜਾ ਆਇਆ, ਉਹਨੇ ਗੱਲਬਾਤ ਦੱਸੀ ਮੈਨੂੰ, ਕਹਿੰਦਾ ਵੀ ਆਏਗਾ। ਮੈਂ ਕਿਹਾ ਵੀ ਸਾਡੀ ਟੀਮ ਆਊਗੀ ਤੇ ਦੇਖਾਂਗੇ। ਅਸੀਂ ਗਏ, ਖੁੱਲ੍ਹਾ ਜਿਹਾ ਘਰ ਸੀ ਜ਼ਿਮੀਂਦਾਰਾਂ ਦਾ, ਜਾ ਕੇ ਅਸੀਂ ਵੇਖਿਆ ਆਲੇ ਦੁਆਲੇ ਸਾਰਾ ਜਿਹੜਾ ਸਾਡਾ ਢੰਗ ਤਰੀਕਾ ਕਿ ਅਸੀਂ ਘਰ ਦੇ ਹਰ ਮੈਂਬਰ ਨੂੰ ਇਕੱਲੇ ਨੂੰ ਇੰਟਰਵਿਊ ਕਰਨੇ ਆ। ਅਸੀਂ ਜਾਣਨਾ ਹੁੰਦਾ ਕਿ ਇਸ ਘਰ ਦੇ ਵਿੱਚ ਸੁੱਖ ਸ਼ਾਂਤੀ ਹੈ, ਇਸ ਘਰ ਦੇ ਵਿੱਚ ਕਿਸੇ ਨਾਲ ਵਿਤਕਰਾ ਹੁੰਦਾ, ਕੋਈ ਦੁਖੀ ਹੈ, ਕੋਈ ਪੀੜਤ ਹੈ। ਸਾਰੀਆਂ ਗੱਲਾਂ ਭਾਲਣ ਤੋਂ ਬਾਅਦ ਸਾਨੂੰ 3 ਗੱਲਾਂ ਉਸ ਘਰ ਦੇ ਵਿੱਚ ਲੱਭ ਜਾਂਦੀਆਂ। ਪਹਿਲੀ ਇਹ ਲੱਭ ਜਾਂਦੀ ਹੈ ਕਿ ਰੋੜਾ ਬਾਹਰੋਂ ਨਹੀਂ ਆਉਂਦਾ, ਰੋੜਾ ਘਰ ਦਾ ਹੀ ਇੱਕ ਮੈਂਬਰ ਮਾਰਦਾ। ਦੂਜੀ ਸਾਨੂੰ ਲੱਭ ਜਾਂਦੀ ਹੈ ਕਿ ਰੋੜੇ ਵੱਜਣ ਦਾ ਜਿਹੜਾ ਕਾਰਨ ਆ, ਘਰ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ। ਘਰ ਦੇ ਅੰਦਰ 3 ਮੇਲ ਮੈਂਬਰ ਸੀ, ਇੱਕ ਬਜ਼ੁਰਗ, 2 ਉਹਦੇ ਮੁੰਡੇ, ਤੇ ਤਿੰਨੇ ਹੀ ਨਸ਼ੇ ਦੇ ਆਦੀ ਸੀ, ਸ਼ਰਾਬ ਦੇ ਕਹਿ ਲਓ, ਜਿਵੇਂ ਹੁੰਦਾ ਹੀ ਆ ਕਿਸਾਨੀ 'ਚ ਕਾਫੀ ਚੱਲਦੀ ਹੈ। ਰੋੜੇ ਮਾਰਨ ਦਾ ਜਿਹੜਾ ਕੰਮ ਆ, ਜੋ ਅਸੀਂ ਉਸ ਨਤੀਜੇ ਤੇ ਪਹੁੰਚੇ ਵੀ ਇਹ ਵੱਡੀ ਬੇਬੇ ਕਰਦੀ ਆ, ਬਜ਼ੁਰਗ 60-62 ਸਾਲ ਦੀ ਉਮਰ। ਸਾਰੀ ਗੱਲ ਸਮਝ ਆ ਗਈ। ਇਕੱਲੇ ਨੂੰ ਬੁਲਾਉਣਾ ਹੁੰਦਾ। ਅਸੀਂ ਜਦੋਂ ਵੱਡੀ ਬੇਬੇ ਨੂੰ ਬੁਲਾ ਕੇ 2-3 ਸਵਾਲ ਕੀਤੇ ਵੀ ਮਾਤਾ ਜੀ ਬਹੁਤ ਆ, ਹੁਣ ਪਤਾ ਨਹੀਂ ਵਿਚਾਰੀ ਕਿੰਨੀ ਔਖੀ ਸੀ, ਉਹਦਾ ਸ਼ਬਦ ਸੀ ਉਹਦੇ ਮੇਰੇ ਅੱਜ ਵੀ ਯਾਦ ਆ, ਪੁਰਾਣੀਆਂ ਗੱਲ ਤਾਂ ਇਹ 20-25 ਸਾਲ। ਕਹਿੰਦੀ 3 ਹੀ ਕੰਜਰ ਆ, ਡੱਕ ਕੇ ਵੜਦੇ ਆ ਘਰੇ, ਮੇਰੀਆਂ ਤਾਂ ਨੂਹਾਂ ਵਾਲੀਆਂ ਚੰਗੀਆਂ ਸੀ, ਤਾਂ ਡੀਕੀ ਜਾਂਦੀਆਂ, ਸਿਆਲ ਦਾ ਮਹੀਨਾ 9 ਵਜਾ ਦਿੰਦੇ ਆ ਘਰੇ ਵੜਦੇ, ਤਾਂ ਅਸੀਂ ਵੀ ਥੱਕੀਆਂ ਟੁੱਟੀਆਂ ਹੁੰਦੀਆਂ, ਅਸੀਂ ਵੀ ਆਰਾਮ ਕਰਨਾ ਹੁੰਦਾ। ਗੱਲ ਸਮਝ ਆ ਗਈ ਕਿ ਅਸੀਂ ਨਹੀਂ ਕਿਹਾ ਬੇਬੇ ਤੂੰ ਰੋੜੇ ਮਾਰਦੀ ਆ, ਆਪਣਾ ਗੱਲ ਸਮਝਾਉਣ ਤੋਂ ਆ। ਹੁਣ ਬੇਬੇ ਦਾ ਤਰੀਕਾ ਗਲਤ ਹੋ ਸਕਦਾ ਹੈ, ਬੇਬੇ ਦੀ ਗੱਲ ਨਹੀਂ ਗਲਤ, ਗੱਲਾਂ 'ਚ ਉਹਨੇ ਸਾਨੂੰ ਦੱਸਿਆ ਵੀ ਰੋਜ਼ ਮੱਥਾ ਮਾਰਦੀ ਹੈ, ਮੇਰੀ ਤਾਂ ਕੋਈ ਵੀ ਨਹੀਂ ਸੁਣਦਾ। ਉਹਨੇ ਤਾਂ ਕੀ, ਜਿਵੇਂ ਪੇਂਡੂ ਭਾਸ਼ਾ ਹੁੰਦੀ ਹੈ, ਇਹਨੇ ਬੰਦੇ ਨੇ ਤਾਂ ਮੇਰੀ ਕੀ ਸੁਣਨੀ, ਮੇਰੇ ਤਾਂ ਢਿੱਡੋਂ ਜੰਮੇ ਨਹੀਂ ਮੇਰੀ ਸੁਣਦੇ। ਹਾਂਜੀ, ਚਲੋ ਜੀ ਗੱਲ ਸਮਝ ਆ ਗਈ। ਸਾਰਾ ਪਰਿਵਾਰ ਇਕੱਠਾ ਕਰ ਲਿਆ। ਕਹਿੰਦੇ ਜੀ ਰੋੜੇ ਮਾਰਨ ਵਾਲਾ ਭੂਤ ਫੜ ਲਿਆ। ਅਸੀਂ ਆਖਿਆ ਵੀ ਫੜ ਲਿਆ, ਪਰਹੇਜ਼ ਆ, ਜੇ ਰੱਖ ਲਓਗੇ ਤਾਂ ਸਾਡੀ ਗਰੰਟੀ ਹੈ। ਦੱਸੋ ਜੀ। ਉਹਨਾਂ ਦਾ ਗਲੀ ਵਾਲਾ ਗੇਟ ਸੀ, ਵੱਡਾ ਲੋਹੇ ਦਾ ਗੇਟ, ਨਹੀਂ ਹੱਥ ਕਰਕੇ ਅਸੀਂ ਟੀਮ ਵੱਲੋਂ ਉਹਨਾਂ ਨੂੰ ਆਖਿਆ ਵੀ ਉਹ ਜਿਹੜਾ ਲੋਹੇ ਦਾ ਗੇਟ ਹੈ ਨਾ, ਉਦੋਂ ਗਾਹਾਂ ਬੰਦਾ ਦਾਰੂ ਪੀ ਕੇ ਟੱਪੇ ਨਾ, ਤੇ ਨਾ ਦਾਰੂ ਦੀ ਬੋਤਲ ਟੱਪੇ, ਰੋੜੇ ਨਹੀਂ ਵੱਜਦੇ। ਹੁਣ ਜਿਹੜੇ ਰੋਜ਼ ਪੀ ਕੇ ਆਉਂਦੇ ਉਹ ਝਾਕਣ ਇੱਕ ਦੂਜੇ ਦੇ ਮੂੰਹ ਅੰਨੀ ਨੂੰ ਵੀ ਆਪਣਾ ਕੀ ਬਣੂ, ਆਪਾਂ ਫਿਰ ਕਿੱਥੇ ਜਾਇਆ ਕਰਾਂਗੇ। ਇਹ ਤਾਂ ਕਹਿੰਦੇ ਬੰਦੇ ਨੇ ਅੰਦਰ ਬੜੇ। ਕਹਿੰਦੇ ਜੀ ਇਹ ਤਾਂ ਫਿਰ ਔਖਾ ਕੰਮ ਆ। ਅਸੀਂ ਆਖਿਆ ਫਿਰ ਕੋਈ ਨਹੀਂ, ਫਿਰ ਪਹਿਰਾ ਲਾਈ ਰੱਖਿਆ ਕਰੋ। ਹੌਲੀ ਹੌਲੀ ਸਮਝਾਇਆ ਉਹਨਾਂ ਨੂੰ ਵੀ ਇਹ ਗੱਲ ਨੁਕਸਾਨ ਵਾਲੀ ਨਹੀਂ, ਤੁਹਾਡੇ ਫਾਇਦੇ ਵਾਲੀ ਗੱਲ ਆ। ਇੱਕ ਗੱਲ ਤੇ ਆ ਗਏ ਉਹ, ਕਹਿੰਦੇ ਜੀ ਫਿਰ ਐਂ ਕਰੋ, ਵਿਆਹ ਸ਼ਾਦੀ ਦੇ ਛੋਟ ਦੇ ਦਿਓ। ਮੈਨੂੰ ਥੋੜਾ ਜਿਹਾ ਹੋਰ ਲੱਗਿਆ ਵੀ ਯਾਰ ਹੋਰ ਕੱਸ ਦੇ, ਕੋਈ ਗੱਲ ਨਹੀਂ, ਚੱਲ ਹਾਸਾ ਵੀ ਸਹੀ। ਹਾਂਜੀ, ਮੈਂ ਕਿਹਾ ਵੀ ਨਾ, ਪੀਣ ਦੀ ਛੋਟ ਦੇ ਦਿੰਦੇ ਆ, ਪਰ ਉਹ ਗੇਟ ਨਹੀਂ ਲੰਘਣਾ। ਕਹਿੰਦੇ ਜੀ ਫੇਰ ਵੀ ਉੱਥੇ ਮੈਟ ਮੂਟ ਵਿਛੇ ਹੁੰਦੇ ਪੈਲਸ 'ਚ, ਉੱਥੇ ਹੀ ਪੈ ਜਾ ਕਰੋ, ਤੜਕੇ ਉੱਠ ਕੇ ਆ ਜਾ ਕਰੋ ਜਦੋਂ ਸੁਰਤ ਹੈਗੀ। ਕਹਿੰਦੇ ਜਦੋਂ ਨਵੇਂ ਕੱਪੜੇ ਪਾਏ ਹੁੰਦੇ ਆ, ਬੈਟਾਂ ਤੇ ਤਾਂ ਲਿਬੜੇ ਪਏ ਹੁੰਦੇ ਆ। ਹੱਸਣ ਵਾਲੀ ਗੱਲ ਵੀ ਸੀ, ਫਿਰ ਮਾਹੌਲ ਥੋੜਾ ਖੁਸ਼ਗਵਾਰ ਹੋਇਆ। ਚਲੋ ਉਹਨਾਂ ਨੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਵੀ ਜੀ ਅਸੀਂ ਸਾਰੀ ਗੱਲ ਸਮਝ ਗਏ, ਅਸੀਂ ਸਾਡੇ 'ਚ ਕਸੂਰ ਹੈ। ਤੇ ਉਦੋਂ ਮੁੜ ਕੇ ਤੁਸੀਂ ਹਿਸਾਬ ਲਾ ਲਓ ਵੀ ਇੱਕ ਵਾਰੀ ਬੰਦਾ ਧੰਨਵਾਦ ਕਰਨ ਆਇਆ ਸੀ, ਪਰ ਰੋੜਾ ਨਹੀਂ ਮੁੜ ਕੇ ਵੱਜਿਆ। ਜੀ ਜੀ ਜੀ। ਹਾਂ, ਹੁਣ ਰਹੀ ਦੂਜੀ ਗੱਲ, ਜੇ ਆਪਾਂ ਉਹਨੂੰ ਕਰਨੀ ਹੋਵੇ, ਜਦੋਂ ਬੰਦਾ 'ਚ ਭੂਤ ਆਉਂਦਾ ਹੈ ਜਿਹੜਾ, ਦੂਜੀ ਤਰ੍ਹਾਂ ਇੱਕ ਘਟਨਾਵਾਂ ਵਾਲੀ ਗੱਲ ਆ ਗਈ ਨਾ। ਇੱਕ ਕੇਸ ਹੋਰ ਆਉਂਦਾ, ਉਹ ਵੀ ਮੋਗੇ ਜ਼ਿਲ੍ਹੇ ਦੇ ਪਿੰਡਾਂ ਨੇੜੇ ਯਾਦ ਕਈ ਵਾਰੀ ਇਕੱਠੀ ਜੁੜ ਜਾਂਦੀਆਂ। ਹਾਂਜੀ, ਸਾਡੇ ਰਿਸ਼ਤੇਦਾਰੀ ਇੱਥੋਂ ਭਦੌੜੋਂ, ਉੱਥੇ ਉਹ ਭਦੌੜ ਵਾਲਾ ਮੁੰਡਾ ਆਇਆ, ਮੈਨੂੰ ਕਹਿੰਦਾ ਤੁਸੀਂ ਭੂਤਾਂ ਨੂੰ ਨਹੀਂ ਮੰਨਦੇ। ਮੈਂ ਕਿਹਾ ਐਂ ਤਾਂ ਨਹੀਂ ਮੰਨੀ ਦੀ, ਜੇ ਕੋਈ ਸਾਨੂੰ ਜਚਾ ਦੂ ਸਮਝੂ ਦੇਵੇ ਫਿਰ ਤਾਂ ਮੰਨ ਲਾਂਗੇ। ਮੈਂ ਕਿਹਾ ਤੈਨੂੰ ਕੀ ਲੋੜ ਪੈਗੀ। ਕਹਿੰਦਾ ਜੀ ਉੱਥੇ ਮੇਰੀ ਭੂਆ ਤੇ ਉਹਨਾਂ ਦੇ ਘਰੇ ਪ੍ਰੇਤ ਆ ਗਿਆ। ਮੈਂ ਵੀ ਕੀ ਕਰਦਾ ਪ੍ਰੇਤ, ਮੈਂ ਵੀ ਹੈਰਾਨ ਸੀ।
ਵੀ ਪ੍ਰੇਤ ਦਾ ਮਤਲਬ ਮਰੇ ਹੋਏ ਬੰਦੇ ਦੀ ਕੋਈ ਆਤਮਾ ਰੂਹ ਆ ਗਈ, ਇਹਨੂੰ ਪਤਾ ਵੀ ਸਾਡੇ ਘਰੇ ਆਇਆ ਹੋਇਆ ਕੀ ਕਰਦਾ। ਕਹਿੰਦਾ ਜੀ ਉਹ ਤਾਂ ਫਿਰ ਹੁਣ ਮੇਰੀ ਭੂਆ 'ਚ ਆ ਜਾਂਦਾ, ਸਿਰ ਘੁੱਕਦਾ ਉਹਦਾ ਤਾਂ ਚੱਕੀ ਵਾਂਗੂ 2-2 ਘੰਟੇ ਨਹੀਂ ਹਟਦਾ। ਘਰ ਦੀ ਜਿਹੜੀ ਗੱਲ ਪੁੱਛ ਲਈਏ ਸੱਚੀਆਂ ਦੱਸਦਾ ਸਾਰਾ ਭੂਤ। ਕਿਹਦਾ ਭੂਤ ਆ ਭਾਈ? ਕੋਈ ਬਲਦੇਵ ਸਿੰਘ ਆ ਬੰਦਾ, ਬਲਦੇਵ ਸਿੰਘ ਨਾਂ ਦਾ ਬੰਦਾ। ਉਹ ਕਿਤੇ ਪਿੰਡ 'ਚ ਕੋਈ ਲੜਾਈ ਹੋਈ ਸੀ, ਮੇਰੀ ਭੂਆ ਦੇ ਤਾਂ ਵਿਆਹ ਤੋਂ ਵੀ 40-50 ਸਾਲ ਪਹਿਲਾਂ। ਉਹ ਵੱਢਿਆ ਗਿਆ ਸੀ, ਕਹਿੰਦੇ ਉਹਦੀ ਗਤੀ ਨਹੀਂ ਹੋਈ, ਉਹ ਕਦੇ ਕਿਸੇ ਨੂੰ ਪਿੰਡ 'ਚ ਤੰਗ ਕਰਦਾ, ਕਦੇ ਕਿਸੇ ਨੂੰ। ਹੁਣ ਮੇਰੇ ਭੂਆ ਕੇ ਘਰੇ ਆਇਆ, ਮੈਂ ਕਿਹਾ ਕੋਈ ਨਹੀਂ, ਜਿੱਦੇ ਆਪਣੀ ਟੀਮ ਜਾ ਵੜੀ ਉਦੋਂ ਬਾਅਦ ਪ੍ਰੇਤ ਉਸ ਘਰੇ ਨਹੀਂ ਆਉਂਦਾ। ਅਸੀਂ ਐਤਵਾਰ ਦਾ ਦਿਨ ਰੱਖ ਕੇ ਚਲੀ ਗਏ, ਅਸੀਂ 3 ਜਾਣੇ ਸੀਗੇ। ਅਸੀਂ ਦੇਖਿਆ ਉਹ ਵੀ ਜ਼ਿਮੀਂਦਾਰਾਂ ਦਾ ਖੁੱਲ੍ਹਾ ਜਿਹਾ ਘਰ, ਸਰਦੀ ਦੇ ਦਿਨ, ਮਾਈ ਦੀ ਉਮਰ ਹੋਊ 60 ਕੁ ਸਾਲ। ਜਦੋਂ ਅਸੀਂ ਵੱਡੇ ਗੇਟ ਤੋਂ ਐਂਟਰੀ ਲੈਂਦੇ ਆ ਤਾਂ ਉਹ ਧੁੱਪੇ ਬੈਠੀ ਹੈ ਮੰਜੇ ਤੇ, ਉਹਨੂੰ ਤਾਂ ਤਕਲੀਫ ਹੋਣੀ ਸ਼ੁਰੂ ਹੋ ਗਈ। ਮਤਲਬ ਉਹਦੇ ਐ ਪਹਿਲਾਂ ਘੁੰਡ ਜੇ ਮੁੜੇ ਆਏ, ਫਿਰ ਧੌਣ ਆਕੜ ਗਈ, ਫਿਰ ਜੀਭ ਬਾਹਰ ਨਿਕਲੀ, ਅੱਖਾਂ ਜੀਆਂ ਚੜ ਗਈ। ਜਿਉਂ ਅਸੀਂ ਨੇੜੇ ਜਾਂਦੇ ਆ ਉਹਦੀ ਤਕਲੀਫ ਵਧੀ ਜਾਂਦੀ ਹੈ। ਗਏ ਅਸੀਂ ਜਦੋਂ ਜਮਾਂ ਕੋਲੇ ਚੜੇ ਗਏ, ਉਹਦਾ ਸਿਰ ਘੁਕਣ ਲੱਗ ਗਿਆ। ਮੈਂ ਉਹਨੂੰ ਪੁੱਛਿਆ ਮੁੰਡੇ ਨੂੰ, ਮੈਂ ਕਿਹਾ ਇਹ ਕਿੰਨਾ ਚਿਰ ਘੁਕੂ? ਕਹਿੰਦਾ ਜੀ 2 ਘੰਟੇ ਆਈ ਘੁਕੂ। ਪਰ ਸਾਡਾ ਤਜਰਬਾ ਇਹ ਕਹਿੰਦਾ ਸੀ 5 ਮਿੰਟ ਤੇਜ਼ ਘੁਕੂ, ਫਿਰ ਹੌਲੀ ਘੁਕੂ। ਉਹਨਾਂ ਨੇ ਸਾਨੂੰ ਕੁਰਸੀਆਂ ਡਾਹਤੀਆਂ, ਅਸੀਂ ਬੈਠ ਗਏ। ਉਹੀ ਗੱਲ, 5 ਮਿੰਟ ਤੇਜ਼ ਘੁਕਿਆ ਸਿਰ, ਫਿਰ ਹੌਲੀ ਹੋ ਗਿਆ। ਉਹ ਕਹਿੰਦੇ ਸੀ ਭੂਤ ਘਰ ਦੀਆਂ ਸੱਚੀਆਂ ਗੱਲਾਂ ਦੱਸਦੇ ਸੀ, ਸਾਡੀ ਵੀ ਇੱਛਾ ਸੀ ਵੀ ਲਾਈਵ ਹੋ ਕੇ ਦੇਖ ਲਈਏ ਅੱਜ। ਮੈਂ ਸਵਾਲ ਕੀਤਾ, ਮੈਂ ਕਿਹਾ ਵੀ ਕੌਣ ਹੈ ਤੂੰ? ਕਹਿੰਦਾ ਮੈਂ ਬਲਦੇਵ ਸਿੰਘ। ਭਾਰੀ ਆਵਾਜ਼, ਮਰਦਾਂ ਵਾਲੀ ਆਵਾਜ਼। ਮੈਂ ਬਲਦੇਵ ਸਿੰਘ। ਤੂੰ ਇਹਨਾਂ ਦੇ ਘਰੇ ਕੀ ਕਰਨਾ ਹੈ? ਉਹ ਕਹਿੰਦਾ ਜਿਨ੍ਹਾਂ ਦੇ ਘਰੇ ਮੈਂ ਪਹਿਲਾਂ ਹੁੰਦਾ ਸੀ ਉਹਨਾਂ ਨੇ ਮੈਨੂੰ ਉੱਥੋਂ ਕੱਢਤਾ, ਇਲਾਜ ਕਰਾ ਲਿਆ, ਸਾਧ ਸੱਦਿਆ ਸੀ ਤੇ ਮੈਂ ਹੁਣ ਇਹਨਾਂ ਦੇ ਆ ਗਿਆ। ਅਸੀਂ ਆਖਿਆ ਵੀ ਅਸੀਂ ਹੁਣ ਤੈਨੂੰ ਇੱਥੋਂ ਕੱਢਣ ਆਏ ਆ, ਹੁਣ ਤੂੰ ਭਲੀ ਮਾਨਸੀ ਨਾ ਜਾਣਾ ਤਾਂ ਦੱਸਦੇ ਨਹੀਂ, ਅਸੀਂ ਸਖਤੀ ਕਰਾਂਗੇ। ਕਹਿੰਦਾ ਜੀ ਮੈਂ ਜਾ ਤਾਂ ਬਣੂ, ਮੇਰੀਆਂ 2 ਮੰਗਾਂ, ਜੇ ਮੇਰੀਆਂ ਮੰਗਾਂ ਮੰਨ ਲਓ। ਅਸੀਂ ਆਖਿਆ ਵੀ ਮੰਗਾਂ ਦੱਸ, ਮੰਨਣ ਵਾਲੀਆਂ ਹੋਈਆਂ ਮੰਨਾਂਗੇ, ਨਾ ਮੰਨਣ ਵਾਲੀਆਂ ਫਿਰ ਤਾਂ ਜਾਣਾ ਤਾਂ ਤੈਨੂੰ ਪਊ। ਹਾਂ ਦੱਸ ਕੀ ਹੈ? ਉਸ ਬਜ਼ੁਰਗ ਔਰਤ ਦੇ ਘਰ ਵਾਲੇ ਦਾ ਨਾਂ ਸੀ ਭਾਗ ਸਿੰਘ। ਉਹ ਕਹਿੰਦਾ ਜੀ ਜਿਹੜਾ ਇਸ ਘਰ ਦਾ ਮੁਖੀ ਆ ਨਾ ਭਾਗ ਸਿੰਘ, ਉਹ ਘਰ ਵਾਲੀ ਦੇ ਆਖੇ ਨਹੀਂ ਲੱਗਦਾ। ਬਲਦੇਵ ਸਿੰਘ ਬੋਲਦਾ, 50% ਗੱਲ ਸਮਝ ਆ ਗਈ ਵੀ ਕਿਤੇ ਦਿੱਕਤ ਹੈ ਘਰ ਦੇ ਵਿੱਚ ਰੈਸਲਾ ਹੋਣ 'ਚ। ਹਾਂ ਦੂਜੀ ਗੱਲ ਦੱਸ, ਘਰੇ ਜੀ 2 ਧੀਆਂ ਵਿਆਹੁਣ ਵਾਲੀਆਂ, ਉਮਰ 28-30 ਸਾਲ ਹੋਈ ਪਈ ਹੈ, ਭੋਰੇ ਫਿਕਰ ਨਹੀਂ ਕਰਦਾ। 100% ਹੀ ਗੱਲ ਸਮਝ ਆ ਗਈ ਕਿ ਇੱਕ ਮਾਂ ਦੇ ਮਨ ਤੇ ਧੀਆਂ ਦਾ ਫਿਕਰ ਚੜ ਗਿਆ। ਉਹਦਾ ਮਨ 24 ਘੰਟੇ ਸੋਚਦਾ ਕਿ ਮੇਰੀਆਂ ਧੀਆਂ ਦਾ ਬਣੂਗਾ। ਅਸੀਂ ਘਰ ਦੇ ਮੁਖੀ ਨੂੰ ਸੱਦ ਲਿਆ ਕੋਲੇ। ਮੈਂ ਕਿਹਾ ਭਾਗ ਸਿੰਘ, ਇਹ ਭਾਈ ਧੀਆਂ ਦੀ ਉਮਰ ਵੱਡੀ, ਚਲੋ ਜੇ ਬੱਚਾ ਪੜ੍ਹਾਈ ਕਰਦਾ, ਹਾਇਰ ਐਜੂਕੇਸ਼ਨ ਆ, ਨੌਕਰੀ ਦੀ ਭਾਲ 'ਚ ਹੋ ਸਕਦਾ, ਜੇ 5-7 ਜਮਾਤਾਂ ਬੱਚਾ ਪੜ੍ਹਿਆ ਤੇ ਉਹ ਟਾਈਮ ਸਿਰ ਕਾਰਜ ਹੋਣਾ ਚਾਹੀਦਾ ਹੈ। ਕਹਿੰਦਾ ਜੀ ਹੱਥ ਤੰਗ ਹੈ। ਮੈਂ ਕਿਹਾ ਵੀ ਕਾਹਦੇ ਨਾਲ ਹੱਥ ਤੰਗ ਹੈ? ਕਹਿੰਦਾ ਜੀ ਨਾਲ ਲੱਗਦਾ ਸੀ ਕਿੱਲਾ ਜ਼ਮੀਨ ਦਾ ਲੈ ਲਿਆ ਤੇ ਫਿਰ ਹੁਣ ਦੇਖਾਂਗੇ ਅਗਲੇ ਸਾਲ ਕਰਾਂਗੇ। ਮੈਂ ਕਿਹਾ ਹੁਣ ਉਹਦੇ ਨਾਲ ਅਗਲਾ ਕਿੱਲਾ ਲੱਗੀ ਜਾਂਦਾ ਹੈ, ਇਹ ਤਾਂ ਗੁਜਰਾਤ ਤੱਕ ਜਾਊ ਲੱਗਦੀ ਹੈ, ਕਿਤੇ ਹਟੀ ਹੈ। ਬਿਲਕੁਲ। ਉਹਨੂੰ ਸਮਝਾਇਆ ਵੀ ਨਾ, ਕਬੀਲਦਾਰੀ ਬਾਰੇ ਸੋਚੀਦਾ। ਹੁਣ ਇੱਕ ਮਾਂ ਦੇ ਮਨ ਤਾਂ ਇੰਨਾ ਫਿਕਰ ਉਹਦੇ ਦਿਮਾਗ ਦੇ ਵਿੱਚ ਚੜ ਗਿਆ ਕਿ ਉਹਨੂੰ ਆਪਦੇ ਆਪੇ ਦੀ ਹੋਸ਼ ਨਹੀਂ ਹੈ। ਬੈਠੇ ਸਾਰੀਆਂ ਗੱਲਾਂ ਸਮਝੇ ਵੀ ਸਾਰੇ ਕੰਮ ਛੱਡ ਦੇ, ਕਿ ਇਹ ਕੰਮ ਸਭ ਤੋਂ ਪਹਿਲਾਂ। ਤਸੱਲੀ ਹੋ ਗਈ। ਬਲਦੇਵ ਸਿੰਘ ਨੂੰ ਕਹਿਤਾ ਵੀ ਦੇਖ ਬਲਦੇਵ ਸਿੰਘ, ਤੇਰੀਆਂ ਦੋਨੇ ਗੱਲਾਂ ਜਾਇਜ਼ ਸੀਗੀਆਂ, ਮੰਨ ਲੀਆਂ। ਅੱਜ ਤੋਂ ਬਾਅਦ ਘਰ 'ਚ ਕੋਈ ਵੀ ਗੱਲ ਹੋਊ, ਰੈ ਨਾਲ ਪਤੀ ਪਤਨੀ ਕਰਿਆ ਕਰਨਗੇ, ਤੂੰ ਨਹੀਂ ਪਰ ਇੱਥੇ ਮੁੜ ਕੇ ਪੈਰ ਪਾਉਣਾ। ਨਾ ਜੀ, 7 ਵਚਨ ਮੈਂ ਤਾਂ ਨਹੀਂ ਆਉਂਦਾ। ਬਲਦੇਵ ਸਿੰਘ ਬੋਲ ਰਹੇ। ਅਸੀਂ ਆਖਿਆ ਵੀ ਸਾਨੂੰ ਤਾਂ ਯਕੀਨ ਹੈ ਵੀ ਤੂੰ ਹੁਣ ਜਾ ਵੜੇਗਾ, ਘਰਦਿਆਂ ਨੂੰ ਯਕੀਨ ਨਹੀਂ ਆਉਣਾ, ਕੋਈ ਨਿਸ਼ਾਨੀ ਦੇ ਕੇ ਜਾ। ਕਹਿੰਦਾ ਜੀ ਫਿਰ ਲੈਚੀਆਂ ਵਾਲੀ ਚਾਹ ਪਿਓ। ਸਾਡਾ ਸਮਾਜ ਦਾ ਇਹ ਵੀ ਸਾਡੇ ਸੰਸਕਾਰ ਹੈ ਕਿ ਸਾਨੂੰ ਸਿਖਾਇਆ ਗਿਆ ਵੀ ਭੂਤ ਪ੍ਰੇਤ ਖਾਣ ਨੂੰ ਚੰਗਾ ਭਾਲਦੇ। ਮੈਂ ਕਿਹਾ ਵੱਡੀ ਕੁੜੀ ਨੂੰ ਆਖਿਆ, ਮੈਂ ਕਿਹਾ ਪੁੱਤ ਐਂ ਕਰ, ਖੁੱਲੀ ਜੀ ਚਾਹ ਬਣਾ, ਲੈਚੀਆਂ ਪਾ ਕੇ, ਨਾਲੇ ਅਸੀਂ ਪੀ ਲਾਂਗੇ, ਨਾਲੇ ਬਲਦੇਵ ਸਿੰਘ ਨੂੰ ਪਿਆਵਾਂਗੇ। ਸਿਰ ਘੁੰਮੀ ਜਾਂਦਾ, ਹੌਲੀ ਹੌਲੀ ਉਵੇਂ ਹੀ ਚੱਲੀ ਜਾਂਦਾ, ਕੋਈ ਸੁਰਤ 'ਚ ਨਹੀਂ ਮਾਈ, ਸਬਕੌਂਸ਼ੀਅਸ ਹੋਈ ਹੈ। ਜਦੋਂ ਚਾਹ ਬਣ ਕੇ ਆ ਗਈ, ਇੱਕ ਸਟੀਲ ਦਾ ਗਲਾਸ ਭਰ ਕੇ ਮੈਂ ਕਿਹਾ ਪੂਰਾ ਦੇ ਦੇ ਮਾਈ। ਸਾਨੂੰ ਵੀ ਪਿਆਲੀ ਫੜਾਤੀ। ਜਦੋਂ ਬੁਲਾਇਆ ਗਲਾਸ ਤਾਂ ਸਿਰ ਰੁਕ ਗਿਆ, ਅੱਖਾਂ ਬੰਦ, ਸਾਰਾ ਹੌਲੀ ਹੌਲੀ ਕਰਕੇ ਗਲਾਸ ਪੀਤਾ। ਜਦੋਂ ਗਲਾਸ ਖਾਲੀ ਹੋ ਗਿਆ ਤੇ ਮਾਈ ਨੇ ਐਂ ਕਰਕੇ ਐਂ ਵਿਹੜੇ 'ਚ ਮਾਰਿਆ ਚਲਾ ਕੇ, ਸੁਰਤ ਸਿਰ ਹੋ। ਬਲਦੇਵ ਸਿੰਘ ਚਲਿਆ, ਮੁੜ ਕੇ ਨਹੀਂ ਆਇਆ। ਹੁਣ ਇਹਨਾਂ ਗੱਲਾਂ ਤੋਂ ਸਾਡੇ ਸਮਾਜ ਨੂੰ, ਸਾਡੇ ਦਰਸ਼ਕਾਂ ਨੂੰ ਮੈਨੂੰ ਲੱਗਦੀ ਜੇ ਕੋਈ ਹਜੇ ਵੀ ਭੁਲੇਖ ਹੈ ਕਿ ਭੂਤ ਮਰੇ ਬੰਦੇ ਦਾ ਹੁੰਦਾ ਹੈ, ਮਰੇ ਹੋਏ ਆ ਕੇ ਤੰਗ ਕਰਦੇ ਆ, ਤਾਂ ਮੈਂ ਤਾਂ ਫਿਰ ਇਹ ਸਮਝੂੰਗਾ ਕਿ ਅਸੀਂ ਹਜੇ ਬਹੁਤ ਥੱਲੇ ਬੈਠੇ ਹਾਂ।
ਥੱਲੇ ਤਾਂ ਜੇ 21ਵੀਂ ਸਦੀ 'ਚ ਅਸੀਂ ਸੱਚਮੁੱਚ ਜਾਣਾ ਚਾਹੁੰਦੇ ਆ, ਫਿਰ ਇਹ ਗੱਲ ਨੂੰ ਅਸੀਂ ਚੈਲੰਜ ਨਾ ਕਹਿੰਦੇ ਆ ਕਿ ਸਾਡਾ ਤਾਂ ਚੈਲੰਜ ਆ, ਅਗਰ ਕੋਈ ਭੂਤਾਂ ਦਾ ਮਾਹਰ ਕਿਸੇ ਦੇ ਸੰਪਰਕ 'ਚ ਹੋਵੇ, ਉਹ ਆਪਦੀ ਭੂਤ ਸਾਡੇ ਤੇ ਛੱਡ ਦੇ, ਸਾਡੇ ਕਿਸੇ ਮੈਂਬਰ ਤੇ ਛੱਡ ਦੇ, ਉਹਦਾ ਕੋਈ ਨੁਕਸਾਨ ਕਰਾ ਦੇ, ਅਸੀਂ 5 ਲੱਖ ਦੇਵਾਂਗੇ, ਸਾਰੇ ਚੇਲੇ ਬਣ ਜਾਾਂਗੇ ਉਹਦੇ। ਜੀ। ਪਰ ਸਾਨੂੰ ਦੁੱਖ ਹੁੰਦਾ ਜਦੋਂ ਸਾਡੇ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਕਿਰਤੀ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਵਿਹਲੜ ਠੱਗ ਕੇ ਲੈ ਜਾਂਦਾ ਨਾ। ਸਾਡੇ ਨਾਲ ਨਹੀਂ ਠੱਗੀ ਵੱਜਦੀ, ਸਾਨੂੰ ਇਸ ਗੱਲ ਦਾ ਤਾਂ ਕੋਈ ਦੁੱਖ ਨਹੀਂ। ਸਾਨੂੰ ਜਦੋਂ ਕਿਸੇ ਭੋਲੇ ਭਾਲੇ ਕਿਰਤੀ ਨਾ, ਦਸਾਂ ਨੋਹਾਂ ਦੀ ਕਿਰਤ ਉਹਦੀ ਨਾ ਜਾ ਕੇ ਝੋਲੇ 'ਚ ਤੇ ਉਹਦੀ ਬਗਲੀ 'ਚ ਡਿੱਗਦੀ ਆ, ਉਦੋਂ ਬੜਾ ਦੁੱਖ ਹੁੰਦਾ। ਅਸੀਂ ਇਹ ਜ਼ਰੂਰ ਤੁਹਾਡੇ ਚੈਨਲ ਦੇ ਜ਼ਰੀਏ ਕਹਿਣਾ ਚਾਹਾਂਗੇ ਕਿ ਤੁਸੀਂ ਇੱਕ ਵਾਰੀ ਅਜਮਾ ਕੇ ਦੇਖ ਲਓ। ਚੱਲ ਸਾਨੂੰ ਐਂ ਤਾਂ ਨਹੀਂ ਅਸੀਂ ਕਹਿੰਦੇ। ਹਾਂਜੀ। ਤੇ ਬਿਲਕੁਲ ਸਾਡੇ ਮੈਂਬਰ ਤੁਹਾਡੇ ਆਪਣੇ ਪਰਿਵਾਰਕ ਧੀਆਂ ਪੁੱਤਾਂ ਵਾਂਗੂ ਮਦਦ ਕਰਨਗੇ। ਪਰ ਸਾਡੀ ਇੱਕ ਇੱਛਾ ਹੈ, ਅਸੀਂ ਉਹੋ ਜਿਹਾ ਸਮਾਜ ਸਿਰਜਣਾ ਚਾਹੁੰਦੇ ਹਾਂ ਕਿ ਅੰਧ ਵਿਸ਼ਵਾਸਾਂ ਤੋਂ ਮੁਕਤ ਸਾਡਾ ਸਮਾਜ ਹੋਵੇ, ਕਿਸੇ ਦੀ ਖੂਨ ਪਸੀਨੇ ਦੀ ਕਮਾਈ ਦੂਜਾ ਨਾ ਲੁੱਟੇ। ਬਿਲਕੁਲ, ਐਵੇਂ ਪਖੰਡੀਆਂ ਦੇ ਘਰਾਂ 'ਚ ਨਾ ਜਾਵੇ ਜੀ। ਉਹ ਵਿਹਲੇ ਬੈਠੇ ਮੌਜ ਕਰਦੇ ਨੇ, ਇੱਕ ਕਿਰਤੀ ਕਿੰਨੀ ਮਿਹਨਤ ਕਰਕੇ ਉਹ ਲੁੱਟ ਕੇ ਲੈ ਜਾਂਦੇ ਨੇ। ਬਿਲਕੁਲ। ਹਾਂਜੀ। ਤੇ ਇੱਕ ਜਿਹੜਾ ਨਾ ਜੀ ਸਾਡੇ ਖੋਪੜੀ ਦੇ ਵਿੱਚ ਹੋਰ ਚੀਜ਼ਾਂ ਬੜੀਆਂ ਹੋਈਆਂ ਜੀ, ਜਿਵੇਂ ਕੋਈ ਐਕਸੀਡੈਂਟ ਹੋ ਗਿਆ ਜੀ, ਜਾਂ ਆਪਾਂ ਡਿਪਰੈਸ਼ਨ ਦੇ ਵਿੱਚ ਕੋਈ ਸੁਸਾਈਡ ਕਰ ਗਿਆ, ਠੀਕ ਹੈ, ਤੇ ਉੱਥੇ ਇੱਕ ਗੱਲ ਹੀ ਨਿਬੜ ਜਾਂਦੀ ਹੈ ਕਿ ਨਹੀਂ ਜੀ ਇੰਨੀ ਕੀ ਲਿਖੀ ਸੀ, ਰੱਬ ਨੂੰ ਆ ਮਨਜ਼ੂਰ ਸੀ, ਇਦੋਂ ਗਾਹਾਂ ਨਾ ਸਾਡੇ ਲੋਕਾਂ ਨੇ ਚਿੰਤਨ ਕੀਤਾ ਨਾ ਕਰਨੀ। ਠੀਕ ਹੈ। ਧਰਮ ਸਿੰਘ ਜੀ, ਬਸ ਜਿੱਦੇ ਇਹ ਸਵਾਲ ਜਨਤਾ ਨੂੰ ਸਮਝ ਆ ਗਿਆ, ਦੋ ਤਰ੍ਹਾਂ ਦੀ ਜ਼ਿੰਦਗੀ ਹੈ। ਇੱਕ ਕੁਦਰਤੀ ਜ਼ਿੰਦਗੀ ਜਿਉਂਦਾ ਬੰਦਾ, ਤੇ ਕੁਦਰਤੀ ਉਮਰ ਜੋ ਹੈ 70 80 90 100 ਵੀ ਹੋ ਸਕਦਾ। ਉਹ ਥੋੜਾ ਮੋਟਾ ਅੰਤਰ ਹੋ ਸਕਦਾ, ਹਾਲਤਾਂ ਨਹੀਂ ਆ। ਕੋਈ ਚੰਗੇ ਥਾਂ ਤੇ ਰਹਿੰਦਾ, ਖੁਰਾਕ ਠੀਕ ਹੈ, ਪ੍ਰਦੂਸ਼ਣ ਰਹਿਤ ਵਾਤਾਵਰਨ ਹੈ, ਉਹਦੀ ਲਾਈਫ ਲੰਬੀ ਹੋਊਗੀ, ਛੋਟੀ ਨਹੀਂ ਹੋਊਗੀ। ਬਿਲਕੁਲ। ਕਿ ਉਸ ਤਰ੍ਹਾਂ ਦੇ ਆਪਾਂ ਕਹਿ ਲਓ ਵਾਤਾਵਰਨ 'ਚ ਰਹਿੰਦਾ ਜਿੱਥੇ ਉਹਨੂੰ ਖੁਰਾਕ ਨਹੀਂ ਸ਼ੁੱਧ ਮਿਲਦੀ, ਜਿੱਥੇ ਹਵਾ ਨਹੀਂ ਹੈ, ਪਾਣੀ ਨਹੀਂ ਸਹੀ ਹੈ, ਉੱਥੇ ਫਿਰ ਵੱਡੀਆਂ ਕੈਂਸਰ ਵਰਗੀਆਂ ਬਿਮਾਰੀਆਂ ਆ ਕੇ ਉਹਨੂੰ ਆ ਜਾਂਦੀਆਂ। ਹੁਣ ਇਹ ਦੋਨਾਂ ਤਰ੍ਹਾਂ ਦੀ ਮੌਤ ਹੈ। ਕੁਦਰਤੀ ਮੌਤ ਹਰ ਇੱਕ ਨੂੰ ਆਉਣੀ ਚਾਹੀਦੀ ਹੈ। ਬਿਲਕੁਲ। ਜਦੋਂ ਗੈਰ ਕੁਦਰਤੀ ਮੌਤ ਹੁੰਦੀ ਹੈ, ਉਹ 'ਚ ਐਕਸੀਡੈਂਟ, ਖੁਦਕਸ਼ੀ, ਕੋਈ ਵੱਡੀ ਬਿਮਾਰੀ, ਇਹ ਕੁਦਰਤੀ ਮੌਤਾਂ ਨਹੀਂ ਹੈ। ਜਦੋਂ ਇਹ ਹੁੰਦੀਆਂ ਤਾਂ ਫਿਰ ਸਾਡਾ ਇਹ ਫਰਜ਼ ਬਣ ਜਾਂਦਾ, ਸਾਡੀ ਇਹ ਡਿਊਟੀ ਬਣ ਜਾਂਦੀ ਆ ਕਿ ਇਹਨਾਂ ਮੌਤਾਂ ਦੇ ਕਾਰਨਾਂ ਨੂੰ ਫਰੋਲਿਆ ਜਾਵੇ। ਉਹ ਤੇ ਚਿੰਤਾ ਜਦੋਂ ਅਸੀਂ ਫਰੋਲਾਂਗੇ ਤਾਂ ਫਿਰ ਕੀ ਹੋਊਗਾ? ਫਿਰ ਅਸੀਂ ਉਹ ਕਾਰਨ ਲੱਭ ਲਾਂਗੇ ਕਿ ਮੌਤ ਹੋਈ ਕਿਉਂ ਆ। ਮੈਂ ਤੁਹਾਨੂੰ ਕਮਾਲ ਦੀ ਗੱਲ ਦੱਸਦਾ, ਮੈਂ ਤਰਕਸ਼ੀਲ ਸੁਸਾਇਟੀ ਵੱਲੋਂ 2009 ਦੇ ਵਿੱਚ ਕੈਨੇਡਾ ਦਾ ਇੱਕ ਟੂਰ ਲਾਇਆ 2 ਮਹੀਨੇ। ਮੈਂ 2 ਮਹੀਨੇ ਰਿਹਾ ਔਰ 2 ਮਹੀਨਿਆਂ 'ਚ ਇੱਕ ਵੀ ਐਕਸੀਡੈਂਟ ਉੱਥੇ ਨਹੀਂ ਹੋਇਆ। ਦੇਖਣਾ ਦੂਰ ਦੀ ਗੱਲ, ਸੁਣਿਆ ਵੀ ਨਹੀਂ ਹੈ। ਕਿਉਂ? ਉੱਥੇ ਜਾ ਕੇ ਕੋਈ ਲਕੀਰਾਂ ਬਦਲ ਜਾਂਦੀਆਂ, ਉੱਥੇ ਜਾ ਕੇ ਕੋਈ ਕਿਸਮਤ ਨਹੀਂ। ਉਹਨਾਂ ਗੱਡੀਆਂ ਦੀ ਸਪੀਡ ਸਾਡੇ ਨਾਲੋਂ ਡਿਊਟੀ ਹੈ। ਸਾਡੇ 80 ਤੇ ਰੂਟੀਨ ਚੱਲਦੀ ਹੈ, ਉਹਨਾਂ ਦੀ 100 110 ਤੇ ਚੱਲਦੀ ਹੈ। ਉਹ ਨਿਯਮ ਨੂੰ ਫੋਲੋ ਕਰਦੇ। ਕਾਰਨ ਕੀ ਹੈ ਕਿ ਉੱਥੋਂ ਦੇ ਸਿਸਟਮ ਨੇ ਇਹ ਪਾ ਲਿਆ ਕਿ ਸਮੇਂ ਦੀ ਘਾਟ ਹੈ, ਗੱਡੀਆਂ ਬਹੁਤ ਜ਼ਿਆਦਾ, ਸਪੀਡ ਬਹੁਤ ਜ਼ਿਆਦਾ, ਵਨ ਵੇ ਕਰਤਾ ਉਹਨਾਂ ਨੇ ਸਾਰਾ ਸਿਸਟਮ। ਹੁਣ ਜਦੋਂ ਕਿਸੇ ਚੀਜ਼ ਨੇ ਮੂਹਰੇ ਆਉਣਾ ਹੀ ਨਹੀਂ, ਫਿਰ ਤੁਹਾਡੇ 'ਚ ਵੱਜੂਗਾ ਕੀ? ਤੁਸੀਂ ਆਪਦੇ ਰਸਤੇ ਤੁਰੇ ਜਾਂਦੇ ਹੋ, ਉਹ ਉਧਰਲੇ। ਹਰੇਕ ਦੀ ਸਪੀਡ ਦੇ ਅਨੁਸਾਰ ਲਾਈਨ ਬਣੀ ਹੈ ਕਿ ਜੇ ਤੁਸੀਂ ਇੰਨੀ ਸਪੀਡ ਦੇਣਾ ਇਹਦੇ 'ਚ ਤੁਰੇ ਜਾਓ, ਇੰਨੀ ਜਾਣਾ ਇਹਦੇ 'ਚ ਤੁਰੀ ਜਾਓ। ਇੱਥੇ ਆ ਕੇ ਰੌਲਾ ਹੈ। ਸਾਡੇ ਕੀ ਗੱਲ ਹੈ? ਸਾਡੇ ਜਿਨ੍ਹਾਂ ਲੋਕਾਂ ਨੇ ਇਸ ਸੜਕਾਂ ਨੂੰ ਵਨ ਵੇ ਕਰਨਾ, ਚੌੜੀਆਂ ਕਰਨਾ, ਉਹਨਾਂ ਦੀਆਂ ਆਪਦੀਆਂ ਚੌੜੀਆਂ। ਜੇ ਕਿਸੇ ਵੱਡੇ ਲੀਡਰ ਨੇ, ਮੰਤਰੀ ਨੇ, ਅਫਸਰ ਨੇ ਕਿਸੇ ਸੜਕ ਤੋਂ ਦੀ ਲੰਘਣਾ, ਉਹਦੇ ਮੂਹਰੇ ਪੁਲਿਸ ਦੀ ਪਾਇਲਟ ਗੱਡੀ ਲੱਗੀ ਹੈ, ਉਹ ਹੂਟਰ ਮਾਰਦੀ ਜਾਂਦੀ ਹੈ। ਮੈਂ ਵੀ ਤੇ ਤੁਸੀਂ ਵੀ ਸਾਰੇ ਲੋਕ ਪਰੇ ਹੋ ਜਾਂਦੇ ਆ ਕਿ ਕਿਤੇ ਇਹ ਨਾ ਲਤੜ ਜੇ ਸਾਨੂੰ, ਹੋਗੀ ਨਾ ਵਨ ਵੇ। ਪਰ ਅਸੀਂ ਕੀ ਸੋਚਦੇ ਰਹਿੰਦੇ ਆ? ਅਸੀਂ ਸੋਚਦੇ ਰਹਿੰਦੇ ਆ ਇਹਦੀ ਇੰਨੀ ਵੀ ਲਿਖੀ ਸੀ। ਇਹ ਸਭ ਤੋਂ ਮਾੜੀ ਭਾਵ, ਸਭ ਤੋਂ ਮਾੜੀ। ਸਾਨੂੰ ਤਾਂ ਕਈ ਵਾਰੀ ਕਹਿ ਦਿੰਦੇ ਆ ਲੋਕ, ਇਹਦੀ ਵਾਰੀ ਆ ਗਈ। ਗੈਰ ਕੁਦਰਤੀ ਮੌਤ, ਬਿਮਾਰੀ, ਖੁਦਕਸ਼ੀ, ਐਕਸੀਡੈਂਟ, ਇਹ ਵਾਰੀ ਨਹੀਂ ਹੈ। ਵਾਰੀ ਕੁਦਰਤ ਦਾ ਨਿਯਮ ਤਾਂ ਇਹ ਹੈ ਕਿ ਜਿਹੜਾ ਪਹਿਲਾਂ ਆਇਆ ਉਹ ਪਹਿਲਾਂ ਜਾਓ, ਉਹ ਵੱਡਾ ਹੋਊ। ਜਾਣੀ ਜੇ ਮਾਪਿਆਂ ਦੇ ਬੈਠਿਆਂ ਤੋਂ ਬੱਚੇ ਦੀ ਮੌਤ ਹੁੰਦੀ ਹੈ, ਇਹ ਵਾਰੀ ਨਹੀਂ ਹੈ। ਹਾਂ, ਉਦੋਂ ਵੀ ਗਾਹਾਂ ਗੱਲ ਇਹ ਹੱਕ 'ਚ ਭੁਗਤਦੀ ਹੈ ਉਸ ਸਾਰੇ ਸਿਸਟਮ ਦੇ, ਜਿਹੜਾ ਸਿਸਟਮ ਚਾਹੁੰਦਾ ਕਿ ਇਸ ਪੂਰੇ ਆਵਾਮ ਨੂੰ, ਇਹਨਾਂ ਲੋਕਾਂ ਨੂੰ ਇਹ ਪਤਾ ਨਾ ਲੱਗ ਜੇ ਕਿ ਐਕਸੀਡੈਂਟਾਂ ਦਾ ਕਾਰਨ ਇੱਥੋਂ ਦਾ ਸਿਸਟਮ ਹੈ। ਇੱਥੇ ਵੱਡੀਆਂ ਬਿਮਾਰੀਆਂ ਲੱਗਣ ਦਾ ਕਾਰਨ ਇੱਥੋਂ ਦਾ ਪ੍ਰਦੂਸ਼ਣ ਵਾਲਾ ਹੋਰ ਮੁਨਾਫੇਖੋਰਾ ਸਿਸਟਮ ਹੈ। ਇੱਥੋਂ ਕਰਜ਼ੇ ਤੋਂ ਤੰਗ ਆ ਕੇ, ਹੋਰ ਹਾਲਾਤਾਂ ਤੋਂ ਤੰਗ ਆ ਕੇ ਖੁਦਕਸ਼ੀਆਂ ਕਰਨ ਦਾ ਕਾਰਨ ਇੱਥੋਂ ਦਾ ਸਿਸਟਮ ਹੈ।
ਪਰ ਸਿਸਟਮ ਕੀ ਸੋਚਦਾ, ਇਹ ਲੋਕੀ, ਇਹ ਸਮਾਜ ਇਹ ਸੋਚਦਾ ਰਵੇ ਕਿ ਬਸ ਇੰਨੇ ਹੀ ਸਵਾਸ ਲਿਖੇ ਸੀ। ਹੁਣ ਕੀ ਕਰ ਸਕਦੇ ਆ? ਭਾਣਾ ਮੰਨ ਲਓ। ਮੈਂ ਤਾਂ ਇੱਕੋ ਗੱਲ ਕਹਿਣਾ ਹੁੰਨਾ, ਭਾਣਾ ਮੰਨਣਾ ਅਸੀਂ ਉਦੋਂ ਕਹਿੰਦੇ ਆ ਜਦੋਂ ਅਸੀਂ ਕਿਸੇ ਦੀ ਮਦਦ ਨਹੀਂ ਨਾ ਕਰ ਸਕਦੇ, ਉਹਨੂੰ ਉਹਦੇ ਤੇ ਛੱਡ ਦਿੰਦੇ ਆ ਵੀ ਹੁਣ ਤੂੰ ਆਪੇ ਹੀ ਭੁਗਤ। ਹਾਂ, ਇਹ ਗੱਲ ਕਿਸੇ ਨੂੰ ਦੁੱਖ ਚੋਂ ਉਠਾਉਣ ਵਾਸਤੇ ਤਾਂ ਵਕਤੀ ਤੌਰ ਤੇ ਤਾਂ ਠੀਕ ਹੋ ਸਕਦੀ ਹੈ। ਬੰਦਾ ਐਕਸੀਡੈਂਟ 'ਚ ਮਰ ਗਿਆ, ਉਹਨੂੰ ਕਹੀਏ ਯਾਰ ਬਸ ਫਲਾਣਾ ਸਿਆ, ਹੁਣ ਰੋ ਨਾ, ਦੁਖੀ ਨਾ ਹੋ, ਬਸ ਇਹਦਾ ਯਾਰ ਇੰਨਾ ਕੀ ਸੀ। ਪਰ ਇਹ ਪੱਕੇ ਤੌਰ ਤੇ, ਸਥਾਈ ਤੌਰ ਤੇ ਜੇ ਅਸੀਂ ਇਹ ਧਾਰਨਾ ਨੂੰ ਪੱਕਿਆਂ ਕਰਦੇ ਹਾਂ ਕਿ ਇਹਦੀ ਇੰਨੀ ਵੀ ਲਿਖੀ ਸੀ, ਫਿਰ ਅਸੀਂ ਉਸ ਸਿਸਟਮ ਦੇ ਉੱਤੇ ਮਿੱਟੀ ਪਰਦਾ ਪਾ ਰਹੇ ਹਾਂ ਜਿਹਦੇ ਕਰਕੇ ਇਹ ਸਾਰੀਆਂ ਗੈਰ ਕੁਦਰਤੀ ਮੌਤਾਂ ਸਾਰੀ ਟੋਟਲ ਉਹ ਵਾਪਰਦੀਆਂ। ਤੇ ਨਹੀਂ, ਮੈਂ ਦੇਖਿਆ, ਮੈਂ ਜਦੋਂ ਗਿਆ, ਮੇਰੇ ਨਾਨਕੇ ਫੈਮਿਲੀ ਕੈਨੇਡਾ ਰਹਿੰਦੀ ਹੈ, ਮੇਰੇ ਨਾਨਾ ਜੀ 103 ਸਾਲ ਦੇ ਆ, ਉਦੋਂ 1 ਸਾਲ ਬਾਅਦ ਮੌਤ ਹੁੰਦੀ ਹੈ ਇਹਨਾਂ ਦੀ। ਤੇ ਜੇ ਉਹ ਇੱਥੇ ਹੁੰਦੇ ਕਿਤੇ, ਮੈਨੂੰ ਤਾਂ ਲੱਗਦਾ ਕਿ ਉਹ, ਮੇਰਾ ਖਿਆਲ ਹੀ, ਕਿਉਂਕਿ ਜਦੋਂ ਗਏ ਸੀ 1967 ਦੀ ਗੱਲ ਹੈ, ਤਾਂ ਮੈਂ ਉੱਥੇ 9 'ਚ ਜਾਂਦਾ, ਸਮਝ ਲਓ, ਤੇ 42 ਸਾਲਾਂ ਬਾਅਦ, ਜਾਣੀ ਉਦੋਂ ਵੀ ਉਹ ਬੁਢਾਪੇ ਦੀ ਅਵਸਥਾ 'ਚ ਸੀ ਤੇ 42 ਸਾਲ ਉਹ ਉਸੇ ਬੁਢਾਪੇ 'ਚ। ਤੇ ਮੈਂ ਸੱਚੀ, ਮੈਂ ਇਸ ਗੱਲ ਤੇ ਹੈਰਾਨ ਹੋਇਆ ਵੀ ਜਿਹੇ ਜਿਹੇ ਆਏ ਸੀ ਇੰਡੀਆ ਤੋਂ ਉਹੀ ਜਿਹੇ ਪਏ ਆ। ਕੋਈ ਨਾ ਬਾਲਾਂ ਦੇ ਵਿੱਚ ਫਰਕ ਪਿਆ, ਨਾ ਉਹਨਾਂ ਦੀ ਕਿਸੇ ਹੋਰ ਫਿਜ਼ੀਕ ਦੇ ਵਿੱਚ ਕੋਈ ਫਰਕ ਪਿਆ। ਕਹਿਣ ਦਾ ਮਤਲਬ ਇੱਕੋ ਹੀ ਆ ਕਿ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਜਿਹੜੇ ਸਵਾਸ, ਸਾਡੀ ਜਿਹੜੀ ਧੁਰੋਂ ਲਿਖੀ ਨਹੀਂ ਹੈ। ਹਾਂ, ਸਾਡੇ ਸਵਾਸ ਨਿਰਭਰ ਕਰਦੇ ਆ, ਇਸ ਗੱਲ ਤੇ ਨਹੀਂ ਕਰਦੇ ਕਿ ਵਿਉਮਤਾ ਨੇ ਕਿੰਨੇ ਦਿੱਤੇ ਆ। ਸਾਡੇ ਸਵਾਸ ਨਿਰਭਰ ਇਸ ਗੱਲ ਤੇ ਕਰਦੇ ਆ ਕਿ ਅਸੀਂ ਕਿਸ ਵਾਤਾਵਰਨ 'ਚ ਰਹਿੰਦੇ ਹਾਂ। ਤੇ ਜੇ ਸਾਨੂੰ ਚੰਗੀ ਸਿਹਤ ਚਾਹੀਦੀ ਆ, ਫਿਰ ਸਾਨੂੰ ਚੰਗਾ ਵਾਤਾਵਰਨ ਵੀ ਉਸਾਰਨਾ ਪਊਗਾ। ਪਰ ਇੱਥੇ ਹੋ ਕੀ ਰਿਹਾ ਆਪਾਂ ਨੂੰ ਵੀ ਪਤਾ। ਸੜਕਾਂ ਚੌੜੀਆਂ ਕਰਨ ਦੇ ਨਾਂ ਤੇ ਲੱਖਾਂ ਹੀ ਦਰਖਤ ਖਪਾਤੇ ਆ, ਵੱਢ ਕੇ ਖਪਾਤੇ, ਫਿਕਰ ਹੀ ਕੋਈ ਨਹੀਂ। ਜਿਹੜੇ ਡਿਵੈਲਪਡ ਕੰਟਰੀ ਆ ਉਹ ਸੜਕ 'ਚ ਵਿੰਗ ਤਾਂ ਪਾ ਦੇਣਗੇ, ਪਰ ਦਰਖਤ ਨਹੀਂ। ਉਹ ਕਲੋਨੀ ਦਾ ਹੋਰ ਥਾਂ ਕੱਢ ਦੇਣਗੇ, ਦਰਖਤ ਕੱਟਣ ਦੀ ਇਜਾਜ਼ਤ ਪ੍ਰਸ਼ਾਸਨ ਉੱਥੇ ਕਿਸੇ ਨੂੰ ਨਹੀਂ ਦਿੰਦਾ। ਤੇ ਹੋਇਆ ਇਹ ਪਿਆ ਵੀ ਇਸ ਵੇਲੇ ਸਾਡੇ ਇੰਡੀਆ ਦੇ ਵਿੱਚ, ਜਿੱਥੇ ਬਹੁਤ ਸਾਰਾ ਜੰਗਲ ਸੀ, ਇਸ ਵੇਲੇ ਜਿੰਨੀ ਸਾਡੀ ਆਬਾਦੀ ਹੈ ਲਗਭਗ 138-40 ਕਰੋੜ, ਉਦੋਂ ਬਾਹਲੇ ਹੋਰ ਦਰਖਤ ਲਾਉਣ ਦੀ ਲੋੜ ਆ ਜੇ ਇਸ ਵਾਤਾਵਰਨ ਨੂੰ, ਸਾਡੀ ਹਵਾ ਨੂੰ ਸ਼ੁੱਧ ਕਰਨਾ। ਨਹੀਂ ਤਾਂ ਜਿੱਡੇ ਵੱਡੀ ਪੱਧਰ ਤੇ ਕਾਰਖਾਨੇ ਪ੍ਰਦੂਸ਼ਣ ਫੈਲਾ ਰਹੇ ਆ, ਹੋਰ ਸਾਰਾ ਕੁਝ ਚੱਲ ਰਿਹਾ, ਪਾਣੀ ਦਾ ਪ੍ਰਦੂਸ਼ਣ ਫੈਲਾ ਰਿਹਾ। ਤੇ ਜੇ ਅਸੀਂ ਇਸ ਗੱਲ ਤੇ ਖੜੇ ਰਹੇ ਨਾ ਵੀ ਧੁਰੋਂ ਲਿਖੇ ਸਵਾਸ ਆ, ਉਹਨੇ ਤਾਂ ਲੈਣੇ ਹੀ ਲੈਣੇ ਆ, ਇਹ ਬਾਹਲਾ ਚਿਰ ਲੈ ਨਹੀਂ ਸਕਣੇ। ਮਾਸਟਰ ਜੀ, ਦੁੱਖ ਤਾਂ ਇਸ ਗੱਲ ਦਾ ਹੈ, ਅਸੀਂ ਹੁਣ ਕਿੰਨਾ ਸੰਤਾਪ ਹੋ ਗਿਆ ਜੀ, ਲੋਕਾਂ ਦੇ ਸਾਹ ਰੁਕਣ ਲੱਗੇ। ਹਾਂਜੀ, ਆਕਸੀਜਨ ਘਟ ਗਈ, ਲਾ ਦਿਓ ਜੀ। ਜੀ ਬਿਲਕੁਲ, ਮੁੱਲ ਦੀ ਆਕਸੀਜਨ ਨਾਲ ਕਿੰਨਾ ਚਿਰ ਸਾਰਾਂਗੇ। ਲੋਕਾਂ ਦਾ, ਸਾਡੇ ਲੋਕਾਂ ਦੀ ਫਿਰ ਉਹੀ ਸੋਚ ਕਿ ਨਹੀਂ, ਰੱਬ ਤਾਂ ਸਾਡੇ ਤੇ ਬਾਹਲਾ ਕਰੋਪ ਹੈ ਜੀ, ਇਹਦਾ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੀ ਆਹ ਕੁਝ ਹੋਊਗਾ, ਅਸੀਂ ਦੁਖੀ ਕਰਤੇ ਜੀ। ਆ ਦੇਖੋ, ਅੱਗ ਪੈਣ ਲੱਗ ਰਹੀ ਹੈ ਜੀ, ਵਾਤਾਵਰਨ ਦਾ ਇਹ ਹੋ ਗਿਆ ਜੀ, ਸਾਰਾ ਕੁਝ ਸਿਰਫ ਤੇ ਸਿਰਫ ਅਸੀਂ ਲਿਆ ਕੇ ਰੱਬ ਤੇ ਸਿੱਟਦੇ ਨੇ। ਦੇਖੋ, ਇੱਥੇ ਹੀ ਇਹੀ ਗੱਲ ਸਿਸਟਮ ਦੇ ਹੱਕ 'ਚ ਜਾਂਦੀ ਆ। ਕਰਿਆ ਤਾਂ ਸਾਰਾ ਕੁਝ ਸਿਸਟਮ ਨੇ। ਵੱਡੇ ਵੱਡੇ ਟਰੱਕ ਟਰਾਲੇ ਚਲਾਉਣ ਵਾਸਤੇ ਸਿਸਟਮ ਨੇ ਆਪਦੀ ਢੋਆ ਢੁਆਈ ਨੂੰ ਸੌਖਿਆ ਕਰਨ ਵਾਸਤੇ, ਆਪਦੇ ਬਿਜ਼ਨਸ ਨੂੰ ਵੱਡੀ ਪੱਧਰ ਤੇ ਕਰਨ ਖਾਤਰ ਤਾਂ ਹਾਈਵੇ ਬਣਾਤੇ, ਦਰਖਤ ਕੱਟੇ ਗਏ। ਤੇ ਹੁਣ ਆਪਾਂ ਦੇਖ ਲਿਆ ਨਾ, ਆਕਸੀਜਨ ਕਿਸ ਭਾਅ ਵਿਕਦੀ ਹੈ। ਤੇ ਇੱਕ ਦਰਖਤ ਜਿੰਨੀ ਤਾਂ ਇਹ ਇੱਕ ਫੈਕਟਰੀ 'ਚ ਆਕਸੀਜਨ ਨਹੀਂ ਤਿਆਰ ਕਰ ਸਕਦੇ ਜਿੰਨੀ ਇੱਕ ਦਰਖਤ ਸਾਨੂੰ ਆਕਸੀਜਨ ਦੇ ਦਿੰਦਾ। ਔਰ ਪਿਓਰ ਆਕਸੀਜਨ, ਨਕਲੀ ਆਕਸੀਜਨ ਨਹੀਂ, ਪਿਓਰ ਆਕਸੀਜਨ, ਜਿਹਦੇ ਨਾਲ ਅਸੀਂ ਸਾਰੇ ਆਕਸੀਜਨ, ਜਦੋਂ ਵਾਤਾਵਰਨ 'ਚ ਘਟ ਰਹੀ ਹੈ, ਇੱਕ ਤਾਂ ਉਹ ਘਟ ਰਹੀ ਹੈ, ਕਿਸੇ ਦੀ ਬਿਮਾਰੀ ਕਰਕੇ ਘਟਣੀ ਹੈ, ਉਹ ਤਾਂ ਆਪਾਂ ਨੂੰ ਪਤਾ ਅੱਗੇ ਵੀ ਰੂਟੀਨ 'ਚ ਹਸਪਤਾਲ 'ਚ ਸੀਰੀਅਸ ਮਰੀਜ਼ ਦੀ ਆਕਸੀਜਨ ਘਟ ਜਾਂਦੀ ਹੈ, ਉਹ ਲਾਉਣੀ ਪੈਂਦੀ ਹੈ। ਪਰ ਇੰਨੀ ਜ਼ਿਆਦਾ ਪਿਛਲੇ ਸਮੇਂ 'ਚ ਥੋੜ੍ਹ ਪਈ। ਚਲੋ, ਇਹ ਬਹੁਤ ਸਾਰੀਆਂ ਗੱਲਾਂ ਕਰੋਨਾ ਨਾਲ ਜੁੜ ਕੇ ਦਾ ਵਿਸ਼ਾ ਆਪਾਂ ਕਿਤੇ ਵੱਖਰਾ ਫੇਰ ਡਿਸਕਸ ਕਰਦੇ ਰਹਾਂਗੇ। ਪਰ ਇੱਕ ਗੱਲ ਬਹੁਤ ਜ਼ਰੂਰੀ ਆ ਕਿ ਆਬਾਦੀ ਦੇ ਹਿਸਾਬ ਨਾਲ ਦਰਖਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਵਾਤਾਵਰਨ ਦੀ ਚਿੰਤਾ ਕਰਨੀ ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਆ। ਤੇ ਇਹ ਉਹਨਾਂ ਚਿਰ ਸਾਡੀ ਚਿੰਤਾ ਦਾ ਹਿੱਸਾ ਬਣ ਨਹੀਂ ਸਕਣਾ ਜਿੰਨਾ ਚਿਰ ਸਾਡੇ ਦਿਮਾਗ 'ਚੋਂ ਇਹ ਨਹੀਂ ਨਿਕਲਦਾ ਕਿ ਜਿੱਥੇ ਲਿਖੀ ਹੈ, ਜਿੰਨੀ ਲਿਖੀ ਹੈ, ਜਿੰਨੇ ਸਵਾਸ ਲਿਖਿਆ, ਇਹ ਤਾਂ ਉਦਾਂ ਹੀ ਮੁੱਕ ਜਾਣੇ, ਬੰਦਾ ਚਾਹੇ ਲੱਖ ਚਾਰਾ ਜੋਈਆਂ ਕਰੇ, ਆਹੀ ਮਨਜ਼ੂਰ ਹੈ ਜੀ। ਜਿੰਨਾ ਚਿਰ ਇੱਥੇ ਖੜੇ ਰਹਾਂਗੇ ਤਾਂ ਇਹ ਕੁਛ ਹੈ। ਬਿਲਕੁਲ। ਪਰ ਇੱਕ ਗੱਲ ਹੋਰ ਹੈ ਨਾ ਜੀ, ਤੁਸੀਂ ਲੰਬੇ ਸਮੇਂ ਤੋਂ ਤਰਕਸ਼ੀਲ ਸੋਸਾਇਟੀ ਹੈ ਜਿਹੜੀ, ਉਹਨੇ ਤਜਰਬੇ ਵੀ ਕਰਤੇ, ਲੋਕਾਂ ਦੇ ਸਾਹਮਣੇ ਸੱਚ ਲਿਆਤਾ, ਰੱਬ ਵੀ, ਧਰਮਰਾਜ ਵੀ ਪੇਸ਼ ਕਰਤਾ, ਰੱਬ ਵੀ ਪੇਸ਼ ਕਰਤਾ, ਭੂਤ ਵੀ ਪੇਸ਼ ਕਰਤੇ, ਜਿੰਨ ਵੀ ਪੇਸ਼ ਕਰਤੇ ਜੀ। ਪਰ ਸਾਡੇ ਲੋਕਾਂ ਦਾ ਜਮਾਬੜਾ ਜਿਹੜਾ, ਉਹ ਫਿਰ ਉੱਥੇ ਜਾ ਕੇ ਟਿਕਦਾ ਜੀ। ਇਸ ਗੱਲ ਦਾ ਹੀ ਵੱਡਾ ਦੁੱਖ ਹੁੰਦਾ।
ਇਹਦੇ 'ਚ ਮੈਂ ਇਹ ਸਮਝਦਾ ਕਿ ਸਭ ਤੋਂ ਪਹਿਲੀ ਗੱਲ ਤਾਂ ਸਾਡਾ ਜਿਹੜਾ ਸਿਸਟਮ ਹੈ, ਜਿਹਨੇ ਇਹਨਾਂ ਗੱਲਾਂ ਪ੍ਰਤੀ ਲੋਕਾਂ 'ਚ ਜਾਗਰਤੀ ਲਿਆਉਣੀ ਹੁੰਦੀ ਆ, ਉਹਦੀ ਲੋੜ ਆ ਕਿ ਅੰਧ ਵਿਸ਼ਵਾਸ ਤੇ ਵਹਿਮ ਭਰਮ ਫੈਲੇ ਰਿਹਾ। ਉਹ ਇਸ ਪਾਸੇ ਨਹੀਂ ਹੈ। ਨੰਬਰ 2, ਉਹਦੇ ਕਰਕੇ ਫਿਰ ਜਿਹੜੀ ਸਾਡੀ ਸਿੱਖਿਆ ਨੀਤੀ ਹੈ, ਸਾਡੀ ਸਿੱਖਿਆ ਨੀਤੀ ਨੇ ਸਾਨੂੰ ਚੰਗੀ ਨੌਕਰੀ ਤੱਕ ਕਿਵੇਂ ਪਹੁੰਚਣਾ ਇਹ ਤਾਂ ਦਿਖਾਇਆ। ਪੂਰੇ ਉਹ ਬਿਜ਼ਨਸ ਬਣ ਗਈ ਹੈ ਐਜੂਕੇਸ਼ਨ, ਕਿ ਇੱਥੇ ਆਹ ਸੈਂਟਰ ਹੈ, ਆਹ ਅਕੈਡਮੀ, ਆਹ ਇੱਧਰ ਦੀ ਆਓ, ਆਹ ਵਿਸ਼ੇ ਰੱਖੋ। ਅਸੀਂ ਸੱਚ ਤੇ ਝੂਠ ਦਾ ਨਿਤਾਰਾ ਕਿਵੇਂ ਕਰਨਾ, ਠੀਕ ਤੇ ਗਲਤ ਦਾ ਨਿਤਾਰਾ ਕਿਵੇਂ ਕਰਨਾ, ਇਹ ਸਾਡੀ ਸਿੱਖਿਆ ਨੇ ਸਾਨੂੰ ਸਿਖਾਇਆ। ਮੈਂ ਤਾਂ ਵੇਖਿਆ ਬਹੁਤ ਸਾਰੇ ਪੜ੍ਹੇ ਲਿਖੇ ਲੋਕ, ਮੇਰੇ ਨਾਲ ਮੇਰੀ ਕੁਲੀਗ ਹੁੰਦੀ ਇੱਕ ਅਧਿਆਪਕਾ, MA BEd ਅਧਿਆਪਕਾ, ਮੈਨੂੰ ਇੱਕ ਵਾਰੀ ਕਹਿੰਦੀ ਰਜਿੰਦਰ ਫਲਾਣੇ ਬਾਬੇ ਦੇ ਬਹੁਤ ਇਕੱਠ ਹੁੰਦਾ। ਮੈਂ ਵੀ ਹੁਣ ਦੇਖੋ ਐਂ ਬਾਹਲਾ ਕੱਚਾ ਜਿਹਾ ਤਾਂ ਹੈ ਨਹੀਂ ਸੀ। ਮੈਂ ਕਿਹਾ ਮੈਡਮ ਤੁਹਾਨੂੰ ਕਿਹਨੇ ਦੱਸਿਆ? ਕਹਿੰਦੀ ਮੈਂ ਵੀ ਗਈ ਸੀ ਉੱਥੇ। ਮੈਂ ਕਿਹਾ ਉਹ 8ਵੀਂ ਫੇਲ ਬਾਬਾ, ਚੰਦ ਪੁਰਾਣੇ ਵਾਲਾ ਬਾਬਾ, 8ਵੀਂ ਫੇਲ, ਜਿਹਦੇ ਪੈਰਾਂ 'ਚ ਮੱਥਾ ਟੇਕਦੇ ਆ MA BEd ਪੜ੍ਹਾਈ ਕਰਨ ਤੋਂ ਬਾਅਦ ਫਿਰ ਗਾਹਾਂ ਇੱਕ ਅਧਿਆਪਕ। ਫਿਰ ਉਹ ਸਮਾਜ ਦੀ ਸਥਿਤੀ ਤਾਂ ਸਮਝ ਆ ਸਕਦੀ। ਆਪਾਂ ਕੀ ਕਿਸੇ ਤੇ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਸਕੂਲ ਦਾ ਮੂੰਹ ਨਹੀਂ ਦੇਖਿਆ, ਜਿਨ੍ਹਾਂ ਨੂੰ ਸਿਰਫ ਮਜ਼ਦੂਰੀ ਦਿਹਾੜੀ ਜਾਣ ਤੋਂ ਬਿਨਾਂ ਕੰਮ ਹੀ ਕੋਈ ਨਹੀਂ ਹੈ, ਉਹਨਾਂ ਨੂੰ ਜਾਗਰਤੀ ਕਦੋਂ ਆਊਗੀ? ਜਦੋਂ ਸਾਡੀ ਜਿਹੜੀ, ਮੈਂ ਕਹਿਣਾ ਇਹੀ ਚਾਹੁੰਦਾ ਸੀ, ਫੋਕਸ ਜਿੱਥੇ ਕਰਾਂ ਕਿ ਸਾਡੀ ਸਿੱਖਿਆ ਨਾ ਜਿਹੜੀ, ਇਹ ਨੌਕਰੀ ਤਾਂ ਦੱਸਦੀ ਹੈ ਵੀ ਵਧੀਆ ਕਿਵੇਂ ਮਿਲਦੀ ਹੈ। ਉਹ ਚਲੋ ਮਿਲੇ ਨਾ ਮਿਲੇ ਬਾਅਦ ਦੀਆਂ ਗੱਲਾਂ, ਵੱਡੀ ਨੌਕਰੀ ਕਿਵੇਂ ਮਿਲਦੀ ਹੈ ਇਹ ਐਂ ਨਹੀਂ ਦੱਸਦੀ ਕਿ ਸੱਚ ਕੀ ਹੁੰਦਾ, ਝੂਠ ਕੀ ਹੁੰਦਾ, ਜਿਹਦੀ ਇੱਕ ਸਮਾਜ ਦੇ ਵਿਕਾਸ ਵਾਸਤੇ ਬਹੁਤ ਜ਼ਿਆਦਾ ਜ਼ਰੂਰ। ਬਿਲਕੁਲ ਜੀ, ਬਿਲਕੁਲ। ਸੋ ਮਾਸਟਰ ਜੀ, ਤੁਹਾਡੀ ਤਰਕਸ਼ੀਲ ਸੋਸਾਇਟੀ ਹੈ ਜਿਹੜੀ, ਬੜੀਆਂ ਗੱਲਾਂ ਖੁੱਲ੍ਹ ਦਿਲੀ ਨਾਲ ਕੀਤੀਆਂ ਨੇ ਜੀ। ਤੁਸੀਂ ਤਾਂਤਰਿਕਾਂ ਨੂੰ ਵੀ ਚੈਲੰਜ ਕਰਦੇ ਹੋ ਜੀ, ਜਿਹੜੇ ਪਖੰਡੀ ਪੁੱਛਾ ਦੇਣ ਵਾਲੇ ਨੇ, ਮੁੰਡੇ ਦੇਣ ਵਾਲੇ ਨੇ ਪੁੜੀਆਂ ਵਿੱਚ ਦੀ, ਉਹਨਾਂ ਨੂੰ ਵੀ ਤੁਸੀਂ ਚੈਲੰਜ ਕਰਦੇ ਹੋ। ਠੀਕ ਹੈ। ਤੇ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਹੋਰ ਕੀ ਗਤੀਵਿਧੀਆਂ ਨੇ ਆਪਣੀ ਸੋਸਾਇਟੀ? ਦੇਖੋ ਗਤੀਵਿਧੀਆਂ 'ਚ ਇੱਕ ਤਾਂ ਜਿਵੇਂ ਆ ਗਿਆ ਕਿ ਸਾਡੇ ਕੁਝ ਸੈਂਟਰ ਨੇ, ਉੱਥੇ ਜਿਹੜੇ ਮਾਨਸਿਕ ਤੌਰ ਤੇ ਦੁਖੀ ਹੁੰਦੇ ਕਸਰਾਂ, ਉਹ ਆਪਾਂ ਇਲਾਜ ਕਰ ਦਿੰਦੇ ਹਾਂ। ਇਦੋਂ ਬਿਨਾਂ ਲੋਕਾਂ ਨੂੰ ਤਾਂ ਕਿ ਪੱਕੇ ਤੌਰ ਤੇ ਸਥਾਈ ਚੇਤਨਾ ਆਵੇ। ਤਰਕਸ਼ੀਲ ਸੋਸਾਇਟੀ ਬਹੁਤ ਸਾਰਾ ਸਾਹਿਤ ਛਾਪਦੀ ਹੈ, ਲਗਭਗ ਹੁਣ ਤੱਕ 50 ਕਿਤਾਬਾਂ ਛਾਪ ਚੁੱਕੇ ਹਾਂ ਆਪਾਂ ਤਰਕਸ਼ੀਲ ਸੋਸਾਇਟੀ ਵੱਲੋਂ। 2 ਵਾਰ ਆਪਾਂ TV ਸੀਰੀਅਲ ਤਰਕ ਦੀ ਸਾਣ ਤੇ, ਇੱਕ ਵਾਰੀ ਜਲੰਧਰ ਦੂਰਦਰਸ਼ਨ ਤੋਂ, ਇੱਕ ਵਾਰੀ ਟਾਈਮ TV ਤੋਂ ਆਪਾਂ 2 ਵਾਰੀ ਉਹ ਵੀ ਪ੍ਰਸਾਰਿਤ ਕੀਤਾ। ਇੱਕ ਆਪਾਂ ਹਰ ਸਾਲ ਹੁਣ ਲੋਕਡਾਊਨ ਕਰਕੇ ਸਮੱਸਿਆ ਆ ਗਈ, ਪਿਛਲੇ 3 ਪ੍ਰੀਖਿਆਵਾਂ ਆਪਾਂ ਕਰਾ ਚੁੱਕੇ। 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਨੂੰ ਆਪਾਂ ਇੱਕ ਛੋਟੀ ਕਿਤਾਬ, ਸੌਖੀ ਕਿਤਾਬ, ਉਹਨਾਂ ਨੂੰ ਜਾਗਰਤ ਕਰਨ ਵਾਸਤੇ, ਅੰਧ ਵਿਸ਼ਵਾਸਾਂ ਚੋਂ, ਵਹਿਮਾਂ ਚੋਂ ਨਿਕਲਣ ਵਾਸਤੇ, ਆਪਣੀ ਕਿਸਮਤ ਦੇ ਆਪ ਮਾਲਕ ਬਣਨ ਇੱਕ ਕਿਤਾਬ ਛਾਪਦੇ ਆ। ਉਹ ਬੱਚਿਆਂ 'ਚ ਪਹਿਲਾਂ ਵੰਡੀ ਜਾਂਦੀ ਆ। ਜਿਹੜੀ ਅਸੀਂ ਪਿਛਲੀ ਲਾਸਟ ਪ੍ਰੀਖਿਆ ਕਰਾਈ ਸੀਗੀ, ਉਹਦੇ 'ਚ 25,000 ਜਿਹੜੀ ਕਿਤਾਬ ਸੀ ਉਹ ਬੱਚਿਆਂ 'ਚ ਗਈ, ਤੇ ਲਗਭਗ ਉਹਦੇ 'ਚ 17,000 ਬੱਚਾ ਸੀਗਾ ਉਹਦੇ 'ਚ ਅਪੀਅਰ ਹੋਇਆ, ਤਾਂ ਕਿ ਉਹ ਬੱਚਿਆਂ ਰਾਹੀਂ ਘਰਾਂ ਨੂੰ ਵੀ ਅਸੀਂ ਅਟੈਂਪਟ ਕਰ ਜਾਂਦੇ ਆ। ਇਸ ਤੋਂ ਬਿਨਾਂ ਇੱਕ ਤਰਕਸ਼ੀਲ ਮੈਗਜ਼ੀਨ ਹੈ ਜਿਹੜਾ ਆਪਾਂ 1986 ਤੋਂ ਛਾਪ ਰਹੇ ਹਾਂ ਪੰਜਾਬੀ 'ਚ। ਇਸ ਵੇਲੇ ਉਹ ਸਭ ਤੋਂ ਵੱਧ ਛਪਣ ਵਾਲਾ ਮੈਗਜ਼ੀਨ ਆ। 2000 ਉਹ ਹਿੰਦੀ 'ਚ ਛਪਦਾ, 12,000 ਉਹ ਪੰਜਾਬੀ 'ਚ ਛਪਦਾ। ਸੋ ਮੈਂ ਬੇਨਤੀ ਕਰੂੰ ਕਿ ਸਾਡੇ ਸਾਰੇ ਹੀ ਸਰੋਤੇ ਆ, ਜਿਹੜੀ ਵੀ ਉਹਨਾਂ ਕੋਲੇ ਨੇੜੇ ਲਾਇਬ੍ਰੇਰੀ ਹੈ, ਉਹ ਲਾਇਬ੍ਰੇਰੀਆਂ ਨਾਲ ਜੁੜਨ, ਜਾਂ ਡਾਕ ਰਾਹੀਂ ਵੀ ਤਰਕਸ਼ੀਲ ਸੋਸਾਇਟੀ ਦੀਆਂ ਕਿਤਾਬਾਂ, ਤਰਕਸ਼ੀਲ ਮੈਗਜ਼ੀਨ ਉਹ ਮੰਗਵਾ ਸਕਦੇ ਆ। ਸਾਲ ਦਾ 100 ਰੁਪਇਆ ਚੰਦਾ, ਇਹ ਉਹ ਮੰਗਵਾ ਕੇ ਪੜ੍ਹ ਸਕਦੇ ਆ, ਜਿਹਦੇ ਤਾਂ ਕਿ ਬਹੁਤ ਸਾਰੀਆਂ ਗੱਲਾਂ ਅਸੀਂ ਕਰਦੇ ਕੀ ਆ ਵੀ ਉਹ 'ਚ ਜਿਹੜੇ ਕਰੰਟ ਮਸਲੇ ਹੁੰਦੇ ਆ, ਭਾਵੇਂ ਕਿਸਾਨੀ ਦਾ ਮਸਲਾ, ਹੋਰ ਕੋਈ ਅੰਧ ਵਿਸ਼ਵਾਸਾਂ ਦਾ, ਵਹਿਮਾਂ ਦਾ, ਜਾਂ ਸਾਡੇ ਕੋਲੇ ਜਿਹੜਾ ਕੋਈ ਲੇਟੈਸਟ ਵਧੀਆ ਰੌਚਕ ਕੋਈ ਭੂਤ ਵਾਲਾ ਕੇਸ ਆਇਆ ਹੁੰਦਾ, ਉਹ ਵੀ ਇੱਕ ਰਿਪੋਰਟ ਅਸੀਂ ਉਹਦੇ 'ਚ, ਸਿਹਤ ਨਾਲ ਸੰਬੰਧਿਤ ਵੀ ਉਹਦੇ 'ਚ ਇੱਕ ਕੇਸ ਹੁੰਦਾ, ਜਾਂ ਜਿਹੜੇ ਦਿਮਾਗੀ ਬੋਝ ਕਰਕੇ ਕੇਸ ਚੱਲਦੇ ਆ ਉਹਦੇ ਤੇ ਵੀ ਅਸੀਂ ਡਾਕਟਰ ਬਲਵੰਤ ਸਿੱਧੂ ਜੀ, ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਦੇ ਲੇਖ ਛਾਪਦੇ ਰਹਿੰਦੇ ਆ, ਤਾਂ ਕਿ ਲੋਕਾਂ ਨੂੰ ਇਹ ਗੱਲ ਪੱਕੇ ਤੌਰ ਤੇ ਪਤਾ ਲੱਗ ਜੇ ਕਿ ਜੇ ਕੋਈ ਐਸੇ ਜੀ ਦੁੱਖ ਤਕਲੀਫ ਆ ਤਾਂ ਉਹਦਾ ਜਿਹੜਾ ਹੈ ਕਾਰਨ ਆ ਜਿਹੜੇ ਉਹ ਸਰੀਰ 'ਚ ਜਾਂ ਸਮਾਜ 'ਚ ਉਹ ਪਏ ਹੁੰਦੇ ਆ, ਤੇ ਉਹ ਵਧੀਆ ਜਿਹੜੇ ਅੱਛੇ ਡਾਕਟਰਾਂ ਦੇ ਲੇਖ ਉਹਦੇ 'ਚ ਉਹ ਪੜ੍ਹਨ ਨੂੰ ਹੁੰਦੇ ਆ। ਇਸ ਤੋਂ ਬਿਨਾਂ ਅਸੀਂ ਪਿੰਡਾਂ ਦੇ ਵਿੱਚ ਜਾਦੂ ਦੇ ਸ਼ੋਅ, ਨਾਟਕ, ਮੇਲੇ, ਡਰਾਮੇ ਉਹ ਕਰਦੇ ਆ। ਤਰਕਸ਼ੀਲ ਸੋਸਾਇਟੀ ਦੀ ਇੱਕ ਵੈਨ ਬਣੀ ਹੈ, ਉਹ ਸਕੂਲ ਬੰਦ, ਕਾਲਜ ਬੰਦ ਹੋਣ ਕਰਕੇ ਹੁਣ ਖੜੀ ਹੈ, ਨਹੀਂ ਉਹ ਹਰ ਰੋਜ਼ 2 ਸਕੂਲ ਜਾਂ ਕਾਲਜਾਂ ਦੇ ਵਿੱਚ ਜਾਂਦੀ ਹੈ। ਉਹ 'ਚ ਚੰਗਾ ਸਾਹਿਤ ਹੈ, ਉਹ 'ਚ ਜਾਦੂ ਦੀ ਕਿੱਟ ਹੈ, ਅਸੀਂ ਲੋਕਾਂ ਨੂੰ, ਵਿਦਿਆਰਥੀਆਂ ਨੂੰ ਜਾਦੂ ਕਰਕੇ ਦਿਖਾਉਂਦੇ ਆ। ਜਾਦੂ ਦੇ ਪਿੱਛੇ ਜਿਹੜੇ ਕੰਮ ਕਰਦੇ ਕਾਰਨ, ਜਾਂ ਜਾਦੂ ਦੀ ਆਈਟਮ ਤਿਆਰ ਕਿਵੇਂ ਹੁੰਦੀ ਹੈ, ਉਹ ਅਸੀਂ ਖੋਲ੍ਹ ਕੇ ਦਿਖਾਉਂਦੇ ਆ ਵੀ ਆਹ ਚੀਜ਼ ਸਮਾਨ ਲੈਣਾ, ਆਹ ਲੈਣਾ, ਇਹਨਾਂ ਨੂੰ ਜਦੋਂ ਆਪਾਂ ਇਸ ਤਰ੍ਹਾਂ ਕਰਕੇ ਜੋੜਾਂਗੇ ਫਿਰ ਇਹ ਜਾਦੂ ਦੀ ਆਈਟਮ ਬਣ ਜਾਂਦੀ ਹੈ। ਇਹ ਸਾਰਾ ਕੁਝ ਜਾਣੀ ਐਂ ਕਹਿ ਲਓ ਵੀ ਇੱਕ ਪੂਰੀ ਲਗਾਤਾਰ ਰੈਗੂਲਰ ਸਰਗਰਮੀ ਦਾ ਹਿੱਸਾ। ਲਾਕਡਾਊਨ ਕਰਕੇ ਥੋੜ੍ਹੀਆਂ ਸਰਗਰਮੀਆਂ ਸਾਰੇ ਸਮਾਜ ਹੀ ਪ੍ਰਭਾਵਿਤ ਹੋਇਆ, ਸੋ ਥੋੜ੍ਹੀਆਂ ਸਰਗਰਮੀਆਂ ਪ੍ਰਭਾਵਿਤ ਹੋਈਆਂ, ਪਰ ਅਸੀਂ ਇਹ ਆਸ
ਰੱਖ ਕੇ ਚੱਲ ਰਹੇ ਆ ਕਿ ਜਿੱਥੇ ਸਾਰੇ ਪਿੰਡਾਂ 'ਚ ਜਦੋਂ ਕਿਸੇ ਦੇ ਘਰੇ ਕੋਈ ਦੁੱਖ ਤਕਲੀਫ ਹੁੰਦੀ ਹੈ, ਜਿੱਥੇ ਲੋਕ ਸਲਾਹਾਂ ਦਿੰਦੇ ਆ ਰਿਸ਼ਤੇਦਾਰ ਵੀ ਤੁਸੀਂ ਫਲਾਣੇ ਬਾਬੇ ਦੇ ਜਾ ਵੜੋ, ਫਲਾਣੇ ਬਾਬੇ ਤੋਂ, ਅੱਜ ਦੇ ਜ਼ਮਾਨੇ 'ਚ ਉਸ ਪਰਿਵਾਰ ਦੇ ਨੇੜਿਓਂ ਕੋਈ ਨਾ ਕੋਈ ਇਹ ਵੀ ਕਹਿ ਦਿੰਦਾ ਕਿ ਤੁਸੀਂ ਤਰਕਸ਼ੀਲਾਂ ਕੋਲ ਜਾ ਕੇ ਵੀ ਵੇਖ ਲਓ। ਸਾਡੇ ਕੋਲੇ ਆਵੇ ਨਾ ਆਵੇ ਵੱਖਰੀ ਗੱਲ ਆ, ਪਰ ਅੱਜ ਹਰ ਪਿੰਡ 'ਚ 2-4 ਵਿਅਕਤੀ ਕਹਿ ਲਓ ਜ਼ਰੂਰ ਇਸ ਵਿਗਿਆਨਕ ਵਿਚਾਰਧਾਰਾ ਨਾਲ ਜੁੜੇ ਹੋਏ ਆ, ਜਿਹੜੇ ਮਤਲਬ ਉਹ ਪਰਿਵਾਰ ਨੂੰ ਰਹਿ ਦਿੰਦੇ ਆ। ਚਲੋ ਨਹੀਂ ਮੰਨਦਾ, ਵੱਖਰੀ ਗੱਲ ਆ। ਸੋ ਅਸੀਂ ਇਹ ਆਸ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਇਹ ਗੱਲ ਹੋਰ ਬਹੁਤ ਤੁਹਾਡੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਵਧਣੀ ਹੈ। ਹੁਣ ਕਈ ਵਾਰੀ ਸਾਨੂੰ ਲੋਕ ਕਹਿੰਦੇ ਆ ਸਾਡੇ ਪਿੰਡ 'ਚ ਫਲਾਣਾ ਬਾਬਾ ਚੌਂਕੀ ਲਾਉਂਦਾ, ਉਹਨੂੰ ਠਾ ਕੇ ਜਾਓ। ਸੋ ਮੈਂ ਬੇਨਤੀ ਕਰਨੀ ਚਾਹੂੰਗਾ ਵੀ ਸਾਡੇ ਕੋਲ ਮੈਨ ਪਾਵਰ ਬਹੁਤ ਥੋੜੀ ਆ, ਤੁਸੀਂ ਜਾਗਰਤ ਹੋਵੋ, ਬਾਬੇ ਨੂੰ ਪੁੱਛੋ, ਪੰਚਾਇਤ ਨੂੰ ਲੈ ਜਾਓ, ਕਲੱਬ ਬਣਾ ਕੇ ਬਾਬੇ ਕੋਲੇ ਜਾਓ ਵੀ ਭਾਈ ਤੇਰੇ ਕੋਲੇ ਕੋਈ ਸ਼ਕਤੀ ਹੈ, ਜੇ ਤੂੰ ਦਿਖਾਏਗਾ ਅਸੀਂ ਤਰਕਸ਼ੀਲ ਵਾਲਿਆਂ ਨੂੰ ਸੱਦੀਏ, ਜੇ ਬਾਬਾ ਸਹਿਮਤ ਹੁੰਦਾ ਫਿਰ ਤੁਸੀਂ ਸਾਡੇ ਕੋਲ ਆਓ। ਉਂਝ ਨਹੀਂ, ਕਈ ਵਾਰੀ ਦੇਖਿਆ ਸੀ ਪਿੰਡਾਂ ਦੀ ਪਾਰਟੀਬਾਜ਼ੀ ਹੁੰਦੀ ਆ ਤੇ ਇੱਕ ਪਾਰਟੀ ਜਿਹੜੀ ਸਾਧ ਦੇ ਵਿਰੋਧੀ ਆ ਤਾਂ ਲਾਜ਼ਮੀ ਆ ਪਿੰਡ ਦੀ ਦੂਜੀ ਪਾਰਟੀ ਸਾਧ ਕਰਨੀ ਖੜ ਜਾਂਦੀ ਹੈ। ਸੋ ਅਸੀਂ ਕੋਈ ਪਿੰਡਾਂ ਦੇ ਵਿੱਚ ਲੜਾਈ ਝਗੜਾ ਨਹੀਂ ਪਾਉਣਾ ਚਾਹੁੰਦੇ। ਇਹ ਆਸ ਜ਼ਰੂਰ ਕਰਾਂਗੇ ਕਿ ਆਪ ਹਿੰਮਤ ਕਰੋ। ਸਾਡਾ ਕੰਮ ਤਾਂ ਜਿਵੇਂ ਆਪਾਂ ਐ ਨਹੀਂ ਹੁੰਦਾ ਵੀ ਯਾਰ ਦੁੱਧ ਦੀ ਕਾੜਨੀ ਨੂੰ ਜਾਗ ਲਾਉਣ ਜੋਗਾ, ਅਸੀਂ ਤਾਂ ਇੰਨੇ ਕਹਾਂ ਜੇ ਜਾਗ ਕਿ ਜਿੰਨੇ ਆ ਸ਼ੁੱਧ ਤਾਂ ਦਹੀਂ ਕਹਿ ਲੋ, ਇਹ ਸਾਡਾ ਸਮਾਜ ਆ। ਜਿੱਦੇ ਇਹ ਜਾਗਰਤ ਹੋ ਗਿਆ ਫਿਰ ਵਿਹਲੜ ਇੱਥੇ, ਚਾਹੇ ਉਹ ਰਾਜਨੀਤਿਕ ਲੀਡਰ ਆ, ਚਾਹੇ ਉਹ ਤਾਂਤਰਿਕ ਆ, ਚਾਹੇ ਕੋਈ ਡੇਰੇ ਵਾਲਾ ਬਾਬਾ, ਫਿਰ ਉਹਨਾਂ ਦੀ ਪੁੱਗਤ ਫੇਰ ਘਟਣੀ ਹੈ। ਬਿਲਕੁਲ, ਜਿੰਨਾ ਚਿਰ ਅਸੀਂ ਆਪ ਜਾਗਰੂਕ, ਬਿਲਕੁਲ ਸਾਡਾ ਸਮਾਜ ਜਾਗਰਤ ਨਹੀਂ। ਬਿਲਕੁਲ ਜੀ, ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਜੀ। ਧੰਨਵਾਦ ਜੀ ਧਰਮ ਜੀ, ਆਪਣੇ ਰੰਗਮੰਚ ਚੈਨਲ ਦਾ ਵੀ ਧੰਨਵਾਦ। ਇੰਨੇ ਦਰਸ਼ਕ ਲੱਖਾਂ ਸਾਨੂੰ ਦੇਖ ਰਹੇ, ਤੁਹਾਡਾ ਵੀ ਦਰਸ਼ਕੋ ਧੰਨਵਾਦ ਕਰਦੇ ਆ। ਤੁਸੀਂ ਸਾਡੀਆਂ ਇਹਨਾਂ ਗੱਲਾਂ ਨੂੰ ਸੁਣ ਰਹੇ ਹੋ ਤੇ ਉਮੀਦ ਆ ਕਿਸੇ ਵੇਲੇ ਜ਼ਰੂਰ ਰੰਗ ਖੇਡਣਗੇ ਜੀ। ਬਿਲਕੁਲ ਜੀ, ਬਿਲਕੁਲ। ਸੋ ਦੋਸਤੋ, ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਅੱਜ ਇੱਥੇ ਨਹੀਂ ਖਤਮ ਕਰਦੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਹੋਰ ਜਿਹੜੀਆਂ ਸਾਡੇ ਵਿੱਚ ਚੱਲ ਰਹੀਆਂ ਕੁਰੀਤੀਆਂ ਨੇ, ਜਿਨ੍ਹਾਂ ਕਰਕੇ ਅਸੀਂ ਪਿੱਛੇ ਆ, ਜਿਨ੍ਹਾਂ ਕਰਕੇ ਅਸੀਂ ਮਾਨਸਿਕ ਰੋਗੀ ਆ, ਉਹ ਹਰ ਗੱਲ ਹੈ ਜਿਹੜੀ ਅਸੀਂ ਤੁਹਾਡੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਤੇ ਇਸ ਇੰਟਰਵਿਊ ਦੇ ਵਿੱਚ ਅਸੀਂ ਤੁਹਾਡੇ ਨਾਲ ਦਾਅਵਾ ਵੀ ਕਰਦੇ ਹਾਂ, ਵਾਅਦਾ ਵੀ ਕਰਦੇ ਹਾਂ ਕਿ ਕੋਈ ਵੀ ਮਾਨਸਿਕ ਰੋਗੀ ਐਵੇਂ ਨਾ ਤੁਸੀਂ ਸਾਧਾਂ ਦੀ ਚੌਂਕੀਆਂ ਦੇ ਵਿੱਚ ਜਾਂ ਐਵੇਂ ਕਿਸੇ ਪਖੰਡੀਆਂ ਨੂੰ ਫਸ ਕੇ, ਤਾਂਤਰਿਕਾਂ ਦੇ ਧੱਕੇ ਚੜ੍ਹ ਕੇ ਐਵੇਂ ਨਾ ਉਹਨਾਂ ਨੂੰ ਮੁਰਗੇ ਤੇ ਬੋਤਲਾਂ ਦੇਈ ਜਾਓ, ਜਾਂ ਐਵੇਂ ਆਪਣੇ ਘਰ ਨਾਲ ਲਟਾਓ। ਮਿਹਨਤ ਨਾਲ ਕੀਤੀ ਹੋਈ ਕਮਾਈ ਆਪਣੇ ਬੱਚਿਆਂ ਦੀ ਪੜ੍ਹਾਈ ਤੇ, ਆਪਣੇ ਪਰਿਵਾਰ ਦੇ ਖਰਚੇ ਤੇ ਚਲਾਓ, ਨਾ ਕਿ ਕਿਸੇ ਬਾਬੇ ਦੇ ਚੱਕਰਾਂ 'ਚ ਪੈ ਕੇ। ਸੋ ਜੇ ਕਿਸੇ ਨੂੰ ਕੋਈ ਦਿੱਕਤ ਤਕਲੀਫ ਇੱਦਾਂ ਦੀ ਲੱਗਦੀ ਹੈ ਵੀ ਘਰ 'ਚ ਭੂਤ ਆਉਂਦਾ ਜਾਂ ਚੁੜੇਲਾਂ ਦਾ ਡਰ ਹੈ, ਤਾਂ ਉਹ ਸਾਡੀ ਤਰਕਸ਼ੀਲ ਸੁਸਾਇਟੀ ਦੇ ਨਾਲ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਵੀ ਪਾਵਾਂਗੇ, ਜਦੋਂ ਮਰਜ਼ੀ ਤੁਸੀਂ ਕੰਟੈਕਟ ਕਰ ਸਕਦੇ ਹੋ। ਤੇ ਇਹ ਫਿਰ ਤੁਹਾਡੀ ਪੂਰੀ ਤਸੱਲੀ ਕਰਾਉਣਗੇ। ਤੁਹਾਡੇ ਘਰ ਦੇ ਵਿੱਚ ਬੈਠਾ ਜਿੰਨ ਭੂਤ, ਜੇ ਉਹਨੂੰ ਮੰਨ ਕੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਨਾ ਲਿਆਂਦਾ, ਫਿਰ ਤੁਸੀਂ ਕਹਿਣਾ। ਸੋ ਅਗਲੀ ਵਾਰੀ ਫਿਰ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ। ਵੇਖਦੇ ਰਹੋ ਰੰਗ ਪੰਜਾਬ ਦੇ YouTube ਚੈਨਲ। ਸਤਿ ਸ੍ਰੀ ਅਕਾਲ।